ਗਾਜੀਪੁਰ ਬਾਰਡਰ ਤੇ ਜਨਸੰਖਿਆ ਤਾਂ ਭਾਵੇਂ ਪਹਿਲਾਂ ਨਾਲੋਂ ਘਟੀ ਆ। ਇੱਕ ਮਕਸਦ ਨੂੰ ਲੈ ਕੇ ਬੈਠੇ ਲੋਕ, ਉਹ ਹਲਾ ਲਾਲਾ ਕਰਨ ਵਾਲੀ ਮੰਡੀਰ ਜਾਂ ਜਿਹਨੂੰ ਕਹਿ ਦਈਏ ਵੀ ਅੱਗ ਲਾਊ ਡੱਬੂ ਬਨੇਰੇ ਵਾਲੀ ਗੱਲ, ਉਹ ਸਭ ਭੱਜ ਗਿਆ। ਯੂਪੀ ਦੇ ਵਿੱਚ ਤਾਂ ਹਾਲਾਤ ਇਦਾਂ ਦੇ ਵੀ ਹੁਣ ਜਿੰਨੇ ਕੋ ਕਿਸਾਨ ਰਹਿੰਦੇ ਆ ਅੱਧਿਓਂ ਜ਼ਿਆਦਾਤਰ ਤਾਂ ਪੰਜਾਬੀ ਸਮਝਦੇ ਆ। ਜਿਹੜੇ ਉੱਤਰਾਖੰਡ ਦਾ ਵੀ ਤਰਾਈ ਖੇਤਰ ਉਹ ਸਾਰਾ ਹੈ ਹੀ ਆਪਣਾ ਪੰਜਾਬੀਆਂ ਦਾ। ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜੇ ਬੰਗਾਲ ਵਾਂਗੂ ਲੀਡਰ ਆਪਣਾ ਪੂਰਾ ਉੱਥੇ ਯੋਗਦਾਨ ਪਾ ਗਿਆ ਤੇ ਮੈਨੂੰ ਲੱਗਦਾ ਕਿ ਮੋਦੀ ਦੇ ਦੀਵੇ ਦਾ ਤੇਲ ਜਿਹੜਾ ਉੱਥੋਂ ਮੁਕਾ ਦੇਣਾ। ਜੋਗੀ ਨੂੰ ਵੀ ਇਸ ਵੇਲੇ ਲੱਗਣ ਲੱਗ ਗਿਆ ਕਿ ਜਿਹੜੀ ਹੁਣ 2022 ਦੀ ਬੀਨ ਵਜਾਈ ਜਾਣੀ ਆ, ਤੇ ਉਹਨੂੰ ਲੱਗਦਾ ਨਹੀਂਗਾ ਵੀ ਜਿਹੜਾ ਬੀਜੇਪੀ ਦੀ ਕੁਰਸੀ ਦਾ ਸੱਪ ਆ ਉਹ ਦੁਬਾਰਾ ਨਿਕਲਣ ਤੋਂ ਉਹਨੂੰ ਆਸ ਹੈ ਨਹੀਂਗੀ। ਦੇਖੋ, ਤੁਸੀਂ ਦੂਜੀਆਂ ਪਾਰਟੀਆਂ ਦੇ ਉੱਤੇ ਤਰਕ ਕਰਦੇ ਆ, ਤੁਹਾਡਾ ਪੋਲੀਟੀਕਲ ਬਣਦਾ ਆ, ਪਰ ਆਪਣੇ ਝੱਗੇ ਜਾਂ ਆਪਣੇ ਕਹਿੰਦੇ ਹੁੰਦੇ ਉਹ ਪੀੜੀ ਥੱਲੇ ਸੋਟਾ ਫੇਰ ਕੇ ਵੀ ਦੇਖੋ ਨਾ। ਜਿੰਨਾ ਰਵਨੀਤ ਬਿੱਟੂ ਨੂੰ ਦੂਜੀਆਂ ਪਾਰਟੀਆਂ ਤੇ ਕਮੈਂਟ ਕਰਨ ਤੇ ਜ਼ੋਰ ਲਾਉਂਦਾ ਆ, ਉਹਨਾਂ ਰਵਨੀਤ ਬਿੱਟੂ ਹੁਣੀ ਕਿਤੇ ਆਪਣੀ ਪਾਰਟੀ ਨੂੰ ਹੱਲ ਕਰਨ ਲਈ, ਆਪਣੇ ਮਸਲਿਆਂ ਨੂੰ ਹੱਲ ਕਰਨ ਲਈ, ਜਿਹੜਾ ਆਪਣਾ ਕਾਟੋ ਕਲੇਸ਼ ਆ ਉਹਨੂੰ ਖਤਮ ਕਰਨ ਲਈ ਇੰਨਾ ਜ਼ੋਰ ਲਾਉਣ। 2 ਕਰੋੜ ਦੀ ਜ਼ਮੀਨ ਕਿਸੇ ਕੋਲੋਂ ਚੱਕੀ ਗਈ ਹੈ, ਐਗਰੀਮੈਂਟ ਹੋਇਆ ਜੀ। ਉਸੇ ਜ਼ਮੀਨ ਨੂੰ ਮੁੜ ਕੇ 18.5 ਕਰੋੜ ਦੇ ਵਿੱਚ ਮਤਲਬ ਟਰਸਟ ਨੂੰ ਲੈ ਕੇ ਦਿੱਤੀ। ਇਹ ਬਹੁਤ ਸ਼ਰਮਨਾਕ ਗੱਲ ਆ, ਖਾਸ ਕਰਕੇ ਉਸ ਪਾਰਟੀ ਤੇ ਜਿਹੜੀ ਅਸੀਂ ਕਹਿੰਦੇ ਆ ਵੀ ਅਸੀਂ ਭਗਵਾਨ ਰਾਮ ਦੀ ਜਿਹੜੀ ਫਿਲਾਸਫੀ ਨੂੰ ਮੰਨਦੇ ਆ। ਤੇ ਅੱਜ ਜੇ ਉਹਦਾ ਮੰਦਿਰ ਬਣ ਰਿਹਾ ਹੋਵੇ, ਉੱਥੇ ਘਪਲੇ ਘੁਟਾਲੇ ਹੋਣ, ਤੇ ਇਹ ਇਦੋਂ ਵੱਡੀ ਹੋਰ ਸ਼ਰਮਨਾਕ ਗੱਲ ਤਾਂ ਕੋਈ ਹੋ ਨਹੀਂ ਸਕਦੀ ਬੀਜੇਪੀ ਲਈ। ਮਹਿੰਗਾਈ ਭਾਰਤ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇੱਕ ਬਹੁਤ ਵੱਡਾ ਮੁੱਦਾ ਬਣੀ। ਤੇਲ ਦੀਆਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ? 100 ਰੁਪਏ ਲੀਟਰ ਹੋ ਗਿਆ। ਜਿੱਦਣ ਲਈ ਇਹ ਪੈਟਰੋਲ ਜਾਂ ਡੀਜ਼ਲ 60-55 ਰੁਪਏ ਮਿਲਦਾ ਸੀਗਾ, ਤੇ ਉਦੋਂ ਬੀਜੇਪੀ ਵਾਲੇ ਕੱਪੜੇ ਲਾ ਕੇ ਗਲੀਆਂ ਮਹੱਲਿਆਂ ਦੇ ਵਿੱਚ ਪ੍ਰਦਰਸ਼ਨ ਕਰਦੇ ਹੁੰਦੇ ਸੀ ਵੀ ਮਨਮੋਹਨ ਸਿੰਘ ਨੂੰ ਸਰਕਾਰ ਨਹੀਂ ਚਲਾਉਂਦੀ ਆਉਂਦੀ। ਤੇ ਮਨਮੋਹਨ ਸਿੰਘ ਕਰਕੇ ਜਿਹੜਾ ਆ ਉਹ ਡਾਲਰ ਦਾ ਰੇਟ ਵੱਧਦਾ ਜਾ ਰਿਹਾ, ਰੁਪਈਏ ਦਾ ਘਟਦਾ ਜਾ ਰਿਹਾ। ਅੱਜ ਰੁਪਈਆ ਵੀ ਡੁੱਬਿਆ ਫਿਰਦਾ ਆ, ਪੈਟਰੋਲ ਵੀ 100 ਰੁਪਏ ਤੋਂ ਉੱਪਰ ਹੋਇਆ ਫਿਰਦਾ ਆ, ਕੋਈ ਬੋਲਦਾ ਹੀ ਨਹੀਂ। ਜਿਹੜੀ ਤੀਸਰੀ ਲਹਿਰ ਆ ਰਹੀ ਹੈ, ਜਿਹਨੂੰ ਆਪਾਂ ਕਹਿ ਸਕਦੇ ਡੈਲਟਾ ਤੇ ਡੈਲਟਾ ਪਲੱਸ ਵੇਰੀਐਂਟ ਆ ਰਿਹਾ ਹੈ, ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਜਿਹੜੇ ਇੰਜੈਕਸ਼ਨ ਆ ਉਹ ਤਾਂ ਹਜੇ ਜਿਹੜੀ ਪਹਿਲੀ ਲਹਿਰ ਵਾਲੇ ਆ, ਹਜੇ ਤਾਂ ਉਹੀ ਕਹਿ ਸਕਦੇ ਪੂਰੀ ਦੁਨੀਆ ਦੇ ਹਿੱਸੇ 'ਚ ਨਹੀਂ ਆਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਅੱਜ ਫੇਰ ਤੁਹਾਡੇ ਲਈ ਇੱਕ ਵਾਰ ਲੈ ਕੇ ਆਏ ਹਾਂ ਪ੍ਰੋਗਰਾਮ ਵਿਚਾਰ ਚਰਚਾ। ਜਿਵੇਂ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਅਸੀਂ ਆਲੇ ਦੁਆਲੇ ਸਮਾਜ ਵਿੱਚ ਹੋ ਰਹੀਆਂ ਰਾਜਨੀਤਿਕ, ਸਮਾਜਿਕ ਜਾਂ ਇਕਨੋਮਿਕ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ। ਤੇ ਇਹੋ ਜਿਹੀਆਂ ਹੀ ਚਰਚਾਵਾਂ ਅੱਜ ਗਰਮ ਰਹਿਣਗੀਆਂ। ਰਵਨੀਤ ਸਿੰਘ ਬਿੱਟੂ ਨੇ ਕੀ ਬਿਆਨ ਦਿੱਤਾ, ਇਹਦੀ ਗੱਲ ਕਰਾਂਗੇ। ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਸਿੱਟ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ। ਮਹਿੰਗਾਈ ਦੀ ਚਰਚਾ ਹੋਵੇਗੀ, ਕਰੋਨਾ ਦੀ ਗੱਲ ਵੀ ਹੋਵੇਗੀ, ਤੇ ਬਿਹਾਰ ਵਿੱਚ ਹੋ ਰਹੀ ਸਿਆਸੀ ਉਠਾ-ਪਟਕ ਦੀ ਗੱਲ ਵੀ ਅਸੀਂ ਕਰਾਂਗੇ। ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਅੱਜ ਸਾਥ ਦੇਣਗੇ ਸਰਦਾਰ ਗੁਰਨਾਮ ਸਿੰਘ ਜੀ ਬਿਲਗਾ। ਬਿਲਗਾ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਮੌਨਸੂਨ ਅਗੇਤੀ ਆ ਗਈ ਤੇ ਤੁਸੀਂ ਇੱਕ ਵਾਰ ਫਿਰ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹੋ, ਦਿੱਲੀ ਹੋ ਕੇ ਆਏ ਹੋ ਜੀ। ਹਾਲਾਂਕਿ ਅਸੀਂ ਵੀ ਗਏ ਸੀ, ਪਰ ਤੁਹਾਡਾ ਉੱਥੇ ਕਾਫੀ ਦਿਨ ਰਹਿ ਕੇ ਤੁਸੀਂ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜੀ। ਇੱਕ ਵਾਰ ਸਾਨੂੰ ਅੰਦੋਲਨ ਦੀ ਝਾਤ ਫਿਰ ਮਰਵਾਓ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸ਼ਰਮਾ ਜੀ, ਕਾਫੀ ਦਿਨਾਂ ਬਾਅਦ ਮੇਰਾ ਜਿਹੜਾ ਗੇੜਾ ਲੱਗਾ ਸੀ, ਤੇ ਮੈਂ ਲਗਭਗ 6 ਦਿਨ ਦਾ ਇਸ ਵੇਲੇ ਉੱਥੇ ਦਾ ਸਾਰਾ ਮਾਹੌਲ ਦੇਖਿਆ ਆ ਜੀ। ਮੈਂ ਜਦੋਂ ਸਿੰਘੂ ਬਾਰਡਰ ਵੀ ਕਵਰ ਕੀਤਾ ਤੇ ਗਾਜੀਪੁਰ ਬਾਰਡਰ ਵੀ ਕਵਰ ਕੀਤਾ। ਲੱਗ ਰਿਹਾ ਆ ਕਿ ਹੁਣ ਜਿਹੜੀ ਉੱਥੇ ਜਨਸੰਖਿਆ ਬੈਠੀ ਆ ਜਾਂ ਕਿਸਾਨ ਅੰਦੋਲਨਕਾਰੀ ਬੈਠੇ ਆ, ਉਹਨਾਂ ਦੇ ਵਿੱਚ ਬੰਦੇ ਜਿਹੜੇ ਬੈਠੇ ਆ ਇਸ ਵੇਲੇ ਪੂਰਨ ਜਿਹੜੇ ਠਹਿਰਾਓ ਵਾਲੇ, ਸਮਝ ਵਾਲੇ, ਤੇ ਇਸ ਮੁੱਦੇ ਦੀ ਸੰਵੇਦਨਸ਼ੀਲਤਾ ਜਿਹੜੀ ਆ ਉਹਨਾਂ ਦੇ ਜਿੰਨਾ ਦਿਮਾਗ 'ਚ ਘਰ ਘਰ ਬੈਠੀ ਆ, ਐਨ ਇਸ ਵੇਲੇ ਨਜ਼ਾਰੇ ਨਾਲ ਉੱਥੇ ਬੈਠੇ ਆ। ਭਾਵੇਂ ਕਿ ਰਾਤ ਨੂੰ ਸੁੱਤੇ ਪਿਆਂ ਦੇ ਉੱਪਰੋਂ ਹੀ ਤਰਪਾਲਾਂ ਤੰਬੂ ਉੱਡ ਜਾਂਦੇ ਆ ਜੀ, ਉਹ ਸਵੇਰ ਨੂੰ ਉੱਠ ਕੇ ਝਾੜ ਕੇ ਸੁਕਾ ਕੇ ਫਿਰ ਵਿਚਾਰੇ ਆਪਣਾ ਕੋਈ ਨਾ ਕੋਈ ਵਿਵਸਥਾ ਕਰ ਲੈਂਦੇ ਆ ਜੀ। ਪਰ ਹਾਲਾਤ ਇਦਾਂ ਦੇ ਆ ਉੱਥੇ ਵੀ ਪੂਰਾ ਲੋਕਾਂ ਦੇ ਵਿੱਚ ਉਤਸ਼ਾਹ ਆ। ਥੋੜ੍ਹਾ ਜਿਹਾ ਲੱਗਾ ਸੀਗਾ ਵੀ ਕਣਕ ਦਾ ਸੀਜ਼ਨ ਕਰਕੇ ਘਟੇ ਸੀਗੇ, ਪਰ ਜਿਸ ਤਰ੍ਹਾਂ ਹੁਣ ਜਥੇਬੰਦੀਆਂ ਡੇ ਬਾਈ ਡੇ ਹਰ ਜ਼ਿਲ੍ਹੇ 'ਚੋਂ, ਹਰ ਬਲਾਕ ਵਿੱਚੋਂ ਬਾਰੀਆਂ ਬੰਨੀਆਂ ਹੋਈਆਂ ਵੀ ਅੱਜ ਫਲਾਨਾ ਬਲਾਕ ਦੇ ਬੰਦੇ ਆਉਣਗੇ, ਅੱਜ ਫਲਾਨੇ ਜ਼ਿਲ੍ਹੇ ਦੇ ਆਉਣਗੇ, ਤੇ ਉਹਦੇ ਨਾਲ ਜਿਹੜੀ ਰੌਣਕ ਆ ਉੱਥੇ ਦੁਬਾਰਾ ਜਿਹੜੀ ਆ ਵੱਜਣੀ ਸ਼ੁਰੂ ਹੋ ਗਈ ਆ। ਹੋ ਸਕਦਾ ਕਿ ਹੁਣ ਝੋਨੇ ਦੇ ਸੀਜ਼ਨ ਵਿੱਚ ਥੋੜ੍ਹੀ ਬਹੁਤ ਫੇਰ ਕਿਤੇ 10-15 ਦਿਨ ਕੋਈ ਘਾਟਾ ਲੱਗੇ ਜਨਸੰਖਿਆ ਦਾ, ਪਰ ਵਧੀਆ ਉੱਥੇ ਇਸ ਵੇਲੇ ਪੰਡਾਲ ਭਰਦਾ ਆ। ਤੇ ਸਮੱਸਿਆਵਾਂ ਨਾਲ ਜਿਹੜੇ ਜੂਝਣ ਦਾ ਤਰੀਕਾ ਉਹਨਾਂ ਨੂੰ ਆ ਗਿਆ। ਹੁਣ ਸਿਆਲ ਵੀ ਆ ਗਿਆ ਤੇ ਗਰਮੀਆਂ ਵੀ ਲੰਘ ਗਈਆਂ ਜੀ। ਤੇ ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰਦੇ ਗਾਜੀਪੁਰ ਬਾਰਡਰ ਦੀ, ਗਾਜੀਪੁਰ ਬਾਰਡਰ ਤੇ ਜਨਸੰਖਿਆ ਤਾਂ ਭਾਵੇਂ ਪਹਿਲਾਂ ਨਾਲੋਂ ਘਟੀ ਆ,
ਪਰ ਗੱਲ ਉੱਥੇ ਵੀ ਆਉਂਦੀ ਵੀ ਜਿਹੜੀ ਸੋਚ ਵਾਲੇ ਸੋਲਿਡ ਲੋਕ ਬੈਠੇ ਆ ਜਾਂ ਇੱਕ ਮਕਸਦ ਨੂੰ ਲੈ ਕੇ ਬੈਠੇ ਲੋਕ, ਉਹ ਹਲਾਲਾਲਾ ਕਰਨ ਵਾਲੀ ਮੰਡੀਰ ਜਾਂ ਜਿਹਨੂੰ ਕਹਿ ਦਈਏ ਵੀ ਅੱਗ ਲਾਊ ਡੱਬੂ ਬਨੇਰੇ ਵਾਲੀ ਗੱਲ, ਉਹ ਸਭ ਭੱਜ ਗਏ ਜੀ। ਹੁਣ ਉੱਥੇ ਜਿਹੜੇ ਆ ਉਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਵਾਲੇ ਲੋਕ ਬੈਠੇ ਆ ਜੀ। ਔਰ ਸਭ ਨੂੰ ਵੱਡੀ ਗੱਲ ਜਿਹੜੀ ਹੈਗੀ ਆ ਉੱਥੇ ਵੀ ਉੱਤਰਾਖੰਡ ਤੇ ਯੂਪੀ ਦਾ ਮਤਲਬ ਬਹੁਤ ਵੱਡਾ ਹਿੱਸਾ ਗਾਜੀਪੁਰ ਹੀ ਬੈਠਾ ਆ ਜੀ। ਤੇ ਜਿਹੜੀ ਉਸ ਵੇਲੇ ਕਿਸਾਨੀ ਅੰਦੋਲਨ ਦੀ ਉੱਥੇ ਲਹਿਰ ਚੱਲ ਰਹੀ ਆ, ਮੇਰੀ ਵੱਖ-ਵੱਖ ਤਰ੍ਹਾਂ ਦੇ ਉੱਥੇ ਜਿਹੜੇ ਨੁਮਾਇੰਦੇ ਆ ਪਾਰਟੀਆਂ ਦੇ ਜਾਂ ਕਿਸਾਨ ਜਥੇਬੰਦੀਆਂ ਦੇ, ਤੇ ਉਹਨਾਂ ਨਾਲ ਸਾਰਿਆਂ ਨਾਲ ਮੇਰੀ ਗੱਲਬਾਤ ਹੋਈ ਆ। ਪਰ ਹਾਲਾਤ ਉੱਥੇ ਗਰਾਊਂਡ ਤੇ ਜਿਹੜੇ ਆ, ਕਿਸਾਨੀ ਅੰਦੋਲਨ ਕਦੋਂ ਜਿੱਤਣਾ ਨਹੀਂ ਜਿੱਤਣਾ ਇਹ ਤਾਂ ਆਉਣ ਵਾਲੇ ਸਮੇਂ ਦੇ ਗਰਭ ਵਿੱਚ ਆ। ਪਰ ਕਿਸਾਨਾਂ ਨੇ ਉਸ ਖਿੱਤੇ ਦੇ ਲਗਭਗ 100 ਹਲਕੇ, ਜਿਨ੍ਹਾਂ ਦੀ ਮੈਂ ਲਿਸਟ ਬਣਾ ਕੇ ਲਿਆਇਆ, ਆਪਾਂ ਕਿਸੇ ਦਿਨ ਸਪੈਸ਼ਲ ਪ੍ਰੋਗਰਾਮ ਕਰਾਂਗੇ ਯੂਪੀ ਦੇ 100 ਹਲਕੇ ਨਰੋਲ, ਜਿੱਥੇ ਸਿੱਖੀ ਦਾ, ਕਿਸਾਨੀ ਦਾ ਜਾਂ ਕਿਸਾਨੀ ਮੁੱਦਿਆਂ ਦਾ ਡਾਇਰੈਕਟ ਅਸਰ ਆ, ਉਹ ਮੁੱਦੇ ਬਿਲਕੁਲ ਜਾਣੀ ਕਿ 100 ਖੇਤਰ ਦੇ ਵਿੱਚ ਉਹਨਾਂ ਨੇ ਕੱਲਾ ਪੁਆਇੰਟ ਕੱਢ ਕੇ ਦੱਸ ਦਿੱਤਾ ਵੀ ਇੱਥੇ ਅਸੀਂ ਅਫੈਕਟ ਕਰਾਂਗੇ। ਇੱਕ ਉੱਥੇ ਦੇ ਲੀਡਰ ਦਾ ਜਤਿੰਦਰ ਜੀਤੂ ਜੀ ਦਾ ਸੀ ਇਹ ਬਿਆਨ, ਜਿਹੜੇ ਕਿ ਅੱਜ ਕੱਲ੍ਹ ਉੱਤਰਾਖੰਡ ਦੇ ਭਾਰਤੀ ਕਿਸਾਨ ਯੂਨੀਅਨ ਟਕੈਤ ਵੱਲੋਂ ਸਟੇਟ ਦੇ ਪ੍ਰਧਾਨ ਬਣਾ ਦਿੱਤੇ ਗਏ ਜੀ। ਉਹਨਾਂ ਦਾ ਇਹ ਕਹਿਣਾ ਸੀ ਵੀ ਕਿਸਾਨੀ ਅੰਦੋਲਨ ਦੇ ਚੱਲਦਿਆਂ ਬੀਜੇਪੀ ਮਤ ਸੋਚੇ ਕਿ ਅਸੀਂ ਯੂਪੀ ਜਿੱਤ ਲਾਂਗੇ ਜਾਂ ਉੱਤਰਾਖੰਡ ਜਿੱਤ ਲਾਂਗੇ। ਇਹ ਬਹੁਤ ਵੱਡੀ ਬਿਆਨ ਹੈ। ਤੁਹਾਡੇ ਕਹਿਣ ਦਾ ਮਤਲਬ ਕਿ ਬੰਗਾਲ ਦੀ ਜਿੱਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਇੰਨੇ ਉਤਸ਼ਾਹ 'ਚ ਨੇ ਕਿ ਉਹਨਾਂ ਨੇ ਯੂਪੀ ਦੀ ਰਾਜਨੀਤੀ ਦੇ ਵਿੱਚ ਪੂਰੀ ਤਿਆਰੀ ਕੱਸ ਲਈ ਆਪਣੀ। ਬਿਲਕੁਲ। ਇੱਕ ਤਾਂ ਯੂਪੀ ਦੇ ਨਾਲ ਬੰਗਾਲ ਦੇ ਨਾਲ ਤਾਂ ਸਾਡੀ ਜਿਹੜੀ ਆ ਭਾਸ਼ਾ ਦਾ ਬੜਾ ਫਰਕ ਸੀਗਾ ਜੀ, ਜਾਂ ਤਾਂ ਉੱਥੇ ਇੰਗਲਿਸ਼ ਚੱਲੂਗੀ ਜਾਂ ਬੈਂਗਲਾ ਚੱਲੂਗੀ ਨਾ। ਪਰ ਇੱਥੇ ਯੂਪੀ ਦੇ ਵਿੱਚ ਤਾਂ ਹਾਲਾਤ ਇਦਾਂ ਦੇ ਵੀ ਹੁਣ ਜਿੰਨੇ ਕੋ ਕਿਸਾਨ ਰਹਿੰਦੇ ਆ, ਅੱਧਿਓਂ ਜ਼ਿਆਦਾਤਰ ਤਾਂ ਪੰਜਾਬੀ ਸਮਝਦੇ ਆ। ਜਿਹੜੇ ਉੱਤਰਾਖੰਡ ਦਾ ਵੀ ਤਰਾਈ ਖੇਤਰ ਉਹ ਸਾਰਾ ਹੈ ਹੀ ਆਪਣਾ ਪੰਜਾਬੀਆਂ ਦਾ। ਇੱਥੇ ਸਾਨੂੰ ਲੈਂਗੁਏਜ ਪ੍ਰੋਬਲਮ ਹੈ ਨਹੀਂ ਕਿਸਾਨਾਂ ਨੂੰ, ਖਾਸ ਕਰਕੇ ਇੱਥੇ ਪ੍ਰਚਾਰ ਕਰਨਾ ਨਾਲੇ ਤਾਂ ਨਜ਼ਦੀਕ ਆ ਬੰਗਾਲ ਦੇ ਮੁਕਾਬਲੇ, ਉੱਤਰਾਖੰਡ 'ਚ ਵੀ ਨਜ਼ਦੀਕ ਆ, ਤੇ ਨਾਲ ਜਿਹੜਾ ਭਾਸ਼ਾ ਦਾ ਕੋਈ ਜਿਹੜਾ ਆ ਉਹ ਕੋਈ ਦਿੱਕਤ ਨਹੀਂ ਆਣੀ ਕਿਸੇ ਨੂੰ। ਤੇ ਇਹਦੇ ਨਾਲ ਦੀ ਨਾਲ ਯੂਪੀ ਦੇ ਬਹੁਤਾ ਹਿੱਸਾ ਕਿਸਾਨੀ ਨਾਲ ਜੁੜਿਆ ਹੋਇਆ ਤੇ ਉਹ ਅੰਦੋਲਨ ਨਾਲ ਵੀ ਜੁੜਿਆ ਹੋਇਆ ਜੀ। ਉਹ ਇੱਕ ਬੈਲਟ ਹੈ ਜੀ, ਸਹਾਰਨਪੁਰ ਤੋਂ ਲੈ ਲਈਏ ਆਪਾਂ ਜੀ, ਸ਼ਾਮਲੀ ਹੋ ਗਿਆ, ਸਹਾਰਨਪੁਰ ਹੋ ਗਿਆ, ਬਾਗਪਤ ਹੋ ਗਿਆ, ਵੈਸਟਰਨ ਯੂਪੀ ਜਿਹੜੀ ਆਗਰਾ ਤੱਕ ਦੀ 17 ਜ਼ਿਲ੍ਹੇ ਨੇ ਸਾਰੇ ਉਹ ਵੈਸਟਰਨ ਯੂਪੀ ਦੇ ਨਾਲ ਜੁੜੇ ਹੋਏ। ਇਹਦੇ ਨਾਲ ਲੱਗਦੀ ਇਹ 100 ਹਿੱਸੇ ਦੇ ਵਿੱਚ ਕਿਸਾਨੀ ਨੇ ਇਸ ਵੇਲੇ ਪੂਰਾ ਆਪਣਾ ਮੁੱਢ ਬੰਨ ਲਿਆ, ਕਿਸਾਨੀ ਅੰਦੋਲਨ ਨੇ ਮੁੱਢ ਬੰਨ ਲਿਆ। ਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜੇ ਬੰਗਾਲ ਵਾਂਗੂ ਲੀਡਰ ਆਪਣਾ ਪੂਰਾ ਉੱਥੇ ਯੋਗਦਾਨ ਪਾ ਗਏ ਤੇ ਮੈਨੂੰ ਲੱਗਦਾ ਕਿ ਮੋਦੀ ਦੇ ਦੀਵੇ ਦਾ ਤੇਲ ਜਿਹੜਾ ਉੱਥੋਂ ਮੁਕਾ ਦੇਣਗੇ। ਤੁਸੀਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨਾਲ ਜਾਂ ਹੋਰ ਉੱਥੇ ਜਿੰਨੇ ਵੀ ਲੋਕ ਉੱਥੇ ਰਹਿ ਰਹੇ ਨੇ, ਅੰਦੋਲਨ ਨੂੰ ਦੇਖ ਰਹੇ ਨੇ ਜਾਂ ਉਸ ਅੰਦੋਲਨ ਦੇ ਨਾਲ ਤੇ ਨਾਲ ਦੀ ਨਾਲ ਸਰਕਾਰ ਨਾਲ ਵੀ ਜੁੜੇ ਹੋਏ ਨੇ ਬਹੁਤ ਸਾਰੇ ਲੋਕ। ਤੁਸੀਂ ਅਕਸਰ ਇਹ ਗੱਲ ਕਰਦੇ ਹੋ ਕਿ ਭਾਵੇਂ ਸਿੱਧੀ ਗੱਲਬਾਤ ਨਹੀਂ ਚੱਲ ਰਹੀ ਪਰ ਫਿਰ ਵੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਉਹ ਤੁਹਾਨੂੰ ਲੱਗਦਾ ਕੁਝ ਆਉਣ ਵਾਲੇ ਦਿਨਾਂ 'ਚ ਕੁਝ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਅੰਦੋਲਨ ਦੇ ਮੁੱਕਣ ਵੱਲ ਨੂੰ, ਜਾਂ ਹਾਲੇ ਲੰਬਾ ਚੱਲਣ ਦੇ ਕਿਹੋ ਜਿਹੇ ਅਸਾਰ ਤੁਹਾਨੂੰ ਜਾਪਦੇ? ਅਸੀਂ ਵੱਖ-ਵੱਖ ਲੀਡਰਾਂ ਨੂੰ ਮੈਨੇ ਇੰਟਰਵਿਊ ਵੀ ਮੈਂ ਕੀਤੀਆਂ, ਠੋਰ ਕੇ ਦੇਖਣ ਦੀ ਕੋਸ਼ਿਸ਼ ਕੀਤੀ। ਲੀਡਰ ਹਜੇ ਤੱਕ ਕਿਸਾਨੀ ਜਿਹੜੇ ਆ ਉਹ ਮੂੰਹੋਂ ਤਾਂ ਨਹੀਂ ਕੁਝ ਬੋਲਦੇ ਜੀ, ਪਰ ਜੋ ਸਾਡੇ ਸੋਰਸ ਇਹ ਕਹਿੰਦੇ ਆ ਵੀ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਦੇ ਅੰਦਰ ਖਲਬਲੀ ਮਚੀ ਹੋਈ ਆ। ਕਿਉਂਕਿ ਜੋਗੀ ਦਾ 3 ਦਿਨ JP ਨੱਡਾ ਨਾਲ ਮੁਲਾਕਾਤ ਕਰਨਾ, ਅਮਿਤ ਸ਼ਾਹ ਨਾਲ ਮੁਲਾਕਾਤ ਕਰਨਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਾ, ਇਹ ਸਾਰਾ ਹੀ ਉਸ ਨੀਤੀ ਦਾ ਹਿੱਸਾ ਆ ਜੀ। ਕਿਉਂਕਿ ਜੋਗੀ ਨੂੰ ਵੀ ਇਸ ਵੇਲੇ ਲੱਗਣ ਲੱਗ ਗਿਆ ਕਿ ਜਿਹੜੀ ਹੁਣ 2022 ਦੀ ਬੀਨ ਵਜਾਈ ਜਾਣੀ ਆ, ਤੇ ਉਹਨੂੰ ਲੱਗਦਾ ਨਹੀਂਗਾ ਵੀ ਜਿਹੜਾ BJP ਦੀ ਕੁਰਸੀ ਦਾ ਸੱਪ ਆ ਉਹ ਦੁਬਾਰਾ ਨਿਕਲਣ ਤੋਂ ਉਹਨੂੰ ਆਸ ਹੈ ਨਹੀਂਗੀ। ਜਿੰਨਾ ਚਿਰ ਅੰਦੋਲਨ ਚੱਲਦਾ ਇਹਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ। ਉਹਦਾ ਹੀ ਹਿੱਸਾ ਬਣ ਗਿਆ ਸਾਰਾ। ਚਾਹੇ ਆਪਾਂ ਪੰਜਾਬ ਦੇ ਲੀਡਰਾਂ ਦੀ ਵੀ ਗੱਲ ਕਰ ਲਈਏ ਤੇ ਇਹ ਇੱਦਾਂ BJP ਦੇ ਵਿੱਚ ਇਸ ਵੇਲੇ ਘਬਰਾਹਟ ਜ਼ਰੂਰ ਆ, ਪਰ ਹੁਣ ਉਹ ਕੋਈ ਐਗਜ਼ਿਟ ਵੇ ਲੱਭਦੇ ਆ ਵੀ ਸਾਨੂੰ ਕੋਈ ਰਾਸਤਾ ਲੱਭ ਜਵੇ ਜਿਹਦੇ ਨਾਲ ਜਿਹੜਾ ਸਾਡਾ ਡੈਮੇਜ ਹੋਇਆ ਹੈ, ਇੱਕ ਪੋਲੀਟੀਕਲ ਡੈਮੇਜ ਹੋਇਆ ਆ, ਵੀ ਉਹ ਅਸੀਂ ਡੈਮੇਜ ਕੰਟਰੋਲ ਕਰ ਲਈਏ। ਉਹ ਕਿੰਨਾ ਕੁ ਕਰ ਪਾਉਂਦੇ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ। ਪਰ ਫਿਰ ਵੀ ਕਿਤੇ ਨਾ ਕਿਤੇ ਚਾਹੇ ਪੰਜਾਬ ਦੇ ਲਾ ਲਈਏ, ਮਾਸਟਰ ਮੋਹਨ ਲਾਲ ਦਾ ਬਿਆਨ, ਜੋਸ਼ੀ ਜੀ ਦਾ ਬਿਆਨ, ਭੰਡਾਰੀ ਜੀ ਦਾ ਬਿਆਨ, ਮਦਨ ਮੋਹਨ ਮਿੱਤਲ ਦਾ ਬਿਆਨ, ਇਹ ਵੀ ਇੱਕ ਸਟ੍ਰੈਟਜੀ ਦਾ ਹਿੱਸਾ ਲੱਗ ਰਿਹਾ ਆ ਕਿ ਪਿਛਲੇ ਲੰਬੇ ਸਮੇਂ ਤੋਂ BJP ਵਾਲੇ ਪੰਜਾਬ ਦੇ ਲੀਡਰਾਂ ਦੇ ਮੂੰਹ ਸੀਂਤੇ ਹੋਏ ਸੀਗੇ, ਇੱਕ ਲਫ਼ਜ਼ ਨਹੀਂ ਸੀ ਬੋਲਦੇ। ਮੈਂ ਖੁਦ 1-2 ਲੀਡਰਾਂ ਦੇ ਨਾਲ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਵੀ ਇਹ ਕਿਹਾ ਵੀ ਬਿਲਗਾ ਜੀ ਵੀ ਕਿਸਾਨੀ ਅੰਦੋਲਨ ਤੇ ਕੋਈ ਗੱਲ ਨਹੀਂ ਕਰਨੀ, ਕਿਸੇ ਹੋਰ ਮੁੱਦੇ ਤੇ ਗੱਲ ਕਰਨੀ ਆ ਤਾਂ ਫਿਰ ਅਸੀਂ ਕਰ ਸਕਦੇ, ਸਾਨੂੰ ਪਾਰਟੀ ਨੇ ਮਨਾ ਕੀਤਾ। ਇਹ ਇੱਕਦਮ ਹੀ ਜਿੱਦਾਂ ਕਹਿ ਦਈਏ ਵੀ ਇਹ ਡੱਡੂ ਛਾਲਾਂ ਮਾਰ-ਮਾਰ ਕੇ ਬਾਹਰ ਆਉਣ ਲੱਗ ਪਏ ਜਿਹੜੇ ਇਸ ਵੇਲੇ ਕਿਸਾਨਾਂ ਦੇ ਹਿੱਤ 'ਚ ਆਉਣ ਲੱਗ ਪਏ ਆ। ਇਹਦੇ ਵਿੱਚ ਕਿਤੇ ਨਾ ਕਿਤੇ ਉਹ ਜਿਹੜੀ ਪਿਛਲੀ ਸਟ੍ਰੈਟਜੀ ਕੰਮ ਕਰਦੀ ਆ ਅੰਦੋਲਨ ਤੇ, ਕਿਤੇ ਨਾ ਕਿਤੇ ਸਰਕਾਰ ਨੂੰ ਸੋਚਣਾ ਪਊਗਾ ਜੀ। ਬਿਲਗਾ ਜੀ, ਇਹ ਤਾਂ ਸੀ ਕਿਸਾਨ ਅੰਦੋਲਨ ਜਿਵੇਂ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ, ਤੇ ਤੁਸੀਂ ਦਿੱਲੀ ਸੀ ਤੇ ਪਿੱਛੇ ਪੰਜਾਬ ਨੇ ਬੜਾ ਕੁਝ ਦੇਖਿਆ। ਇੱਥੇ ਕੁਝ ਨਵੀਆਂ ਸਾਂਝਾਂ ਪੈ ਗਈਆਂ ਤੇ ਸਾਂਝਾਂ ਤੋਂ ਬਾਅਦ ਜਿਨ੍ਹਾਂ ਦੀਆਂ ਸਾਂਝਾਂ ਹਾਲੇ ਕਿਤੇ ਨਹੀਂ ਪਈਆਂ, ਮੇਰੀ ਮੁਰਾਦ ਕਾਂਗਰਸ ਤੇ ਆਮ ਆਦਮੀ ਪਾਰਟੀ, ਉਹ ਵੀ ਹੁਣ ਸਿਆਸਤ ਦੇ ਵਿੱਚ ਥੋੜੀ ਸਰਗਰਮੀ ਦਿਖਾ ਰਹੇ ਨੇ। ਆਮ ਆਦਮੀ ਪਾਰਟੀ ਵੀ ਕੁਝ ਮੁੱਦਿਆਂ ਨੂੰ ਹਮੇਸ਼ਾ ਲੱਭ ਕੇ ਤੇ ਉਹਨਾਂ ਨੂੰ ਉਛਾਲਣ ਦਾ ਯਤਨ ਕਰਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦੇ ਸਿਰ ਤੇ ਇਲਜ਼ਾਮ ਕੋਈ ਨਹੀਂ, ਸਰਕਾਰ ਉਹਨਾਂ ਨੇ ਬਣਾਈ ਕੋਈ ਨਹੀਂ ਹਾਲੇ ਤੱਕ, ਤੇ ਉਹਨਾਂ ਲਈ ਨੈਗੇਟਿਵ ਹਾਲੇ ਤੱਕ ਕੁਝ ਨਹੀਂ। ਤੇ ਉਹਨਾਂ ਨੇ ਕੱਲ ਜਿਹੜੀ ਪਟਿਆਲੇ ਦੇ ਵਿੱਚ ਆਪਣੀ ਕਾਰਜਕਾਰੀ ਦਿਖਾਲੀ ਆ, ਉਹਦੇ 'ਚ ਕੀ ਹੋਇਆ ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਉਹਨਾਂ ਦੀ ਚਮਕ ਦਿਖ ਰਹੀ ਆ ਵਾਪਸੀ, ਜਾਂ ਪਿਛਲੀ ਵਾਰ ਵਾਲੇ ਹਾਲਾਤ ਰਹਿਣਗੇ ਜਾਂ ਘਟਣਗੇ?
ਇਹ ਜੀ ਸ਼ਰਮਾ ਜੀ ਗੱਲ ਇਸ ਤਰ੍ਹਾਂ ਵੀ ਆਪਾਂ 2017 ਦਾ ਜੇ ਮੁੱਢ ਦੇਖੀਏ ਜੀ 16 ਤੋਂ ਹੀ ਮੁੱਢ ਇਦਾਂ ਦਾ ਵੱਜਣਾ ਸ਼ੁਰੂ ਹੋ ਗਿਆ ਸੀ ਵੀ ਸੋਸ਼ਲ ਮੀਡੀਆ ਤੇ ਤਾਂ 100% ਇਹ ਲੱਗਦਾ ਸੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ 'ਚ ਆ ਰਹੀ ਆ 100% ਹੀ ਲੱਗਦਾ ਸੀ ਕਿ 100 ਸੀਟਾਂ 100 ਜਿੱਤੋਗੇ। ਸੀਟਾਂ ਹੀ ਜਿੱਤੂਗੀ ਇਦਾਂ ਵੀ ਇਹਨਾਂ ਦਾ ਸੀਗਾ ਵੀ ਨਾ ਅਬ ਕੀ ਵਾਰ 100 ਪਾਰ ਹੈ ਨਾ ਇਦਾਂ ਦੀ ਇਹਨਾਂ ਦਾ ਸੀਗਾ। ਪਰ ਹਾਲਾਤ ਇਦਾਂ ਦੇ ਪੈਦਾ ਹੋਏ, ਹਰ NRI ਨੇ ਵੀ ਇਹਨਾਂ ਦੀ ਬੜੀ ਮਦਦ ਕੀਤੀ, ਪੰਜਾਬੀਆਂ ਦੇ ਦਿਲ ਵਿੱਚ ਵੀ ਸੀਗਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਪਰ ਲਾਸਟ ਵਿੱਚ ਆਉਂਦਿਆਂ ਦਾ ਫਿਰ ਇਸ ਤਰ੍ਹਾਂ ਸੀਗਾ ਵੀ ਉਹ ਕਹਿੰਦੇ 100 ਅਸੀਂ ਜਿੱਤਾਂਗੇ ਜ਼ਰੂਰ, ਪਰ 100 ਦਾ 100 ਮੁੱਖ ਮੰਤਰੀ ਜਿੱਤਾਂਗੇ ਅਸੀਂ ਜੀ। ਉਹ ਫਿਰ 100 ਤਾਂ ਨਹੀਂ ਜਿੱਤ ਪਾਏ, ਉਹ ਫਿਰ 20 ਮੁੱਖ ਮੰਤਰੀ ਜਿੱਤੇ। ਉਹ ਫਿਰ 4 ਸਾਲਾਂ ਦੇ 20 ਦੇ ਵਿੱਚੋਂ ਫਿਰ ਮੁੜ ਕੇ ਹੌਲੀ ਹੌਲੀ 9 ਵੱਖਰੇ ਹੋਏ, 8 ਵੱਖਰੇ ਹੋਏ, 6 ਵੱਖਰੇ ਹੋਏ, ਹੁਣ ਤਾਂ ਕਹਿ ਦਈਏ ਵੀ ਉਹ ਸਾਰੇ ਜਿਹੜੇ ਆ ਖਿੱਲਰ ਪੱਤਰ ਗਏ। ਜੀ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੇ ਇਹਨਾਂ ਨੇ ਪਰਫਾਰਮ ਕੀਤਾ ਆ 4 ਸਾਲ ਦੀ ਇਸ ਕਾਰਜਕਾਰੀ 4.5 ਸਾਲ ਦੇ ਵਿੱਚ, ਲੋਕਾਂ ਦਾ ਭਰੋਸਾ ਵੱਜਣਾ ਹੈ ਤਾਂ ਬੜਾ ਮੁਸ਼ਕਲ ਆ। ਪਰ ਜੇ ਕਹੀਏ ਵੀ ਹੁਣ ਇਹਨਾਂ ਨੂੰ ਜਿਹੜੇ ਹੁਣ ਮੁੱਦੇ ਚੇਤੇ ਆਉਣ ਲੱਗ ਗਏ ਪੰਜਾਬ ਦੇ, ਇਹ ਜਿਹੜੇ ਮੁੱਦੇ ਚਾਹੇ ਕਾਂਗਰਸ ਨੂੰ ਯਾਦ ਆ ਰਹੇ, ਚਾਹੇ ਅਕਾਲੀ ਦਲ ਨੂੰ ਯਾਦ ਆ ਰਹੇ, ਚਾਹੇ ਇਹਨਾਂ ਨੂੰ ਆ ਰਿਹਾ BJP ਨੂੰ, ਚਾਹੇ ਆ ਰਹੇ ਆ ਆਮ ਆਦਮੀ ਪਾਰਟੀ ਨੂੰ। ਪਰ ਅਸੀਂ ਤਾਂ ਇਹ ਗੱਲਾਂ ਸੋਚਦੇ ਹਾਂ ਵੀ ਜੇ ਮੁੱਦੇ ਇਹਨਾਂ ਨੂੰ ਇਲੈਕਸ਼ਨਾਂ ਦੇ ਲਾਗੇ ਜਾ ਕੇ ਚੇਤੇ ਆਉਣੇ ਆ, ਫਿਰ ਤਾਂ 6 ਮਹੀਨੇ ਜਾਂ ਸਾਲ ਬਾਅਦ ਜ਼ਰੂਰ ਇਲੈਕਸ਼ਨ ਹੋ ਜਾਣੀ ਚਾਹੀਦੀ ਹੈ। ਘੱਟੋ ਘੱਟ ਲੋਕਾਂ ਦੀ ਗੱਲ ਤਾਂ ਕਿਤੇ ਮੁੱਦਾ ਤਾਂ ਕੋ ਆ ਜਾਇਆ ਕਰੂਗਾ ਜੀ। ਇਸ ਕਰਕੇ ਜਿਹੜੇ ਮੁੱਦੇ ਉਠਾ ਰਹੇ ਆ, ਇਹ ਨਰੋਲ 2022 ਦਾ ਜਿਹੜਾ ਪਿੜ ਬੰਨਿਆ ਜਾ ਰਿਹਾ, ਚਾਹੇ ਕਿ ਇਸ ਵੇਲੇ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਗੱਲਬਾਤ ਕਰ ਰਹੇ ਆ, ਚਾਹੇ ਉਹ ਇਸ ਵੇਲੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰ ਰਹੇ ਆ, ਮੁੱਦਾ ਚਾਹੇ ਉਹ ਕੋਈ ਵੀ ਉਠਾ ਲੈਣ, ਮੁੱਦਾ ਇਸ ਵੇਲੇ ਲੋਕਾਂ ਦਾ ਨਹੀਂ ਹੈਗਾ, ਮੁੱਦਾ 2022 ਦੀ ਇਲੈਕਸ਼ਨ ਦਾ ਆ। ਤੇ ਇਹਨਾਂ ਦੀ ਹੁਣ ਅਗਲੀ ਸਟ੍ਰੈਟਜੀ ਫਿਰ ਇਹਨਾਂ ਮੁੱਦਿਆਂ ਨੂੰ, ਤੁਹਾਡੀ ਗੱਲ ਠੀਕ ਹੈ ਕਿ ਮੁੱਦੇ ਜਿਹੜੇ ਆ ਉਹ ਚੋਣਾਂ ਦੇ ਲਈ ਨੇ, ਇਹਨਾਂ ਦੀ ਜਿਹੜੀ ਜਿੰਨੀ ਵੀ ਜ਼ੋਰ ਅਜਮਾਇਸ਼ ਆ ਉਹ ਇਸ ਕਰਕੇ ਆ ਕਿ ਲੋਕ ਸਾਨੂੰ ਚੰਗੇ ਸਮਝਣ, ਲੋਕ ਸਾਨੂੰ ਆਪਣੇ ਹਿਤੈਸ਼ੀ ਸਮਝਣ ਤੇ ਸਾਨੂੰ ਵੋਟਾਂ ਪਾ ਦੇਣ। ਪਰ ਗੱਲ ਇੱਕ ਹੋਰ ਵੀ ਆ ਬਿਲਕਾ ਸਾਹਿਬ, ਭਾਵੇਂ ਵੋਟਾਂ ਲਈ ਹੀ ਨੇ, ਮੁੱਦੇ ਚੁੱਕਣੇ ਤਾਂ ਪੈਣਗੇ, ਗੱਲ ਸਾਹਮਣੇ ਰੱਖਣੀ ਤਾਂ ਪਊਗੀ, ਚਾਹੇ ਉਹ ਮਹਿੰਗਾਈ ਦੀ ਆ, ਚਾਹੇ ਉਹ ਬੇਰੁਜ਼ਗਾਰੀ ਦੀ ਆ, ਚਾਹੇ ਜੋ ਵੀ ਉਹਨਾਂ ਨੇ ਕੱਲ ਗੱਲ ਕੀਤੀ। ਪਾਇਲ ਹਲਕੇ ਦੇ ਇੰਚਾਰਜ ਆ ਗਿਆਸਪੁਰਾ ਸਾਹਿਬ, ਜਿਹੜੇ ਕਿ ਪਹਿਲਾਂ ਜਿਹੜੇ ਬੈਂਸ ਬ੍ਰਦਰ ਵੱਲੋਂ ਉੱਥੋਂ MP ਦੀ ਇਲੈਕਸ਼ਨ ਵੀ ਲੜ ਹਟੇ ਆ। ਅੱਜ ਕੱਲ੍ਹ ਉਹ ਇਸ ਵੇਲੇ ਪਾਇਲ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਇੰਚਾਰਜ ਬਣਾਏ ਹੋਏ ਆ। ਉਹਨਾਂ ਨੇ ਇਸ ਵੇਲੇ ਉੱਥੇ ਮੁੱਖ ਮੰਤਰੀ ਦਾ ਘਰਾਓ ਵੀ ਕੀਤਾ ਘਰ ਦਾ। ਅਤੇ ਮਸਲਾ ਇੱਕ ਇਹ ਹੈਗਾ ਆ ਵੀ ਉਹ ਜਦੋਂ ਲੋਕਾਂ ਦੇ ਵਿੱਚ ਜਾਂਦੇ ਆ ਤੇ ਕਿਤੇ ਕਿਤੇ ਲੋਕਾਂ ਨੂੰ ਲੱਗਦੀ ਜ਼ਰੂਰ ਗੱਲ ਹੈ ਵੀ 4.5 ਸਾਲ ਕਿੱਥੇ ਸੁੱਤੇ ਰਹੇ ਜੀ। ਭਾਵੇਂ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ, ਉਹਨੀ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਆ, ਵਜ਼ੀਫੇ ਦੇ ਮੁੱਦਿਆਂ ਨੂੰ ਲੈ ਕੇ ਕਿਤੇ ਅੱਜ ਦੀ ਗੱਲ ਚੱਲ ਰਹੀ ਆ। ਇਸ ਗੱਲ ਚੱਲਦੀ ਨੂੰ ਤਾਂ 4.5 ਸਾਲ ਹੋ ਗਏ। ਬਿਲਕੁਲ। ਬੱਚਿਆਂ ਦੀ ਖੱਜਲ ਖੁਆਰੀ ਕਾਲਜਾਂ ਯੂਨੀਵਰਸਿਟੀਆਂ ਵਿੱਚ ਅਕਾਲੀ ਦਲ ਦੀ ਰਹਿੰਦੀ ਸਰਕਾਰ ਦਾ ਵੀ ਕੋਈ ਸਮਾਂ ਹੀ ਉਦੋਂ ਸ਼ੁਰੂ ਹੋ ਗਈ ਸੀ। ਬਿਲਕੁਲ। ਜਦੋਂ ਬੱਚਿਆਂ ਨੂੰ ਕਾਲਜਾਂ ਯੂਨੀਵਰਸਿਟੀਆਂ ਵਾਲੇ ਜਲੀਲ ਕਰਦੇ ਸੀਗੇ ਵੀ ਤੁਹਾਡੀ ਜਿਹੜੀ ਸਕਾਲਰਸ਼ਿਪ ਆਉਣੀ ਬੰਦ ਹੋ ਗਈ ਆ, ਉਸ ਤੋਂ ਬਾਅਦ ਆਪਣੀ ਸਰਕਾਰ ਬਦਲ ਕੇ ਕੈਪਟਨ ਸਾਹਿਬ ਦੀ ਆ ਗਈ ਜੀ। ਉਹਦੇ ਵਿੱਚ ਵੀ ਕੀ ਕੁਝ ਹੋਇਆ ਆ, ਸਾਧੂ ਸਿੰਘ ਧਰਮਸੋਤ ਤੇ ਕਿੱਡੇ ਵੱਡੇ ਦੋਸ਼ ਲੱਗੇ ਆ, ਹਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਵੀ ਇਹ ਗੱਲ ਜਿਹੜੀ ਉੱਡੀ ਸੀ ਇਹ ਸਹੀ ਸੀ ਜਾਂ ਗਲਤ ਸੀਗੀ। ਇੱਕ CM ਨੇ ਕਹਿਤਾ ਜੀ ਨਹੀਂ ਜੀ ਉਹ ਕਲੀਨ ਚਿੱਟ ਦੇਤੀ ਜੀ, ਸਾਧੂ ਸਿੰਘ ਧਰਮ ਸਿੰਘ ਦਾ ਕੋਈ ਕਸੂਰ ਨਹੀਂਗਾ, ਕੋਈ ਜਾਂਚ ਨਹੀਂ, ਕੋਈ ਇਨਕੁਆਰੀ ਨਹੀਂ। ਅਕਸਰ ਨੂੰ ਲੋਕਾਂ ਦੇ ਬੱਚਿਆਂ ਦਾ ਭਵਿੱਖ ਸੀਗਾ। ਜੇ ਉਹ ਜਿਹੜੇ ਆਏ ਸੀ ਵਜ਼ੀਫੇ ਜੇ ਸਹੀ ਢੰਗ ਨਾਲ ਵੰਡੇ ਗਏ ਆ, ਚਹੇਤੇ ਕਾਲਜਾਂ ਯੂਨੀਵਰਸਿਟੀਆਂ ਨੂੰ ਨਹੀਂ ਦਿੱਤੇ ਗਏ, ਤੇ ਲੋਕਾਂ ਦੇ ਵਿੱਚ ਇੱਕ ਚੀਜ਼ ਜਾਰੀ ਹੋਣੀ ਚਾਹੀਦੀ ਸੀ, ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਸੀਗਾ। ਇਸ ਮੁੱਦਿਆਂ ਨੂੰ ਲੈ ਕੇ ਉਹ ਕਰ ਰਹੇ ਆ। ਪਰ ਇਹ ਮੁੱਦਾ ਜਿਹੜਾ ਵਜ਼ੀਫੇ ਦਾ ਜੇ ਉਠਾਇਆ ਤਾਂ ਨਹੀਂ, ਬਹੁਤ ਵਧੀਆ ਗੱਲ ਆ। ਪਰ ਗੱਲ ਇਹ ਹੈਗੀ ਆ ਵੀ ਇਲੈਕਸ਼ਨਾਂ ਆਈਆਂ ਦੇਖ ਇਹ ਮੁੱਦੇ ਕਿਉਂ ਉੱਠੇ ਆ। ਮੁੱਦਾ ਤੇ ਇਹ ਵਜ਼ੀਫੇ ਦਾ 4-5 ਸਾਲ ਤੋਂ ਚੱਲ ਰਿਹਾ ਜੀ। ਕੁਝ ਖਾਸ ਵਿਦਿਆਰਥੀਆਂ ਨੂੰ ਜਿਹੜੀ ਸਰਕਾਰ ਪੜ੍ਹਾਈ ਫ੍ਰੀ ਕਰਾਉਂਦੀ, ਉਹਦੇ ਲਈ ਜਿਹੜੇ ਗ੍ਰਾਂਟ ਜਾਰੀ ਹੁੰਦੀ ਉਹਨੂੰ ਲੈ ਕੇ ਉਹਨਾਂ ਨੇ ਇਹਦੀ ਗੱਲ ਕੀਤੀ ਆ। ਪਰ ਤੁਹਾਡੀ ਗੱਲ ਠੀਕ ਹੈ ਕਿ ਬਹੁਤ ਸਮੇਂ ਤੋਂ ਇਹ ਗੱਲ ਸੁਣੀ ਨਹੀਂ ਜਾ ਰਹੀ, ਤੇ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਵੀ ਤੇ ਵਿਧਾਨ ਸਭਾ ਤੋਂ ਬਾਹਰ ਵੀ ਆਦਮਪੁਰ ਤੋਂ ਜਿਹੜੇ ਵਿਧਾਇਕ ਨੇ ਪਵਨ ਕੁਮਾਰ ਟੀਨੂ ਜੀ, ਉਹਨਾਂ ਨੇ ਵੀ ਬਹੁਤ ਵਾਰ ਉਠਾਇਆ। ਕਰਦੇ ਹਾਂ ਇਸੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਇੱਕ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਬਿਲਗਾ ਸਾਹਿਬ, ਅਸੀਂ ਗੱਲ ਕੀਤੀ ਪੰਜਾਬ ਦੀਆਂ ਰਾਜਸੀ ਪਾਰਟੀਆਂ ਬਹੁਤ ਐਕਟਿਵ ਹੋਈਆਂ ਜੀ, ਤੇ ਇਸ ਦੇ ਨਾਲ ਦੀ ਨਾਲ ਬਹੁਤ ਸਾਰੇ ਲੀਡਰ ਇਹੋ ਜਿਹੇ ਨੇ ਜਿਹੜੇ ਜਦੋਂ ਮੂੰਹੋਂ ਬੋਲਦੇ ਨੇ ਕੁਝ ਨਾ ਕੁਝ ਅਜਿਹਾ ਬੋਲਦੇ ਨੇ ਜੇ ਹੋਰ ਕੁਝ ਕਰਨ ਨਾ ਕਰਨ ਵਿਵਾਦ ਦਾ ਕਾਰਨ ਜ਼ਰੂਰ ਬਣ ਜਾਣਗੇ ਜੀ। ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋ ਜਾਂਦਾ ਤੇ ਪੰਜਾਬ ਦੇ ਇੱਕ MP ਜਿਨ੍ਹਾਂ ਦੇ ਦਾਦਾ ਜੀ ਕਦੇ ਪੰਜਾਬ 'ਚ ਮੁੱਖ ਮੰਤਰੀ ਰਹੇ, ਉਹਨਾਂ ਨੇ ਬਿਆਨ ਦਿੱਤਾ ਤੇ ਉਹ ਬੜਾ ਹਾਸੋਹੀਣਾ ਸੀ, ਅਜੀਬ ਸੀ। ਅਸੀਂ ਉਹਨਾਂ ਦੀ ਗੱਲ ਨਹੀਂ ਸੀ ਕੀਤੀ, ਪਰ ਅਗਲੇ ਦਿਨ ਫਿਰ ਉਹੀ ਜਿੱਦਾਂ ਲੀਡਰ ਕਹਿੰਦੇ ਨੇ ਪੱਕਾ ਬਿਆਨ ਤੋਂ ਪਿੱਛਾ ਛਡਾਉਣ ਦਾ ਪੱਕਾ ਕਹਾਣੀ ਹੁੰਦੀ ਆ, ਪੱਕਾ ਰਟਿਆ ਡਾਇਲੋਗ ਆ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਜੋ ਕਹਿਣਾ ਚਾਹ ਰਿਹਾ ਸੀ ਉਹ ਇਹ ਨਹੀਂ ਸੀ ਤੇ ਉਹ ਸੀ। ਕੀ ਕਹਿਣਾ ਚਾਹੋਗੇ ਤੁਸੀਂ? ਸ਼ਰਮਾ ਜੀ, ਉਹ ਸਿਆਣੇ ਨਹੀਂ ਕਹਿੰਦੇ ਹੁੰਦੇ ਵੀ ਜੀਭ ਦੇ ਵਿੱਚ ਭਾਵੇਂ ਹੱਡੀ ਕੋ ਹੈ ਨਹੀਂ, ਪਰ ਜਦੋਂ ਇਹ ਕਿਤੇ ਆਪਣਾ ਰੰਗ ਦਿਖਾਉਂਦੀ ਆ ਨਾ ਤੇ ਹੱਡੀਆਂ ਤਰਾ ਜ਼ਰੂਰ ਦਿੰਦੀ ਆ। ਬਿਲਕੁਲ। ਇਹ ਤਾਂ ਛੋਟਾ ਜਿਹਾ ਇੱਕ ਉਦਾਹਰਨ ਜਿਹੜੀ ਸੀਗੀ, ਉਹ ਸ਼੍ਰੀ ਗੁਰੂ ਤੇਗ ਬਹਾਦਰ ਪਾਰਕ ਸਿੰਘੂ ਬਾਰਡਰ ਤੇ ਵੀ ਇੱਕ ਕਿਸਾਨ ਕਨਵੈਨਸ਼ਨ ਹੋਈ ਸੀ, ਉੱਥੇ ਵੀ ਇੱਕ ਟ੍ਰੇਲਰ ਮਿਲਿਆ ਸੀਗਾ ਇੱਦਾਂ ਦੀ ਜ਼ੁਬਾਨ ਦਾ ਹੀ। ਇਹ ਜਿਹੜਾ ਰਵਨੀਤ ਸਿੰਘ ਬਿੱਟੂ ਨੇ ਬਿਆਨ ਦਿੱਤਾ ਆ, ਲੋਕ ਸਭਾ ਮੈਂਬਰ ਆ, ਨੁਮਾਇੰਦੇ ਆ। ਬਿਲਕੁਲ। ਇਹ ਬਿਆਨ ਜਿਹੜਾ ਉਹਨਾਂ ਨੂੰ ਬਹੁਤ ਸੋਚ ਸਮਝ ਕੇ ਦੇਣਾ ਚਾਹੀਦਾ ਸੀਗਾ
ਕਿਉਂਕਿ ਇਸ ਬਿਆਨ ਦਾ ਜਿਹੜਾ ਮਤਲਬ ਹੈ ਲੋਕਾਂ ਨੇ ਸਮਝਿਆ ਆ ਜਾਂ ਦੂਜੀਆਂ ਪਾਰਟੀਆਂ ਨੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਚਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਚੀਜ਼ ਦਾ ਬਿੱਟੂ ਕੋਈ ਨਿਆਣਾ ਲੀਡਰ ਨਹੀਂ ਹੈਗਾ, 2-3 ਵਾਰੀ MP ਬਣਿਆ ਹੋਇਆ ਆ ਔਰ ਉਸ ਫੈਮਿਲੀ ਵਿੱਚੋਂ ਜਿਹਦੇ ਦਾਦੇ ਵੀ ਬਾਪ ਵੀ ਸਾਰੇ ਇਸ ਪੋਲੀਟੀਕਲ ਲਾਈਨ 'ਚੋਂ ਔਰ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਰਹੇ ਆ। ਉਹਨਾਂ ਦਾ ਕਹਿਣ ਇਹ ਸੀਗਾ ਵੀ ਜਿਹੜੀਆਂ ਦੋ ਪਵਿੱਤਰ ਥਾਂ ਸ਼੍ਰੀ ਚਮਕੌਰ ਸਾਹਿਬ ਤੇ ਸ਼੍ਰੀ ਅਨੰਦਪੁਰ ਸਾਹਿਬ ਹੈ ਵੀ ਉਹ ਅਕਾਲੀ ਦਲ ਨੇ ਬਸਪਾ ਦੇ ਹਿੱਸੇ ਪਾਤੀਆਂ, ਜਿਹੜੀਆਂ ਪਵਿੱਤਰ ਸੀਟਾਂ ਸੀ ਜੀ। ਜੇ ਤਾਂ ਹੁਣ ਦੂਜੀ ਧਿਰ ਨੇ ਜਦੋਂ ਇਸ ਬਿਆਨ ਨੂੰ ਦੇਖਣਾ, ਉਹਨੇ ਮਤਲਬ ਤਾਂ ਇਹ ਕੱਢਣਾ ਵੀ BSP ਨੂੰ ਦੇਣਾ ਕਿੱਦਾਂ ਪਵਿੱਤਰ ਹੋ ਗਈਆਂ, ਵੀ ਜਿਹੜੀਆਂ ਚੀਜ਼ਾਂ ਇਹ ਸਾਡੇ ਤੱਕ ਹਜੇ ਤੱਕ ਵੀ ਜਾਤ ਪਾਤ ਵਾਲੀਆਂ ਵੀ ਸਾਡੇ ਚੋਂ ਇਹ ਨਿਕਲ ਕਿਉਂ ਨਹੀਂ ਰਹੀਆਂ। ਬਿਲਕੁਲ ਇਹ ਚੀਜ਼ ਦਾ ਜੇ ਉਹਨੂੰ ਬਿਆਨ ਦਿੱਤਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਲੋਕਾਂ ਨੇ ਮਤਲਬ ਕੀ ਕੱਢਣਾ। ਭਾਵੇਂ ਕਿ ਜੇ ਆਪਾਂ ਐਨਾਲਾਈਜ਼ ਕਰੀਏ ਬਿਆਨ ਨੂੰ ਤਾਂ ਉਹਦਾ ਮਕਸਦ ਇਹ ਕਹਿਣ ਦਾ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੋ ਕੇ ਵੀ ਇਹ ਜਿਹੜੇ ਬਹੁਤ ਵੱਡੇ ਹਲਕੇ ਸੀ ਦੋਨੇ, ਵੀ ਇਹ ਅਕਾਲੀ ਦਲ ਨੂੰ ਆਪਣੇ ਕੋਲ ਰੱਖ ਲੈਣੇ ਚਾਹੀਦੇ ਸੀ। ਮਤਲਬ ਇੱਦਾਂ ਵੀ ਕਿਹਾ ਜਾ ਸਕਦਾ ਸੀ, ਗੱਲ ਬਣਦੀ ਵੀ ਇੱਦਾਂ ਸੀ, ਪਰ ਉਹਨੇ ਕਹਿੰਦੇ ਨਹੀਂ ਹੁੰਦੇ ਵੀ ਉਹ ਜਿਹਦਾ ਕਿਹਾ ਤੇ ਕਹਿਣ ਦੇ ਵਿੱਚ ਜਿਹੜਾ ਫਰਕ ਆਇਆ ਆ। ਹੁਣ ਉਹ ਚਾਹੇ ਆਪਣੇ ਬਿਆਨ ਨੂੰ ਕਹੇ ਮੈਨੂੰ ਤੋੜ ਮਰੋੜ ਕੇ ਕੀਤਾ ਜਾਂ ਕੁਛ ਕੀਤਾ, ਪਰ ਬਿਆਨ ਦੇਣ ਤੋਂ ਪਹਿਲਾਂ ਰਵਨੀਤ ਬਿੱਟੂ ਨੂੰ 100 ਵਾਰੀ ਸੋਚਣਾ ਚਾਹੀਦਾ ਸੀਗਾ ਵੀ ਇਹ ਪਵਿੱਤਰ ਜਾਂ ਅਪਵਿੱਤਰ ਕਿੱਦਾਂ ਹੋ ਸਕਦੇ ਆ। ਸ਼ਹਿਰ ਹਲਕਾ ਜਾਂ ਉਸ ਧਾਰਮਿਕ ਸਥਾਨਾਂ ਜਿਹੜੀਆਂ ਧਾਰਮਿਕ ਗੁਰਦੁਆਰਾ ਸਾਹਿਬ ਜੁੜੇ ਆ, ਦੋਨੇ ਵੱਡੇ ਤਖਤ ਮਤਲਬ ਜਿਹੜਾ ਅਨੰਦਪੁਰ ਸਾਹਿਬ ਵੀ ਤਖਤ ਆ ਤੇ ਚਮਕੌਰ ਸਾਹਿਬ ਵੀ ਸ਼ਹੀਦਾਂ ਦੇ ਨਾਲ ਜੁੜਿਆ ਹੋਇਆ ਸਾਡਾ ਵਿਰਾਸਤ ਆ। ਬਿੱਟੂ ਨੇ ਬਿਆਨ ਜਿਹੜਾ ਬੜਾ ਵਿਚਕਾਨਾ ਦਿੱਤਾ। ਹੁਣ ਉਹ 'ਚ ਉਹ ਕੋਈ ਵੀ ਮਰਜ਼ੀ ਇਸ ਗੱਲ 'ਤੇ ਸਪਸ਼ਟੀਕਰਨ ਦੇਵੇ, ਪਰ ਇਸ ਬਿਆਨ ਨੂੰ ਕਿਸੇ ਵੀ ਚੰਗੇ ਬੰਦੇ ਨੇ ਇਸ ਗੱਲ ਦਾ ਮਤਲਬ ਵਧੀਆ ਨਹੀਂ ਸਮਝਿਆ। ਇਹ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਸੀ। ਰਵਨੀਤ ਬਿੱਟੂ ਬੜਾ ਸਿਆਣਾ ਲੀਡਰ ਆ, ਪਰ ਜਦੋਂ ਵੀ ਕਹਿੰਦੇ ਹੁੰਦੇ ਆ ਵੀ ਉਹ ਸਿਆਣਪ ਬੰਦੇ ਦੀ ਕਿਤੇ ਨਾ ਕਿਤੇ ਗੋਤਾ ਖਾਂਦੀ ਆ, ਤੇ ਫਿਰ ਬਿਆਨ ਇੱਦਾਂ ਦੇ ਆਉਂਦੇ ਆ ਤਾਂ ਬਿਆਨਾਂ 'ਤੇ ਜਿਹੜਾ ਰਿਐਕਸ਼ਨ ਆ ਲੋਕਾਂ ਦਾ ਉਹ ਚੰਗਾ ਨਹੀਂ ਪਾਇਆ ਗਿਆ ਜੀ। ਉਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਸਪਸ਼ਟ ਨਹੀਂ ਹੈਗੀ ਇਸ ਬਿਆਨ ਨੂੰ ਲੈ ਕੇ। ਜੋ ਵੀ ਉਹਨਾਂ ਨੇ ਕਿਹਾ ਉਹ ਬਿਲਕੁਲ ਵੀ ਸਹੀ ਨਹੀਂ ਭਾਸਦਾ ਕਿਸੇ ਵੀ ਐਂਗਲ ਤੋਂ। ਜੀ ਜੀ ਜੇ ਸੀਟਾਂ ਪਵਿੱਤਰ ਦੀ ਗੱਲ ਕਰੀਏ ਤੇ ਹਰ ਹਲਕੇ 'ਚ ਗੁਰਦੁਆਰੇ ਮੰਦਿਰ ਮਸਜਿਦ ਮਸੀਤਾਂ ਹੈ ਤੇ ਕੋਈ ਵੀ ਪੰਜਾਬ ਦਾ ਕਿਸੇ ਵੀ ਹਲਕੇ ਨੂੰ ਤੁਸੀਂ 2 ਹਲਕਿਆਂ ਨੂੰ ਪਵਿੱਤਰ ਕਹਿ ਕੇ ਤੇ ਤਾਂ ਮਤਲਬ ਤੁਸੀਂ 115 ਨੂੰ ਪਵਿੱਤਰ ਦੱਸਦੇ ਹੋ। ਇਹੀ ਗੱਲ ਆ ਨਾ। ਹੁਣ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਆ, ਸੁਲਤਾਨਪੁਰ ਲੋਧੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਗਾਹ, ਆਪਾਂ ਚਲੋ ਉਹਨਾਂ ਨੂੰ ਪਵਿੱਤਰ ਥਾਂ ਮੰਨਦੇ ਆ। ਹੁਣ ਜ਼ਰੂਰੀ ਥੋੜ੍ਹੋ ਵੀ ਉੱਥੋਂ ਜਿਹੜਾ ਇਲੈਕਸ਼ਨ ਲੜਨ ਵਾਲਾ ਆ ਉਹ ਬੰਦੇ ਦਾ ਕੋਈ ਕ੍ਰਾਈਟੇਰੀਆ ਜਾਂ ਪਾਰਟੀ ਦਾ ਕ੍ਰਾਈਟੇਰੀਆ ਚਾਹੀਦਾ ਵੀ ਪਾਰਟੀ ਪਵਿੱਤਰ ਆ ਕਿ ਜਾਂ ਪਵਿੱਤਰ ਆ। ਤੁਸੀਂ ਮਤਲਬ ਉਹਦਾ ਕਹਿਣ ਦਾ ਮਕਸਦ ਤਾਂ ਇੱਕ ਸੀ ਵੀ ਜਿਹੜੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਉਹ ਪਵਿੱਤਰ ਆ, ਜਿਹਨੂੰ ਉਹਨੇ ਸੀਟ ਛੱਡੀ ਆ BSP ਨੂੰ ਉਹ ਪਵਿੱਤਰ ਆ ਜੀ। ਦੇਖੋ ਤੁਸੀਂ ਦੂਜੀਆਂ ਪਾਰਟੀਆਂ ਦੇ ਉੱਤੇ ਤਰਕ ਕਰਦੇ ਆ, ਤੁਹਾਡਾ ਪੋਲੀਟੀਕਲ ਬਣਦਾ ਆ, ਪਰ ਆਪਣੇ ਝੱਗੇ ਜਾਂ ਆਪਣੇ ਕਹਿੰਦੇ ਹੁੰਦੇ ਉਹ ਪੀੜੀ ਥੱਲੇ ਸੋਟਾ ਫੇਰ ਕੇ ਵੀ ਦੇਖੋ ਨਾ। 6 ਮਹੀਨੇ ਹੋ ਗਏ ਤੁਸੀਂ ਕਿਹੜੀਆਂ ਗੱਲਾਂ ਤੋਂ ਆਪਣਾ ਖਲਜਗਣ ਪਾ ਕੇ ਬੈਠੇ ਆ। ਕੱਲੀ ਤੁਹਾਡਾ MP MLA ਦਿੱਲੀ ਪੇਸ਼ ਹੋਣ ਡਿਆ ਜਾ ਕੇ, ਕੱਲੇ MLA ਦਾ ਤੁਹਾਡੇ ਹਲਕਿਆਂ ਵਿੱਚ ਰੌਲਾ ਪਿਆ ਹੋਇਆ ਹੈ। ਤੁਸੀਂ ਆਪਣਾ ਕਿਸੇ ਨੂੰ ਸਲਾਹਾਂ ਦੇਣ ਦੀ ਬਜਾਏ ਕਿਸੇ ਦੇ ਗੱਠ ਜੋੜ ਤੇ ਕਮੈਂਟ ਕਰਨ ਤੋਂ ਪਹਿਲਾਂ ਆਪਣਾ ਤਾਂ ਦੇਖ ਲਓ ਨਾ। ਕਦੀ ਤੁਹਾਡੀਆਂ ਕਿਸੇ MLA ਦੇ ਘਰ ਮੀਟਿੰਗਾਂ ਹੁੰਦੀਆਂ, ਕਦੀ ਤੁਹਾਡਾ ਲੀਡਰ ਕੋਈ ਵੀ ਟਵੀਟ ਕਰਦਾ, ਕਦੀ ਕੋਈ ਬਿਆਨ ਦਿੰਦਾ ਆ। ਮਤਲਬ ਕਹਿਣ ਦਾ ਵੀ ਜਿੰਨਾ ਰਵਨੀਤ ਬਿੱਟੂ ਨੂੰ ਦੂਜੀਆਂ ਪਾਰਟੀਆਂ ਤੇ ਕਮੈਂਟ ਕਰਨ ਤੇ ਜ਼ੋਰ ਲਾਉਂਦਾ ਆ, ਉਹਨਾਂ ਰਵਨੀਤ ਬਿੱਟੂ ਹੁਣੀ ਕਿਤੇ ਆਪਣੀ ਪਾਰਟੀ ਨੂੰ ਹੱਲ ਕਰਨ ਲਈ, ਆਪਣੇ ਮਸਲਿਆਂ ਨੂੰ ਹੱਲ ਕਰਨ ਲਈ, ਜਿਹੜਾ ਆਪਣਾ ਕਾਟੋ ਕਲੇਸ਼ ਆ ਉਹਨੂੰ ਖਤਮ ਕਰਨ ਲਈ ਇੰਨਾ ਜ਼ੋਰ ਲਾਉਣ। ਤੇ ਜਿਹੜੇ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਲੋਕਾਂ ਦੇ ਵਿੱਚ ਧਾਰਨਾ ਬਣ ਗਈ ਸੀ, ਆਪਾਂ ਕਹਿੰਦੇ ਨਾ ਰਾਜਨੀਤੀ ਪਰਸੈਪਸ਼ਨ ਤੇ ਚੱਲਦੀ ਆ। ਜਦੋਂ ਆਪਣੀਆਂ ਲੋਕਲ ਗੌਰਮੈਂਟ ਦੀਆਂ, ਲੋਕਲ ਬੋਡੀ ਦੀਆਂ, ਕਾਰਪੋਰੇਸ਼ਨਾਂ ਦੀਆਂ, ਕੌਂਸਲਾਂ ਦੀਆਂ ਚੋਣਾਂ ਹੋ ਕੇ ਹਟੀਆਂ, ਉਸ ਵੇਲੇ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਪਰਸੈਪਸ਼ਨ ਬਣ ਗਈ ਸੀ ਵੀ 2022 ਚ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੁਬਾਰਾ ਜਿੱਤ ਕੇ ਆ ਸਕਦੀ ਆ। ਤੇ ਦੇਖ ਲਓ 3 ਮਹੀਨੇ ਸਮਾਂ ਕੀ ਬਦਲਿਆ। ਲੀਡਰ ਇਹਨਾਂ ਦੇ ਫਸ ਪਿਆ ਆਪਸ ਵਿੱਚ ਹੀ। ਕੈਪਟਨ ਕਹਿੰਦਾ ਮੈਂ ਸਿੱਧੂ ਨੂੰ ਨਹੀਂ ਜਾਣਦਾ ਤੇ ਸਿੱਧੂ ਕਹਿੰਦਾ ਮੈਂ ਤੈਨੂੰ ਕੱਖ ਨਹੀਂ ਜਾਣਦਾ। ਲੜਾਈ ਦਿੱਲੀ ਤੱਕ ਪਹੁੰਚੀ ਹੋਈ ਆ। ਉਹ ਲੜਾਈ ਹਜੇ ਸਮਾਪਤ ਹੋਣ ਨਹੀਂ ਰਹੀ। ਮੂਹਰੇ ਆਉਣ ਵਾਲੀ ਜਿਹੜੀ ਇਹਨਾਂ ਦੀ ਬਣੀ ਬਣਾਈ ਗੌਰਮੈਂਟ ਜਿਹੜੀ ਆ, ਇਹਨੀ ਥਾਲੀ 'ਚ ਪਾ ਕੇ ਦੂਜੀਆਂ ਪਾਰਟੀਆਂ ਨੂੰ ਦੇ ਦੇਣੀ ਆ। ਆਪਣੇ ਮਸਲੇ ਹੱਲ ਨਹੀਂ ਹੋ ਰਹੇ, ਦੂਜੇ ਪਾਰਟੀਆਂ ਦੇ ਉੱਤੇ ਕਮੈਂਟ ਕੀਤੇ ਜਾ ਰਹੇ ਆ। ਇਹ ਰਵਨੀਤ ਬਿੱਟੂ ਦਾ ਮੈਂ ਬਿਆਨ ਜਿਹੜਾ ਵਿਚਕਾਨਾ ਮੰਨਦਾ। ਰਾਜਸੀ ਧਿਰਾਂ ਜਿਹੜੀਆਂ ਆ ਉਹ ਦੂਸਰੀ ਪਾਰਟੀਆਂ ਜਿਨ੍ਹਾਂ ਨੂੰ ਕਮਜ਼ੋਰ ਮੰਨਦੇ ਸੀ ਉਹ ਅਲਾਈਅੰਸ ਕਰਕੇ ਤੇ ਤਕੜੀਆਂ ਲੱਗਣ ਲੱਗ ਪਈਆਂ ਤੇ ਇਹ ਫਿਰ ਹਾਲੇ ਉੱਥੇ ਹੀ ਫਸੇ ਹੋਏ ਨੇ। ਸੋਚਾਂ 'ਚ ਤਾਂ ਪਾਤੇ ਆ ਜੀ ਇਹ, ਚਾਹੇ ਉਹ ਗੱਠਜੋੜ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ। ਕਿਉਂਕਿ ਹੁਣ 1996 ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਨਾ ਤਾਂ BSP ਵਿੱਚ ਰਹਿ ਗਈਆਂ ਤੇ ਨਾ ਅਕਾਲੀ ਦਲ ਕੋਲ, ਪਰ ਉਹ ਜਿਹੜਾ ਗੱਠਜੋੜ ਹੋਇਆ ਆ ਉਹਨਾਂ ਜਿਹੜੇ ਬੁੱਧੀਜੀਵੀ ਜਾਂ ਚਿੰਤਕ ਆ ਜਾਂ ਦੂਜੀਆਂ ਪਾਰਟੀਆਂ ਦੇ ਇੱਕ ਵਾਰੀ ਉਹਨਾਂ ਨੇ ਨੋਕ ਜ਼ਰੂਰ ਕਰਦਾ ਤਾਂ ਸੋਚਣ ਤੇ ਜ਼ਰੂਰ ਲਾ ਦਿੱਤੇ। ਬਿਲਗਾ ਸਾਹਿਬ, ਅਗਲੀ ਗੱਲ ਕਰੀਏ ਤੇ ਪੰਜਾਬ ਵਿੱਚ ਇੱਕ ਹੋਰ ਬੜੀ ਪਹਿਲੇ ਲੰਬੇ ਸਮੇਂ ਤੋਂ ਇੱਕ ਮੁੱਦੇ ਨੇ ਸਾਰੇ ਪੰਜਾਬ ਨੂੰ ਚਿੰਤਾ 'ਚ ਪਾਇਆ ਹੋਇਆ, ਬੇਅਦਬੀ ਦਾ ਮਾਮਲਾ ਜੀ। ਉਹਦੇ ਵਿੱਚ ਸਿੱਟ ਬਣੀ ਸੀ, ਉਹ ਸਿੱਟ ਹਾਈ ਕੋਰਟ ਵੱਲੋਂ ਖਾਰਜ ਹੋ ਗਈ, ਨਵੀਂ ਸਿੱਟ ਬਣੀ ਤੇ ਨਵੀਂ ਸਿੱਟ ਨੇ ਫਿਰ ਜਿੰਨੇ ਉਹਦੇ 'ਚ ਉਸ ਧਿਰ ਦੇ ਵਿੱਚ, ਉਸ ਸਮੱਸਿਆ ਦੇ ਵਿੱਚ ਲੋੜੀਂਦੀਆਂ ਧਿਰਾਂ ਸੀ ਉਹਨਾਂ ਨੂੰ ਸੱਦਣਾ ਸ਼ੁਰੂ ਕੀਤਾ ਤੇ ਮੁਲਾਕਾਤਾਂ, ਮੀਟਿੰਗਸ ਤੇ ਪੁੱਛਗਿੱਛ ਜਿਹੜੀ ਉਹ ਜਾਰੀ ਸੀ। ਮੁੱਖ ਮੰਤਰੀ ਸਾਬਕਾ ਨੂੰ ਸੱਦਿਆ ਗਿਆ ਸੀ ਤੇ ਉਹਨਾਂ ਨੇ ਸਿਹਤ ਦੇ ਹਵਾਲੇ ਦੇ ਕੇ ਉਸ ਮੀਟਿੰਗ ਦੇ ਵਿੱਚ ਜਾਣ ਤੋਂ, ਉਸ ਪੁੱਛਗਿੱਛ ਵਿੱਚ ਸ਼ਾਮਲ ਹੋਣ ਤੋਂ ਹਾਲ ਦੀ ਘੜੀ ਨਾ ਕਰ ਦਿੱਤੀ ਹੈ।
ਕੀ ਦੇਖਦੇ ਹੋ ਤੁਸੀਂ? ਸ਼ਰਮਾ ਜੀ, ਮੰਦਭਾਗਾ ਉਹ ਸਮਾਂ ਸੀ 2015 ਦਾ, ਜਦੋਂ ਇਹ ਘਟਨਾਵਾਂ ਵਾਪਰਦੀਆਂ ਆ। ਜੀ। ਬਣਦਾ ਤਾਂ ਕੀ ਸੀ, ਜਿੱਥੇ ਅੱਜ ਕਹਿ ਰਿਹਾ ਜੀ ਸਿਹਤ ਨਸਾਜ ਆ ਜਾਂ ਸਿਹਤ ਠੀਕ ਨਹੀਂ ਹੈਗੀ, ਅਸੀਂ ਆ ਨਹੀਂ ਸਕਦੇ। ਬਣਦਾ ਤਾਂ ਇਹ ਸੀ ਵੀ ਉਸ ਵੇਲੇ ਇਹਨਾਂ ਦੀ ਆਪਣੀ ਗੌਰਮੈਂਟ ਸੀ, ਸਿੱਖ ਲੈਵਲ ਦੇ ਨਾਲ ਜਿੱਤੇ ਹੋਏ ਸੀ, ਇੱਕ ਲੈਵਲ ਪੱਟੀ ਲੱਗੀ ਵੀ ਅਕਾਲੀ ਦਲ ਜਿਹੜੀ ਆ ਸਿੱਖਾਂ ਦੀ ਨੁਮਾਇੰਦਾ ਪਾਰਟੀ ਆ, ਜਾਂ ਸਿੱਖਾਂ ਦਾ ਕਹਿ ਸਕਦੇ ਸਿੱਖਾਂ ਨੂੰ ਅੱਗੇ ਰਿਪਰੈਜ਼ੈਂਟੇਟ ਕਰਦੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਸੀ, ਸਿੱਖਾਂ ਦੀ ਪਾਰਟੀ ਸੀ, ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਦਲ ਨੇ ਹੁਣ ਉਹਨੂੰ ਪੰਜਾਬੀ ਪਾਰਟੀ ਬਣਾਤਾ ਆ ਜੀ। ਤੇ ਮਸਲਾ ਇਹ ਕਹਿਣ ਦਾ ਸੀ ਵੀ ਅੱਜ ਜਿਹੜੇ ਹਾਲਾਤ ਪੈਦਾ ਹੋਏ ਆ ਵੀ ਕਿਤੇ ਅਸੀਂ ਪੇਸ਼ ਹੋਈਏ, ਕਿਤੇ ਬਹਾਨਾ ਲਾਈਏ, ਕਿਤੇ ਬਿਮਾਰ ਹੋ ਜਾਈਏ। ਠੀਕ ਆ, ਬਜ਼ੁਰਗ ਆ, ਇਸ ਵੇਲੇ ਕਾਫੀ ਵੱਡੀ ਉਮਰ ਆ, ਮੇਰੇ ਖਿਆਲ 90ਵੇਂ ਦੇ ਦੌਰ 'ਚ ਚੱਲਦੇ ਆ ਜੀ, ਤੇ ਬਿਮਾਰ ਹੋਣਾ ਸੁਭਾਵਿਕ ਹੋ ਸਕਦੇ ਆ, ਪਰ ਕਾਸ਼ ਕਿਤੇ 1.5 ਸਾਲ ਇਹਨਾਂ ਕੋ ਆਪਣੇ ਕੋ ਸਰਕਾਰ ਦਾ ਸੀਗਾ। ਜੇ ਉਸੇ ਵੇਲੇ ਪਹਿਲੀ ਗੱਲ ਤਾਂ ਘਟਨਾਵਾਂ ਇਹ ਵਾਪਰਨੀਆਂ ਨਹੀਂ ਚਾਹੀਦੀਆਂ, ਇੱਕ ਪੰਥਕ ਸਰਕਾਰ ਹੁੰਦਿਆਂ ਹੋਇਆ ਜੀ, ਪੰਥਕ ਪਾਰਟੀ ਦੀ ਸਰਕਾਰ ਹੁੰਦਿਆਂ ਹੋਇਆ ਵਾਪਰਨੀਆਂ। ਜੇ ਵਾਪਰ ਗਈਆਂ ਤਾਂ 1.5 ਸਾਲ ਦਾ ਸਮਾਂ ਇਹਨਾਂ ਕੋਲ ਸੀ। ਕੀ ਕੁਛ ਸਭ ਕੁਛ ਪੁਲਿਸ ਇਹਨਾਂ ਕੋਲ ਸੀਗੀ, ਕਮਿਸ਼ਨ ਇਹਨਾਂ ਕੋਲ ਸੀਗਾ, ਆਪਣੀ ਸਰਕਾਰ ਵੇਲੇ ਹੀ ਇਸ ਗੱਲ ਦਾ ਨਿਬੇੜਾ ਕਰ ਜਾਂਦੇ ਤੇ ਅੱਜ ਜਿਹੜੇ ਪੰਜਾਬ ਦੇ ਵਿੱਚ ਇਹ ਹਾਲਾਤ ਨਾ ਬਣਦੇ ਤੇ ਇਹਨਾਂ ਦੀ ਪਾਰਟੀ ਦੇ ਆਹ ਹਾਲਾਤ ਨਾ ਬਣਦੇ ਜੇ ਕਿਤੇ ਉਹਨਾਂ ਘਟਨਾਵਾਂ ਦਾ ਉਸੇ ਵੇਲੇ ਹੋ ਜਾਣਾ। ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਜਿਹੜੀ ਸੈੱਟ ਬਣਾਈ ਗਈ ਨਵੀਂ, ਜਿਹੜੀ ਕਿ ਪਹਿਲੀ ਕੁੰਵਰ ਵਿਜੇ ਪ੍ਰਤਾਪ ਵਾਲੀ ਤਾਂ ਹਾਈ ਕੋਰਟ ਨੇ ਰੱਦ ਕਰ ਦਿੱਤੀ, ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੀ ਆ ਤੇ ਬੜੀ ਤੇਜ਼ੀ ਨਾਲ ਫੈਕਟ ਲੱਭ ਕੇ ਉਹ ਸਾਰਾ ਆਪਣਾ ਪ੍ਰੋਸੈਸ ਚਲਾ ਰਹੇ ਆ। ਤੇ ਉਹਦੀ ਕੜੀ ਅਧੀਨ ਹੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਸੈੱਟ ਦੇ ਅੱਗੇ ਸਾਹਮਣੇ ਪੇਸ਼ ਹੋਣ ਲਈ ਉਹਨਾਂ ਨੇ ਕਿਹਾ ਆ। ਫਿਲਹਾਲ ਤਾਂ ਬਾਦਲ ਸਾਹਿਬ ਨੇ ਇਹ ਕਹਿ ਦਿੱਤਾ ਵੀ ਮੇਰੀ ਸਿਹਤ ਠੀਕ ਨਹੀਂ, ਮੈਨੂੰ 10 ਦਿਨ ਦਾ ਸਮਾਂ ਚਾਹੀਦਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਆਪਣਾ ਪੱਖ ਦਿੰਦੇ ਆਏ, ਜੇ ਮੁੱਖ ਮੰਤਰੀ ਜੋ ਮੌਕੇ ਤੇ ਘਟਨਾ ਵਾਕਿਆ ਜੇ ਕੋਆਪਰੇਟ ਕਰਦੇ ਆ ਤੇ ਸਿੱਖ ਹਲਕੇ ਜਾਂ ਉਸ ਘਟਨਾ ਨਾਲ ਜੁੜੀਆਂ ਹੋਏ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਆ ਉਹ ਵੀ ਸਮਝਣਗੀਆਂ ਵੀ ਨਹੀਂ ਆਪਣੀ ਜ਼ਿੰਮੇਵਾਰੀ ਹੁਣੀ ਨਿਭਾਈ ਆ ਘੱਟੋ ਘੱਟ। ਜੇ ਇਹਨਾਂ ਦੇ ਮਨ ਦੇ ਵਿੱਚ ਇਹ ਅਕਾਲੀ ਦਲ ਦੇ ਵੀ ਅਸੀਂ ਕਿੰਨਾ ਸਮਾਂ ਇਹਨਾਂ ਦਾ ਖਰਾਬ ਕਰ ਰਹੇ ਆ, ਇਸ 'ਚ ਇਹਨਾਂ ਦਾ ਵੀ ਸੈੱਟ ਦਾ ਜਿੰਨਾ ਸਮਾਂ ਖਰਾਬ ਹੋ ਜਾਵੇ ਤੇ ਉਹ ਫਿਰ ਇਹਨਾਂ ਲਈ ਆਉਣ ਵਾਲਾ ਸਮਾਂ ਵੀ ਜਿਹੜਾ ਆ ਉਹ 2017 ਸੀ ਨਾ ਉੱਦਾਂ ਦਾ ਸਿਮਿਲਰ ਹੀ ਹੋਊਗਾ। ਫਿਰ 2022 ਦੇ ਵਿੱਚ ਕੋਈ ਪੋਲੀਟੀਕਲ ਇਮੇਜ ਆਪਣੀ ਜਿਹੜੀ ਅੱਗੇ ਲਿਜਾਣ ਦੀ ਅਕਾਲੀ ਦਲ ਨਾ ਸੋਚੇ। ਜੀ ਬਿਲਕੁਲ ਜੀ, ਇਹ ਤਾਂ ਤੁਸੀਂ ਦੱਸੀ ਕਿ ਬਾਦਲ ਸਾਹਿਬ ਜੇ ਪੇਸ਼ ਹੁੰਦੇ ਆ ਤਦ ਕੀ ਬਣੇਗਾ, ਜੇ ਨਹੀਂ ਪੇਸ਼ ਹੁੰਦੇ ਤਦ ਕੀ ਬਣੇਗਾ। ਤੇ ਆਉਣ ਵਾਲੀ ਜਿਹੜੀ ਸਥਿਤੀ ਆ ਉਹਦੇ ਵਿੱਚ ਵੀ ਬਹੁਤ ਕੁਝ ਰਾਜਨੀਤੀਕਰਨ ਹੀ ਹੋ ਰਿਹਾ, ਸਿਆਸਤ ਉਹਦੇ 'ਚ ਭਾਰੂ ਆ। ਅਸਲ ਮੁੱਦੇ ਦੇ ਵਿੱਚ ਬੇਅਦਬੀ ਕਿਉਂ ਹੋਈ, ਕਿਵੇਂ ਹੋਈ ਜਾਂ ਕੌਣ ਇਹਦੇ ਲਈ ਦੋਸ਼ੀ ਆ, ਉਹਦੇ ਵਿੱਚ ਇਹਨਾਂ ਰਾਜਨੀਤਿਕ ਧਿਰਾਂ ਦਾ ਕੋਈ ਲੈਣਾ ਦੇਣਾ ਨਹੀਂ, ਨਾ ਇਹ ਉਸ ਚੀਜ਼ ਦਾ ਹੱਲ ਕਰਨਾ ਚਾਹੁੰਦੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਹੋਰ ਬੜੀ ਸੋਹਣੀ ਖਬਰ ਸਾਡੇ ਸਾਹਮਣੇ ਆ ਰਹੀ ਆ ਕਿ 3 ਕਰੋੜ ਦੀ ਆਬਾਦੀ ਦੇ ਕਰੀਬ ਪੰਜਾਬ ਦੀ ਆਬਾਦੀ ਆ, ਸ਼ਾਇਦ ਥੋੜੀ ਬਹੁਤ ਘੱਟ ਹੋਵੇ ਕਿਉਂਕਿ ਪਿਛਲੇ 10 ਸਾਲ ਤੋਂ ਗਿਣਤੀ ਜਿਹੜੀ ਜਨਗਣਨਾ ਉਹ ਨਹੀਂ ਹੋਈ ਤੇ ਅੰਦਾਜ਼ਨ ਹੀ ਆ। 55 ਲੱਖ ਘਰ ਪੰਜਾਬ 'ਚ ਦੱਸੇ ਜਾ ਰਿਹਾ ਤੇ 54 ਲੱਖ ਤੋਂ ਵਧੇਰੇ ਪੰਜਾਬ 'ਚ ਪਾਸਪੋਰਟ ਨੇ ਜੀ। ਤੇ ਤੁਸੀਂ ਇਹ ਜਿਹੜੀ ਗਿਣਤੀ ਆ ਇਹਨੂੰ ਬਾਰੇ ਕੀ ਕਹਿਣਾ ਚਾਹੁੰਦੇ ਆ? ਸ਼ਰਮਾ ਜੀ, ਇਹ ਬਹੁਤ ਵੱਡਾ ਤੱਥ ਆਇਆ ਇੱਕ ਵੀ ਪਿਛਲੇ 6-7 ਮਹੀਨਿਆਂ ਦੇ ਵਿੱਚ ਭਾਵੇਂ ਕਿ ਕੋਵਿਡ ਦੌਰਾਨ ਜਿਹੜੀ ਆ ਪਾਸਪੋਰਟਾਂ ਦੀ ਬਣਾਉਣ ਦੀ ਜਿਹੜੀ ਗਿਣਤੀ ਘਟੀ ਆ 2903,000 ਤੋਂ ਘਟ ਕੇ ਥੱਲੇ ਆ ਗਈ ਆ। ਪਰ ਫਿਰ ਵੀ ਇਹ ਦੇਖਦੇ ਆਪਾਂ ਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਵੀ ਰਿਪੋਰਟਾਂ ਛਪੀਆਂ ਅੱਜ ਵੀ 55,000 ਘਰ ਆ ਤੇ 54,000 ਪਾਸਪੋਰਟ, ਲਗਭਗ ਕਰੀਬ ਐਵਰੇਜ ਇੱਕ ਬੰਦੇ ਕੋਲ ਇੱਕ ਪਾਸਪੋਰਟ ਦੀ ਆ ਗਈ ਆ। 55 ਲੱਖ ਹਰ ਫੈਮਿਲੀ ਕੋਲ 55 ਲੱਖ ਘਰ ਆ ਤੇ 54 ਲੱਖ ਪਾਸਪੋਰਟ ਆ ਜੀ। ਇਹ ਚੀਜ਼ ਨੂੰ ਆਪਾਂ ਦੇਖੀਏ ਕਿ ਪਾਸਪੋਰਟ ਕੋਲ ਹੋਣਾ ਕੋਈ ਮਾੜੀ ਗੱਲ ਤਾਂ ਹੈ ਨਹੀਂ, ਬਿਲਕੁਲ, ਪਰ ਜਿਹੜਾ ਰੁਝਾਨ ਹੈ ਜਿਹੜਾ ਚਿੰਤਾ ਦਾ ਵਿਸ਼ਾ ਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਗੱਲ ਕੀਤਾ ਜਾ ਰਹੀ ਆ ਵੀ ਸਾਡਾ ਨੌਜਵਾਨ ਆ ਉਹ ਇੱਥੇ ਟਿਕ ਕਿਉਂ ਨਹੀਂ ਰਿਹਾ। ਆ ਜਿਹੜੀਆਂ ਆਪਾਂ ਪਿਛਲੇ ਸੈਗਮੈਂਟ 'ਚ ਗੱਲਾਂ ਕੀਤੀਆਂ ਸਰਕਾਰਾਂ ਦੀਆਂ, ਪਾਰਟੀਆਂ ਦੀਆਂ, ਜੇ ਇਹ ਪਵਿੱਤਰ ਜਾਂ ਹੋਰ ਇਦਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਕਿਤੇ ਨੌਜਵਾਨਾਂ ਦਾ ਭਵਿੱਖ ਨੂੰ ਸੋਚਣ ਲਈ ਪਾਰਟੀਆਂ ਸਾਡੀਆਂ ਕੁਝ ਸਮਾਂ ਲਾਉਣ, ਕੁਝ ਜਿਹੜੇ ਸਾਡੇ MLA ਆ ਉਹ ਪੜ੍ਹਨ ਕੁਛ ਵੀ ਅਸੀਂ ਇਹਨਾਂ ਲਈ ਗਾਂਹ ਕੀ ਕਰ ਸਕਦੇ ਆ, ਕੋਈ ਪਾਲਿਸੀ ਬਣਾਉਣ, ਤੇ ਸ਼ਾਇਦ ਇਹ ਪਾਸਪੋਰਟਾਂ ਦੀ ਗਿਣਤੀ ਅੱਧੀ ਰਹਿ ਜਾਵੇ। ਜਿਹੜਾ +2 ਕਰਦਾ ਬੱਚਾ ਉਹਦਾ ਤਾਂ ਇੱਕ ਏਮ ਹੁੰਦਾ ਵੀ ਮੈਂ +2 ਕਰਨੀ, ਆਈਲਟ ਕਰਨੀ ਆ ਤਾਂ ਮੈਂ ਹੁਣ ਬਾਹਰ ਨਿਕਲਣਾ। ਐਵਰੇਜ ਰੱਖੋ ਤੁਸੀਂ ਇੱਥੋਂ 18-20 ਲੱਖ ਰੁਪਈਆ ਲਾ ਕੇ ਬੱਚਾ ਜਾਂਦਾ, ਕਿੱਦਾਂ ਕੋਈ ਜ਼ਮੀਨ ਵੇਚਦਾ, ਕਿੱਦਾਂ ਕੋਈ ਘਰ ਵੇਚਦਾ, ਕਿੱਦਾਂ ਉਹ ਭੇਜਦਾ ਆ, ਉਹ ਤਾਂ ਉਸ ਘਰ ਵਾਲਿਆਂ ਨੂੰ ਪਤਾ ਆ। ਪਰ ਬੱਚਾ ਇਸ ਵੇਲੇ ਪੰਜਾਬ 'ਚ ਕਿਉਂ ਨਹੀਂ ਰਹਿਣਾ ਚਾਹੁੰਦਾ? ਵਜ਼ੀਫੇ ਜਿਹੜੇ ਸਾਡੇ ਆਪਾਂ ਦੇਖ ਰਹੇ ਕੀ ਕੁਛ ਸਾਡੇ ਕਾਲਜਾਂ 'ਚ ਸਕਾਲਰਸ਼ਿਪ 'ਤੇ ਹੋਇਆ, ਸਭ ਕੁਛ ਹੋ ਗਿਆ। ਮਸਲਾ ਕਹਿਣ ਦਾ ਇਹ ਹੈ ਵੀ ਕੈਪਟਨ ਸਾਹਿਬ ਨੇ ਵੀ ਪਿੱਛੇ ਜਿਹੇ ਇੱਕ ਬਿਆਨ ਪੰਜਾਬ ਸਰਕਾਰ ਦਾ ਵੀ ਆਇਆ ਵੀ ਅਸੀਂ ਜਿਹੜੀਆਂ ਵਿਦੇਸ਼ੀ ਭਾਸ਼ਾਵਾਂ ਜਿਹੜੀਆਂ ਆ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਪੰਜਾਬ 'ਚ। ਜੇ ਤਾਂ ਪੰਜਾਬੀ ਲਈ ਪ੍ਰਫੁੱਲਤ ਕਰਨੀਆਂ ਤਾਂ ਅੱਗੇ ਬਿਆਨ ਆਉਂਦੇ ਰਹਿੰਦੇ ਸੀਗੇ, ਜੇ ਤਾਂ ਹੁਣ ਕਿਸੇ ਨੌਲੇਜ ਲਈ ਪੜ੍ਹਾਉਣਾ ਚਾਹੁੰਦੇ ਆ ਤਾਂ ਬਹੁਤ ਵਧੀਆ ਗੱਲ ਆ। ਜੇ ਹੁਣ ਸਰਕਾਰਾਂ ਵੀ ਇਹ ਸੋਚਣ ਲੱਗ ਪਈਆਂ ਵੀ ਹੁਣ ਨੌਜਵਾਨ ਨਿਆਣੇ ਨੂੰ ਵਿਦੇਸ਼ੀ ਭਾਸ਼ਾ ਸਿਖਾ ਕੇ ਬਾਹਰ ਹੀ ਤੋਰਨਾ ਸੀ, ਤੇ ਫਿਰ ਇੱਥੇ ਤਾਂ ਉਹੀ ਰਹਿਣਗੇ ਜਿਹੜੇ ਇਹਨਾਂ ਨੂੰ ਦਾਰੂ ਪੀ ਕੇ ਵੋਟਾਂ ਪਾਉਣ ਵਾਲੇ ਆ ਤੇ ਜਿਹੜੇ ਇਹਨਾਂ ਦੇ ਝੰਡੇ ਚੱਕ ਕੇ ਘੁੰਮਣ ਵਾਲੇ ਪਾਰਟੀਆਂ ਦੇ, ਇਹ ਫਿਰ ਉਹਨਾਂ ਨੂੰ ਇੱਥੇ ਰੱਖਣਾ ਚਾਹੁੰਦੇ ਆ। ਬਿਲਕੁਲ ਜੀ, ਨਾ ਤੇ ਪਾਸਪੋਰਟ ਬਣਾਉਣਾ ਕੋਈ ਮਾੜੀ ਗੱਲ ਹੈ ਤੇ ਨਾ ਹੀ ਵਿਦੇਸ਼ੀ ਭਾਸ਼ਾਵਾਂ ਦਾ ਪੜ੍ਹਨਾ ਮਾੜੀ ਗੱਲ ਹੈ। ਚੰਗੀ ਗੱਲ ਹੈ, ਬੰਦੇ ਕੋਲ ਪਾਸਪੋਰਟ ਵੀ ਹੋਣਾ ਚਾਹੀਦਾ, ਇੱਕ ਡਾਕੂਮੈਂਟ ਹੈ ਉਹਦੇ ਲਈ ਜ਼ਰੂਰੀ ਆ।
ਤੇ ਚੰਗੀ ਗੱਲ ਆ ਉਹਨੂੰ ਆਪਣੀ ਭਾਸ਼ਾ ਦੇ ਨਾਲ 2-4 ਭਾਸ਼ਾਵਾਂ ਹੋਰ ਵੀ ਆਉਂਦੀਆਂ ਹੋਣ। ਬਿਲਕੁਲ। ਪਰ ਮਾੜੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਇਹ ਸਭ ਕਰਨ ਪਿੱਛੇ ਉਹਨਾਂ ਦੀ ਨੀਤ ਤੇ ਨੀਤੀ ਕਿਹੋ ਜਿਹੀ ਕੰਮ ਕਰਦੀ ਹੈ। ਕਰਦੇ ਹਾਂ ਜੀ ਕੁਝ ਹੋਰ ਗੱਲਾਂ ਬਾਤਾਂ ਇਸੇ ਪ੍ਰੋਗਰਾਮ ਵਿੱਚ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ ਪੰਜਾਬੀ ਨੈਸ਼ਨਲ ਟੀਵੀ ਤੇ। ਬਿਲਕੁਲ ਜੀ, ਅਸੀਂ ਗੱਲਾਂ ਕੀਤੀਆਂ ਪੰਜਾਬ ਦੀ ਰਾਜਨੀਤੀ ਦੀਆਂ ਤੇ ਤੁਹਾਡੇ ਦਿੱਲੀ ਅੰਦੋਲਨ ਦੀਆਂ। ਜੇ ਹੁਣ ਅਸੀਂ ਭਾਰਤ ਵੱਲ ਇੱਕ ਵਾਰ ਧਿਆਨ ਮਾਰੀਏ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਪਲਾ ਜਿਹੜਾ ਉਹ ਸਾਹਮਣੇ ਆ ਹੀ ਜਾਂਦਾ ਜੀ। ਜਦੋਂ ਤੋਂ ਮੋਦੀ ਸਰਕਾਰ ਇਸ 7 ਸਾਲ ਦੇ ਕਾਰਜਕਾਲ ਦੀ ਗੱਲ ਕਰੀਏ ਤੇ ਕੋਈ ਵੱਡੇ ਘਪਲੇ ਦੀ ਗੱਲ ਸਾਹਮਣੇ ਨਹੀਂ ਸੀ ਆਈ। ਨਹੀਂ ਤਾਂ ਬਹੁਤ ਵਾਰ ਦੇਖਿਆ ਜਾਂਦਾ ਸੀ ਕਿ ਭ੍ਰਿਸ਼ਟਾਚਾਰ ਜਿਹੜਾ ਆ ਬਹੁਤ ਵੱਡੇ ਪੱਧਰ ਤੇ ਫੈਲਿਆ ਹੋਇਆ ਸੀ। ਉਸੇ ਭ੍ਰਿਸ਼ਟਾਚਾਰ ਦੀ ਵਜ੍ਹਾ ਨਾਲ ਪਿਛਲੀ ਵਾਰ ਜਿਹੜੀ ਮਨਮੋਹਨ ਸਰਕਾਰ ਸੀ ਉਹ ਗਈ ਜੀ। ਤੇ ਮੋਦੀ ਸਾਹਿਬ ਦੇ ਨਾਮ ਤੇ 2-3 ਚੀਜ਼ਾਂ ਬਹੁਤ ਵੱਡੇ ਪੱਧਰ ਤੇ ਜੁੜੀਆਂ ਰਹਿਣਗੀਆਂ ਜੀ। ਉਹਨਾਂ 'ਚ ਨੋਟਬੰਦੀ ਵੀ ਰਹੇਗੀ, GST ਵੀ ਰਹੇਗੀ ਤੇ ਜੁਮਲੇ ਵੀ ਰਹਿਣਗੇ ਜੀ। ਉਹ ਬਹੁਤ ਕੁਝ ਨਵਾਂ ਕਰਨ ਦੀ ਗੱਲ ਕਰਦੇ ਨੇ। ਕੱਲ ਦਾ ਜਿਹੜਾ ਉਹਨਾਂ ਦਾ ਬਿਆਨ ਸੀ G7 ਦੇ ਵਿੱਚ, ਵਨ ਅਰਥ ਵਨ ਹੈਲਥ, ਉਹ ਹਾਲੇ ਵੀ ਹਾਸੇ ਦਾ ਪਾਤਰ ਬਣਿਆ ਹੋਇਆ। ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਆ ਉਹ ਹੈਗੀ ਆ ਜਿਸ ਗੱਲ ਨੂੰ ਬੀਜੇਪੀ ਨੇ ਬਲ ਦਿੱਤਾ ਸੀ ਜੀ, ਜਿਸ ਮੁੱਦੇ ਨੂੰ ਬੀਜੇਪੀ ਨੇ ਸਾਹ ਦਿੱਤੇ ਸੀ। ਸਾਡੇ ਸਾਰਿਆਂ ਦੇ ਬਹੁਤ ਅਰਾਧਿਆ ਨੇ ਭਗਵਾਨ ਰਾਮ ਦੀ ਅਸੀਂ ਗੱਲ ਕਰੀਏ ਤੇ ਉੱਥੇ ਜਿਹੜਾ ਇੱਕ ਅਯੁੱਧਿਆ ਦੇ ਵਿੱਚ ਮੰਦਿਰ ਬਣ ਰਿਹਾ, ਜਦੋਂ ਅਸੀਂ ਸ਼੍ਰੀ ਰਾਮਚਰਿਤ ਮਾਨਸ 'ਚ ਪੜ੍ਹਦੇ ਹਾਂ ਤੇ ਇਹ ਗੱਲ ਆਉਂਦੀ ਹੈ ਸਾਹਮਣੇ ਕਿ ਭਗਵਾਨ ਰਾਮ ਦਾ ਜਨਮ ਜਿਹੜਾ ਅਯੁੱਧਿਆ 'ਚ ਹੋਇਆ। ਕੋਈ ਸੈਂਕੜੇ ਸਾਲ ਤੋਂ ਉੱਥੇ ਮੁਸਲਮਾਨਾਂ ਦੇ ਨਾਲ ਜਿਹੜਾ ਸੀਗਾ ਔਰੰਗਜ਼ੇਬ ਦਾ ਜਦੋਂ ਆਉਂਦਾ ਆ ਤੇ ਉਹਦੇ 'ਚ ਜਿਹੜੀ ਉਹ ਝਗੜਾ ਜਾਂ ਮਸਜਿਦ ਨੂੰ ਲੈ ਕੇ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ, ਉਹਦਾ ਹੁਣ ਫੈਸਲਾ ਇਹਨਾਂ ਨੇ ਕਰਵਾ ਲਿਆ, ਰਾਜਨੀਤੀ ਦੇ ਵਿੱਚ ਆ ਕੇ ਕਰ ਲਿਆ, ਅਦਾਲਤ ਤੋਂ ਕਰ ਲਿਆ, ਜਾਂ ਦੂਸਰੀ ਜਿਹੜੀ ਧਿਰ ਸੀ ਮੁਸਲਮਾਨ ਭਾਈਚਾਰਾ ਸੀ ਉਹਨਾਂ ਨੂੰ ਸਮਝਾ ਬੁਝਾ ਕੇ ਕਰ ਲਿਆ ਜੀ। ਬਹੁਤ ਸੋਹਣਾ, ਬਹੁਤ ਆਲੀਸ਼ਾਨ ਉੱਥੇ ਮੰਦਿਰ ਬਣਾਇਆ ਜਾ ਰਿਹਾ, ਉਹਦੀ ਪੂਜਾ ਅਰਚਨਾ ਹੋ ਗਈ, ਕੋਵਿਡ ਦੇ ਦੌਰਾਨ ਹੋਈ, ਬਹੁਤ ਸਾਰੀਆਂ ਗੱਲਾਂ ਹੋਈਆਂ। ਹੁਣ ਜਿਹੜੀ ਨਵੀਂ ਗੱਲ ਸਾਹਮਣੇ ਆ ਰਹੀ ਆ ਉਹ ਕੀ ਆ, ਉਹ ਦੱਸੋ। ਗੱਲ ਇਸ ਤਰ੍ਹਾਂ ਸ਼ਰਮਾ ਜੀ ਵੀ ਜਿਹੜੀ ਤੁਸੀਂ ਗੱਲ ਬੀਜੇਪੀ ਦੀ ਕੀਤੀ ਆ, ਹਿੰਦੂਇਜ਼ਮ ਦੀ ਕੀਤੀ ਆ, ਭਾਵੇਂ ਕਿ ਸਰਕਾਰ ਜਿਹੜਾ ਇਹ ਠੱਪਾ ਹਮੇਸ਼ਾ ਆਪਣੇ ਤੇ ਲਾ ਕੇ ਰੱਖਦੀ ਵੀ ਅਸੀਂ ਹਿੰਦੂਆਂ ਦੀ ਨੁਮਾਇੰਦਾ ਜਮਾਤ ਆ ਜੀ। ਭਾਵੇਂ ਕਿ ਆਪਾਂ ਦੇਖਿਆ ਕਿ ਹੁਣ ਕੋਵਿਡ ਦੇ ਦੌਰਾਨ ਜਿਹੜੀ ਹਿੰਦੂਆਂ ਦੀ ਲਾਸ਼ਾਂ ਦੀ ਬਹੁਤ ਮਿਰਤੀ ਹੋਈ ਆ ਜੀ, ਜਿਹੜੀਆਂ ਦਰਿਆਵਾਂ 'ਚ ਆਪਾਂ ਦੱਬੀਆਂ ਦੇਖੀਆਂ ਤੇ ਦਰਿਆਵਾਂ 'ਚ ਰੁਲਦੀਆਂ ਦੇਖੀਆਂ, ਉਹ ਵੀ ਇਹਨਾਂ ਦੇ ਰਾਜ 'ਚ ਹੀ ਹੋਈਆਂ। ਜਿਹੜੀ ਤੁਸੀਂ ਗੱਲ ਕੀਤੀ ਆ ਅਯੁੱਧਿਆ ਦੇ, ਉਹ ਰਾਮ ਮੰਦਿਰ ਦੀ ਕੀਤੀ ਆ। ਗੱਲ ਉੱਥੇ ਆ ਵੀ ਸ਼੍ਰੀ ਰਾਮ ਜਨਮ ਭੂਮੀ ਤੀਰਥਕ ਖੇਤਰ ਜਿਹੜਾ ਟਰਸਟ ਆ ਜੀ, ਉਹਦੇ ਜਨਰਲ ਸਕੱਤਰ ਨੇ ਚੰਪਤ ਰਾਏ ਜੀ। ਬੜੇ ਵੱਡੇ ਇਸ ਵੇਲੇ ਸਪਾ ਵੱਲੋਂ, ਸਮਾਜਵਾਦੀ ਪਾਰਟੀ ਵੱਲੋਂ, ਆਮ ਆਦਮੀ ਪਾਰਟੀ ਵੱਲੋਂ, ਕਾਂਗਰਸ ਵੱਲੋਂ ਵੀ ਵੱਡੇ ਪੱਧਰ ਨਾਲ ਉਹਨਾਂ ਤੇ ਇੱਕ ਦੋਸ਼ ਲੱਗੇ ਆ ਵੀ ਜਿਹੜੀ ਉੱਥੇ ਜ਼ਮੀਨ ਖਰੀਦੀ ਗਈ ਆ, ਜਿੰਨਾ ਕੁ ਚਿਰ ਤੁਹਾਨੂੰ ਗੱਲ ਕਰਦਿਆਂ ਨੂੰ ਹੋਇਆ ਇੰਨੇ ਚਿਰ 'ਚ ਜੀ ਵੀ ਗੱਲਬਾਤ ਸ਼ੁਰੂ ਹੋਈ ਆ, 2 ਕਰੋੜ ਦੀ ਜ਼ਮੀਨ ਕਿਸੇ ਕੋਲੋਂ ਚੱਕੀ ਗਈ ਆ, ਐਗਰੀਮੈਂਟ ਹੋਇਆ ਜੀ। ਉਸੇ ਜ਼ਮੀਨ ਨੂੰ ਮੁੜ ਕੇ 18.5 ਕਰੋੜ ਦੇ ਵਿੱਚ ਮਤਲਬ ਟਰਸਟ ਨੂੰ ਲੈ ਕੇ ਦਿੱਤੀ ਗਈ। ਮੈਂ ਟਰਸਟ ਦੇ ਨਾਂ ਤੇ, ਟਰਸਟ ਦਾ ਜਿਹੜਾ ਪੈਸਾ ਸੀਗਾ ਉਹ 18.5 ਕਰੋੜ ਜਿਹੜਾ ਉਹ ਉੱਤੇ ਖਰਚਿਆ ਗਿਆ। ਦੇਖੋ ਹੁਣ ਉਹ ਧਰਮ ਕੋਈ ਵੀ ਆ, ਸਭ ਦੀ ਆਸਥਾ ਆਪੋ ਆਪਣੇ ਧਰਮ 'ਚ ਹੁੰਦੀ ਆ। ਲੋਕਾਂ ਦੇ ਘਰਾਂ 'ਚ ਆਪਾਂ ਨੂੰ ਪਤਾ ਪੰਜਾਬ 'ਚੋਂ ਵੀ ਸਾਡੇ ਉਗਰਾਹੀ ਹੋਈ ਹੈ। ਮੈਂ ਉਹੀ ਕਹਿਣ ਲੱਗਾ ਸੀ, ਇਹ ਉਹੀ ਟਰਸਟ ਆ ਜਿਹਨੇ ਪੂਰੇ ਭਾਰਤ ਦੇ ਵਿੱਚੋਂ ਪੈਸੇ ਜਿਹੜੇ ਆ ਘਰ ਘਰ ਜਾ ਕੇ ਉਹਨਾਂ ਲੋਕਾਂ ਨੇ ਇਕੱਠੇ ਕੀਤੇ, ਜਿਨ੍ਹਾਂ ਦੀ ਇਸ ਟਰਸਟ ਦੇ ਨਾਲ ਜਾਂ ਇਸ ਮੰਦਿਰ ਦੇ ਨਾਲ ਤੇ ਭਗਵਾਨ ਰਾਮ ਦੇ ਨਾਲ ਪੂਰੀ ਸ਼ਰਧਾ ਸੀਗੀ। ਲੋਕਾਂ ਦਾ ਇੱਕ ਵਿਸ਼ਵਾਸ ਆ ਵੀ ਰਾਮ ਜੀ ਦਾ ਮੰਦਿਰ ਬਣ ਰਿਹਾ ਹੈ। ਪੰਜਾਬ ਵਿੱਚੋਂ ਸਾਡੇ ਕਲੈਕਸ਼ਨ ਹੋਈ ਹੈ ਤਾਂ ਪੂਰੇ ਭਾਰਤ ਵਿੱਚੋਂ ਕਿਸੇ ਕੋ 500, ਕਿਸੇ ਕੋ 5 ਰੁਪਏ, ਕਿਸੇ ਨੇ 5 ਲੱਖ, ਕਿਸੇ ਨੇ 5 ਕਰੋੜ ਵੀ ਦਿੱਤਾ ਹੋਊਗਾ। ਜਿੰਨੀ ਸਮਰੱਥਾ ਸੀ ਲੋਕਾਂ ਨੇ ਸੇਵਾ ਪਾਈ। ਹਰ ਇੱਕ ਬੰਦਾ ਆਪੋ ਆਪਣੇ ਧਰਮ ਦੇ ਵਿੱਚ ਜਿੰਨੀ ਹੁੰਦੀ, ਕੋਈ ਗੁਰਦੁਆਰੇ ਜਾ ਕੇ ਪਾਉਂਦਾ, ਕੋਈ ਮਸਜਿਦ ਪਾਉਂਦਾ, ਉਹਨਾਂ ਨੇ ਰਾਮ ਮੰਦਿਰ 'ਚ ਪਾਈ। ਇਹ ਬਹੁਤ ਸ਼ਰਮਨਾਕ ਗੱਲ ਆ, ਖਾਸ ਕਰਕੇ ਉਸ ਪਾਰਟੀ 'ਤੇ ਜਿਹੜੀ ਅਸੀਂ ਕਹਿੰਦੇ ਆ ਵੀ ਅਸੀਂ ਭਗਵਾਨ ਰਾਮ ਦੀ ਜਿਹੜੀ ਫਿਲਾਸਫੀ ਨੂੰ ਮੰਨਦੇ ਹਾਂ ਤੇ ਉਹ ਤਾਂ ਮਰਿਆਦਾ ਪੁਰਸ਼ੋਤਮ ਸੀ, ਉਹ ਤਾਂ ਸੱਚ ਤੇ ਖੜੇ ਹੋਏ ਆ। ਤੇ ਅੱਜ ਜੇ ਉਹਦਾ ਮੰਦਿਰ ਬਣ ਰਿਹਾ ਹੋਵੇ, ਉੱਥੇ ਘਪਲੇ ਘੁਟਾਲੇ ਹੋਣ ਤੇ ਫਿਰ ਇਦੋਂ ਵੱਡੀ ਹੋਰ ਸ਼ਰਮਨਾਕ ਗੱਲ ਤਾਂ ਕੋਈ ਹੋ ਨਹੀਂ ਸਕਦੀ ਬੀਜੇਪੀ ਲਈ। ਤੇ ਹੁਣ ਨਾ ਹਜੇ ਤੱਕ ਕੋਈ ਕੱਲ ਪਰਸੋਂ ਦੇ ਬਿਆਨ ਆਏ, ਇੱਕ ਵੀ ਪਾਰਟੀ ਦੇ ਕਿਸੇ ਵੱਡੇ ਲੀਡਰ ਦਾ ਇਸ ਤੇ ਕੋਈ ਸਪਸ਼ਟੀਕਰਨ, ਕੋਈ ਬਿਆਨ ਨਹੀਂ ਹਜੇ ਤੱਕ ਆਇਆ ਜੀ। ਤੇ ਉੱਥੇ ਦੇ ਜਿਹੜੇ ਸਕੱਤਰ ਨੇ ਚੰਪਤ ਰਾਏ, ਬੀਜੇਪੀ ਦਾ ਕੋਈ ਵੱਡਾ ਲੀਡਰ ਨਹੀਂ ਬੋਲਿਆ, ਬਾਕੀ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਤਾਂ ਬਹੁਤ ਬੇਬਾਕ ਬਿਆਨ ਦਿੱਤੇ ਨੇ। ਨਹੀਂ, ਬਾਕੀ ਪਾਰਟੀਆਂ ਤੇ ਆਏ ਆ ਜਿਨ੍ਹਾਂ ਤੇ ਦੋਸ਼ ਲੱਗੇ ਆ, ਅਮਿਤ ਸ਼ਾਹ ਜੀ ਆ, JP ਨੱਡਾ ਜੀ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹੋਰ ਇਹਨਾਂ ਦੇ ਬਾਕੀ ਲੀਡਰ ਜਦੋਂ ਵੀ ਕਿਸੇ ਕਿਸਾਨਾਂ ਦੇ ਖਿਲਾਫ ਬੋਲਣਾ ਹੋਵੇ, ਜਦੋਂ ਕਿਸੇ ਹੋਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਖਿਲਾਫ ਬੋਲਣਾ ਹੋਵੇ ਤੇ ਇਹਨਾਂ ਦੇ ਜਿਹੜੇ MP ਆ ਉਹਨਾਂ ਦੇ ਕੰਨਾਂ ਤੱਕ ਮੂੰਹ ਪਾਟ ਜਾਂਦੇ ਆ। ਐਡੇ ਭੱਦੇ ਬਿਆਨ ਦਿੰਦੇ ਇਹ ਕਿਸਾਨਾਂ ਦੇ ਖਿਲਾਫ, ਕੀ ਕੁਛ ਨਹੀਂ ਇਹਨਾਂ ਦੇ MPਆਂ ਨੇ ਬੋਲਿਆ। ਹੁਣ ਕਿੱਥੇ ਉਹ ਸਾਧ ਵੀ ਪ੍ਰਗਿਆ ਵਗੈਰਾ ਕਿੱਥੇ, ਸਾਰੇ ਸੁੱਤੇ ਪਏ ਆ। ਹੁਣ ਕਿਉਂ ਨਹੀਂ ਸਪਸ਼ਟ ਕਰਦੇ ਵੀ 2 ਕਰੋੜ ਦੀ ਜਿਹੜੀ ਜ਼ਮੀਨ ਆ ਭਗਵਾਨ ਰਾਮ ਦੇ ਨਾਂ ਤੇ ਮੰਦਿਰ ਬਣ ਰਿਹਾ ਹੋਵੇ, ਉਹ ਤੁਸੀਂ 18.5 ਕਰੋੜ ਦੇ ਵਿੱਚ ਟਰਸਟ ਨੂੰ ਲੈ ਕੇ ਦਿੰਦੇ ਆ। ਜੋ ਲੋਕਾਂ ਦਾ ਪੈਸਾ ਆ, ਸੰਗਤ ਦਾ ਪੈਸਾ ਆ, ਉਹ ਪੈਸੇ ਦੀ ਬਰਬਾਦੀ ਇਦਾਂ ਹੋਈ ਤਾਂ ਕਿਉਂ ਹੋਈ? ਫਿਰ ਉੱਪਰ ਦੀ ਹੋਰ ਸ਼ਰਮਾ ਜੀ ਦੇਖੋ, ਜਿਹੜਾ ਚੰਪਤ ਉੱਥੇ ਦਾ ਹੈਗਾ ਸਕੱਤਰ ਚੰਪਤ ਰਾਏ,
ਉਹਦਾ ਬਿਆਨ ਆਉਂਦਾ, ਔਰ ਕਿੱਡਾ ਮੈਂ ਕਹਿੰਦਾ ਭੱਦਾ ਉਸ ਬੰਦੇ ਦਾ ਬਿਆਨ ਆ। ਕਹਿੰਦਾ ਸਾਡੇ ਤੇ ਤਾਂ ਜੀ ਦੋਸ਼ ਜਿਹੜੇ ਲੱਗਦੇ ਰਹੇ ਸ਼੍ਰੀ ਮਹਾਤਮਾ ਗਾਂਧੀ ਨੂੰ ਮਾਰਨ ਦੇ ਵੀ ਲੱਗਦੇ ਰਹੇ, ਸਾਨੂੰ ਨਹੀਂ ਪਰਵਾਹ ਕੋਈ ਵੀ। ਇਦੋਂ ਬੇਸ਼ਰਮ ਏਡੇ ਢੀਠ ਲੋਕ ਕਦੀ ਹੋ ਸਕਦੇ ਆ ਜੀ, ਜਿਹੜਾ ਇਹ ਪੱਖ ਦਿਖਾ ਰਹੇ ਆ? ਤੇ ਫਿਰ ਕਿੱਦਾਂ ਆਪਾਂ ਕਹਿ ਸਕਦੇ ਆ ਵੀ ਇਹ ਜਿਹੜਾ ਉੱਥੇ ਟਰੱਸਟ ਦੇ ਵਿੱਚ ਘਪਲਾ ਨਹੀਂ ਹੋਊਗਾ ਜਦੋਂ ਉਹਦੇ ਸਕੱਤਰ ਦੇ ਇਦਾਂ ਦੇ ਬਿਆਨ ਆਉਂਦੇ ਆ? ਜੀ ਜੀ। ਤੇ ਅਸੀਂ ਹੁਣ ਆਸ ਕਰੀਏ ਕਿ ਭਗਵਾਨ ਰਾਮ ਦਾ ਮੰਦਿਰ ਬਿਨਾਂ ਕਿਸੇ ਘਪਲੇ ਤੋਂ ਬਣੇ, ਤੇ ਜਿਹੜੀ ਜੋ ਵੀ ਉੱਥੇ ਜਾਂਚ ਆ ਉਹ ਇਹ ਗੱਲ ਸਾਰੀ ਝੂਠ ਹੀ ਨਿਕਲੇ ਤੇ ਚੰਗੀ ਆ। ਚੰਗੀ ਗੱਲ ਆ ਜੀ। ਅਸੀਂ ਗੱਲ ਕਰੀਏ ਜੀ ਪੰਜਾਬ ਤੋਂ ਬਾਹਰ, ਹੁਣ ਯੂਪੀ ਤੋਂ ਬਾਅਦ ਜੇ ਅਸੀਂ ਭਾਰਤ ਦੀ ਗੱਲ ਕਰੀਏ, ਬਿਹਾਰ ਦੇ ਵਿੱਚ ਰਾਜਸੀ ਉਠਾਪਟਕ ਬਹੁਤ ਤੇਜ਼ੀ ਨਾਲ ਸਾਹਮਣੇ ਆਈ ਹੈ। ਹਾਲਾਂਕਿ ਉੱਥੇ ਕੋਈ ਚੋਣਾਂ ਨਹੀਂ ਹੈਗੀਆਂ, ਸਾਰਾ ਕੁਝ ਠੀਕ ਠਾਕ ਚੱਲ ਰਿਹਾ, ਸਰਕਾਰ ਵੀ ਠੀਕ ਚੱਲ ਰਹੀ ਸੀ, ਪਰ ਇਹ ਚਿਰਾਗ ਪਾਸਵਾਨ ਦੀ ਪਾਰਟੀ 'ਚ ਕੀ ਗੱਲ ਬਣ ਗਈ ਜੀ? ਅਸਲ ਵਿੱਚ ਚਿਰਾਗ ਪਾਸਵਾਨ ਤੋਂ ਪਹਿਲਾਂ ਦੇਖਣਾ ਪਊਗਾ ਸ਼੍ਰੀ ਰਾਮ ਵਿਲਾਸ ਪਾਸਵਾਨ ਜੀ। ਜੀ, ਪਿਛਲੇ ਆਪਾਂ ਕਹਿ ਸਕਦੇ ਕਿ 25-30 ਸਾਲ ਦੀ ਜਿਹੜੀ ਭਾਰਤੀ ਰਾਜਨੀਤੀ ਰਹੀ ਆ, ਤੇ ਰਾਮ ਵਿਲਾਸ ਪਾਸਵਾਨ ਜੀ ਇੱਕ ਉਹ ਵਿਅਕਤੀ ਸਨ ਜਿਹੜੀਆਂ ਸਾਰੀਆਂ ਸਰਕਾਰਾਂ ਦੇ ਵਿੱਚ ਹੀ ਮੰਤਰੀ ਰਹੇ ਜੀ, ਚਾਹੇ ਉਹ ਕਿਸੇ ਪੱਖ ਦੀਆਂ ਸਰਕਾਰਾਂ, ਚਾਹੇ ਸਾਂਝੇ ਫਰੰਟ ਦੀ, ਚਾਹੇ BJP ਦੀ, ਚਾਹੇ ਕਾਂਗਰਸ ਦੀ। ਇਹ ਨਹੀਂ ਹੈਗਾ ਵੀ ਅੱਜ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਆ ਤਾਂ ਉਹਦੇ ਵਿੱਚ ਵੀ ਮੰਤਰੀ, ਦੂਜੀ ਵਾਰੀ ਨਰਿੰਦਰ ਮੋਦੀ ਦੀ ਆ ਗਈ ਤਾਂ ਉਹ 'ਚ ਵੀ ਮੰਤਰੀ ਜੀ। ਇਹ ਚਾਹੇ ਖਾਸੀਅਤ ਮੰਨੋ ਉਹਨਾਂ ਦੀ, ਚਾਹੇ ਮਤਲਬ ਉਹਨਾਂ ਦਾ ਇਦਾਂ ਦਾ ਆਪਣਾ ਇੱਕ ਰੋਲ ਬਣਿਆ ਸੀਗਾ, ਜਾਂ ਉਹਨਾਂ ਦੀ ਸਾਂਝ ਇਦਾਂ ਦੀ ਸੀਗੀ ਜਿਹੜੀ ਸਾਰਿਆਂ ਨਾਲ ਨਿਭਦੀ ਸੀ। ਕਹਿੰਦੇ ਨਹੀਂ ਹੁੰਦੇ ਅੱਜ ਕੱਲ੍ਹ ਫਿਰ ਹਰ ਇੱਕ ਨਾਲ ਨਿਭਣਾ ਵੀ ਕਿਤੇ ਹਾਰ ਦੀ ਬਸ ਦੀ ਗੱਲ ਨਹੀਂ ਹੁੰਦੀ, ਉਹਨਾਂ ਦੀ ਨਿਭਦੀ ਸੀਗੀ। ਜਦੋਂ ਕਿ ਪਿੱਛੇ ਜੇ ਉਹਨਾਂ ਦਾ ਦੇਹਾਂਤ ਹੋ ਜਾਂਦਾ ਆ ਤੇ ਪਾਰਟੀ ਦੀ ਕਮਾਨ ਜਿਹੜੀ ਲੋਕ ਜਨ ਸ਼ਕਤੀ ਪਾਰਟੀ ਲੋਜਪਾ ਜਿਹਨੂੰ ਆਪਾਂ ਕਹਿੰਦੇ ਆ, ਬਿਹਾਰ ਦੇ ਵਿੱਚ ਉਹਨਾਂ ਦਾ ਖਾਸਾ ਆਧਾਰ ਆ, ਤੇ 5-6 MP ਵੀ ਜਿੱਤੇ ਹੋਏ ਨੇ ਇਹਨਾਂ ਦੇ ਸਮੇਤ। ਪਾਸਵਾਨ 6 ਨੇ, ਹੁਣ ਜਿਹੜੇ ਵੱਖਰੇ ਹੋਏ ਉਹ 5 ਹੋਏ। ਜਦੋਂ ਉਹਨਾਂ ਦਾ ਦੇਹਾਂਤ ਹੋ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੀ ਕਮਾਨ ਆ ਉਹ ਚਿਰਾਗ ਪਾਸਵਾਨ ਕੋਲ ਆ ਜਾਂਦੀ ਆ ਜੀ। ਤੇ ਇਹਨਾਂ ਦੇ ਇੱਕ ਚਾਚਾ ਜੀ ਆ ਪਸ਼ੂਪਤੀ ਕੁਮਾਰ ਜਿਹੜੇ ਪਾਸਵਾਨ ਆ, ਪਾਰਸ ਵੀ ਕਹਿੰਦੇ ਉਹਨਾਂ ਨੂੰ ਜੀ। ਅਸਲ ਵਿੱਚ ਕੀ ਆ, ਇਹ ਬੜੇ ਦਿਨਾਂ ਤੋਂ ਜਾਂ ਕਹਿ ਸਕਦੀ ਜਦੋਂ ਦੀ ਬਿਹਾਰ ਦੇ ਵਿੱਚ ਜਿਹੜੀ ਸਟੇਟ ਸਰਕਾਰ ਦੇ ਦੁਆਰਾ ਜਿਹੜੇ ਮੁੱਖ ਮੰਤਰੀ ਨਿਤਿਸ਼ ਕੁਮਾਰ ਬਣੇ ਆ, ਉਦੋਂ ਤੋਂ ਹੀ ਇਹ ਟਸਰ ਚੱਲ ਰਹੀ ਸੀ ਜੀ। ਚਿਰਾਗ ਪਾਸਵਾਨ ਨੂੰ ਜਿਹੜਾ ਆ ਉਹ ਨਿਤਿਸ਼ ਕੁਮਾਰ ਦਾ ਬਹੁਤ ਜ਼ਿਆਦਾ ਵਿਰੋਧੀ ਮੰਨਿਆ ਜਾਂਦਾ ਤੇ ਪ੍ਰੋ BJP ਪ੍ਰੋ ਮੋਦੀ ਜਿਹੜਾ ਮੰਨਿਆ ਜਾਂਦਾ। ਇਸੇ ਕਰਕੇ ਜਦੋਂ ਇਹ ਉਹਨਾਂ ਨਾਲ ਸਮਝੌਤਾ ਨਿਤਿਸ਼ ਕੁਮਾਰ ਨਾਲ ਚਾਹੁੰਦੀ ਸੀ ਕਰਨਾ BJP, ਤਾਂ ਉੱਥੇ ਵੱਡਾ ਡਿੱਕਾ ਸੀਗਾ ਵੀ ਲੋਕ ਜਨ ਸ਼ਕਤੀ ਪਾਰਟੀ ਨੂੰ ਹਿੱਸਾ ਨਾ ਬਣਾਇਆ ਜਾਵੇ। ਫਿਰ ਉਹਨਾਂ ਨੇ ਕੀ ਕੀਤਾ, ਗੁੱਸੇ ਚਿਰਾਗ ਪਾਸਵਾਨ ਨੇ ਕੀ ਕੀਤਾ ਵੀ ਜੇ BJP ਦੇ ਜਿੱਥੇ ਕੈਂਡੀਡੇਟ ਲੜਨਗੇ ਤਾਂ ਲੋਕ ਜਨ ਸ਼ਕਤੀ ਪਾਰਟੀ ਜਿਹੜੀ ਉਹਨਾਂ ਦਾ ਸਾਥ ਦੇਊਗੀ, ਸਮਰਥਨ ਕਰੂਗੀ, ਤੇ ਜਿੱਥੇ ਉਹਦੇ ਹੋਣਗੇ ਨਿਤਿਸ਼ ਕੁਮਾਰ ਦੇ ਉੱਥੇ ਵਿਰੋਧ ਕਰੂਗੀ। ਦੇਖੋ ਪਹਿਲੇ ਤਰ੍ਹਾਂ ਦਾ ਗਠਬੰਧਨ ਨਹੀਂ ਪਹਿਲੀ ਵਾਰੀ ਦੇਖਿਆ ਵੀ ਇੱਕੋ ਹੀ ਪਾਰਟੀ ਦੇ ਦੋ ਸਟੈਂਡ, ਇੱਕ ਗੱਠ ਜੋੜਿਆ, ਮੁੱਖ ਮੰਤਰੀ ਕਲੀਅਰ ਹੋ ਗਿਆ ਵੀ ਨਿਤਿਸ਼ ਕੁਮਾਰ ਹੀ ਬਣੂਗਾ। ਨਿਤਿਸ਼ ਕੁਮਾਰ ਦਾ ਵਿਰੋਧ ਕੀਤਾ ਗਿਆ ਤੇ BJP ਦਾ ਚਹੇਤਾ ਬਣਿਆ ਗਿਆ, ਸਮਰਥਨ ਬਣਿਆ ਗਿਆ। ਪਰ ਜਿੱਦਾਂ ਉਹਨੂੰ ਲੱਗਦਾ ਸੀਗਾ ਵੀ ਸਾਡੇ ਵੀ MLA ਕੁਝ ਜਿੱਤ ਕੇ ਆ ਜਾਣਗੇ, ਵੀ ਕੱਲ੍ਹ ਨੂੰ ਹੋ ਸਕਦਾ ਆ ਵੀ ਨਿਤਿਸ਼ ਕੁਮਾਰ ਹਾਰ ਜਾਵੇ ਤੇ ਜਿਹੜੀ BJP ਨਾਲ ਮੇਰੀ ਪਿਆਰ ਭਿਆਲੀ ਸਾਂਝ ਪਾਈ ਆ ਇਹ ਮੇਰੇ ਕੰਮ ਆ ਜਾਊਗੀ। ਪਰ ਕਹਿੰਦੇ ਨਹੀਂ ਹੁੰਦੇ ਜਿੱਦਾਂ ਦੀ ਮਨਸ਼ਾ ਤੈਸੀ ਦਸ਼ਾ, ਤੇ ਜਿੱਤ ਕੇ ਫਿਰ ਉਹਦਾ ਕੋਈ ਬੜਾ ਵੱਡਾ ਕੋ ਆਇਆ ਨਹੀਂ, ਹਿੱਸਾ ਮਿਲਿਆ ਨਹੀਂ। ਨਿਤਿਸ਼ ਕੁਮਾਰ ਜਿਹੜੇ ਉਹ ਮੁੱਖ ਮੰਤਰੀ ਬਣ ਗਏ। ਉਦੋਂ ਤੋਂ ਹੀ ਜਿਹੜਾ ਸੀਗਾ ਬਾਕੀ 5 ਜਿਹੜੇ MP ਸੀਗੇ, ਉਹ 5 MP ਜਿਹੜੇ ਸੀਗੇ ਕਿਤੇ ਨਾ ਕਿਤੇ ਸੌਫਟ ਕਾਰਨਰ ਜਿਹੜੀ ਉੱਥੇ ਦੀ ਲੋਕਲ ਸਰਕਾਰ ਹੈ ਨਿਤਿਸ਼ ਕੁਮਾਰ ਦੀ ਸਰਕਾਰ ਨੂੰ ਸੌਫਟ ਕਾਰਨਰ ਰੱਖਦੇ ਸੀਗੇ, ਤੇ ਇਹ ਪ੍ਰੋ ਜ਼ਿਆਦਾ ਮੋਦੀ ਬਣਦਾ ਜਾ ਰਿਹਾ ਸੀ ਚਿਰਾਗ ਪਾਸਵਾਨ। ਕਿਹਾ ਜਾਂਦਾ ਕਿ ਇਸ ਗੱਠਜੋੜ ਨੂੰ ਤੋੜਨ ਦੇ ਵਿੱਚ ਵੀ ਜਿਹੜੀ ਨਿਤਿਸ਼ ਕੁਮਾਰ ਨੇ ਹੀ ਭੂਮਿਕਾ ਨਿਭਾਈ ਹੈ। ਬਿਲਕੁਲ, ਉਹਦੇ ਵਿੱਚ ਆਪਾਂ ਵੀ ਜੋੜਾਂਗੇ ਵੀ ਹੁਣ ਲਾਲੂ ਜੀ ਵੀ ਬਾਹਰ ਆ ਗਏ ਆ, ਉਹ ਵੀ ਹੁਣ ਕੋਈ ਨਾ ਕੋਈ ਰੰਗ ਦਾ ਦਿਖਾਲਣਗੇ। ਤੇ ਕਿਉਂਕਿ ਲਾਲੂ ਨੂੰ ਛੱਡ ਕੇ ਬਿਹਾਰ ਦੀ ਰਾਜਨੀਤੀ ਨੂੰ ਕਿਸੇ ਤਰ੍ਹਾਂ ਅੰਕਿਆ ਨਹੀਂ ਜਾ ਸਕਦਾ ਜਿੰਨਾ ਚਿਰ ਹਜੇ ਉਹ ਪੂਰੀ ਗਿਣਤੀ 'ਚ ਨੇ, ਬਾਹਰ ਆਏ ਹੋਏ ਨੇ। ਹੋਇਆ ਕੀ ਵੀ ਉਹ 6 MP ਸੀਗੇ, ਉਹਨਾਂ ਨੇ ਜਿਹੜਾ 95% ਹਿੱਸਾ ਸੀ ਜਿਹੜਾ ਪਾਰਟੀ ਦਾ ਚਿਰਾਗ ਪਾਸਵਾਨ ਦੇ ਖਿਲਾਫ ਹੋ ਗਿਆ, ਤੇ ਉਹਨਾਂ ਨੇ ਉਹਨੂੰ ਲਾ ਕੇ ਪ੍ਰਧਾਨਗੀ ਦੇ ਉਹਦੇ ਤੋਂ ਚਾਚੇ ਪਸ਼ੂਪਤੀ ਕੁਮਾਰ ਨੂੰ, ਤੇ ਜਿਹੜਾ ਉਹਨੇ ਪ੍ਰਧਾਨ ਬਣਾ ਲਿਆ। ਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ 20 ਮਿੰਟ ਜਾ ਕੇ ਘਰ ਦੇ ਮੂਹਰੇ ਹੌਰਨ ਮਾਰਦਾ ਰਿਹਾ ਚਿਰਾਗ ਪਾਸਵਾਨ ਜੀ। ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਚਾਚਾ ਮਿਲਿਆ ਨਹੀਂ। ਜੇ ਦਰਵਾਜ਼ਾ ਖੋਲ੍ਹਿਆ ਤਾਂ ਮੁੜ ਕੇ 1.5 ਘੰਟਾ ਘਰ ਬੈਠਾ ਰਿਹਾ, ਕਿਸੇ ਨੇ ਪਾਣੀ ਦਾ ਘੁੱਟ ਨਹੀਂ ਪੁੱਛਿਆ। 1.5 ਘੰਟੇ ਬਾਅਦ ਫਿਰ ਉੱਠ ਕੇ ਆ ਗਿਆ। ਹੁਣ ਦੇਖਦੇ ਹਾਂ ਵੀ ਚਿਰਾਗ ਪਾਸਵਾਨ ਅੱਗੇ ਜਾ ਕੇ ਕੀ ਫੈਸਲਾ ਲੈਂਦਾ ਆ। ਪਾਰਟੀ ਇਸ ਵੇਲੇ ਜਿਹੜੀ ਆ ਉਹ ਚਾਚੇ ਨੇ ਸੰਭਾਲ ਲਈ ਆ, ਤੇ ਹੁਣ ਲੱਗ ਰਿਹਾ ਆ ਜੋ ਖਬਰਾਂ ਆ ਰਹੀਆਂ ਆ ਵੀ ਆਉਣ ਵਾਲੇ ਦਿਨਾਂ ਵਿੱਚ ਬਿਹਾਰ ਦੀ ਰਾਜਨੀਤੀ ਵਿੱਚ ਉਠਾ-ਪਟਕ ਹੋ ਸਕਦੀ ਆ ਜੀ। ਕਿਉਂਕਿ ਨਿਤਿਸ਼ ਕੁਮਾਰ ਵੀ ਇਸ ਵੇਲੇ BJP ਤੋਂ ਬਾਹਲੇ ਖੁਸ਼ ਨਹੀਂ ਹੈਗੇ ਜੀ। ਲਾਲੂ ਪ੍ਰਸਾਦ ਵੀ ਇਸ ਵੇਲੇ ਆਪਣਾ ਪੂਰਾ ਲੱਗਿਆ ਹੋਇਆ ਆ, ਉਹਦਾ ਮੁੰਡਾ ਵੀ ਲੱਗਿਆ ਹੋਇਆ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਇਹ ਪਸ਼ੂਪਤੀ ਕੁਮਾਰ ਜੀ ਤੇ ਚਾਹੇ ਨਿਤਿਸ਼ ਕੁਮਾਰ ਜੀ, ਚਾਹੇ ਲਾਲੂ ਜੀ, ਕੋਈ ਨਾ ਕੋਈ ਖਿਚੜੀ ਜ਼ਰੂਰ ਬਣੂਗੀ, ਤੇ ਉਹ ਖਿਚੜੀ ਦਾ ਸਵਾਦ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਤੌਰ ਤੇ ਦੇਖਣ ਨੂੰ ਮਿਲੂਗਾ। ਨਹੀਂ, BJP ਨਾਲ ਉਹਨਾਂ ਦੀ ਸਾਂਝ ਫਿਰ ਬਣ ਗਈ ਲੱਗਦੀ ਆ। ਪਸ਼ੂਪਤੀ ਕੁਮਾਰ ਜੀ ਨੇ ਜਦੋਂ ਇਹ ਆਪਣੇ ਬੰਦੇ ਪੱਟਿਆ ਤੇ ਉਹਨਾਂ ਨੇ ਇਹਨਾਂ ਦੇ ਨਾਲ ਸਮੇਤ ਜਾ ਕੇ ਮੁਲਾਕਾਤ ਓਮ ਬਿਰਲਾ ਜੀ ਜਿਹੜੇ ਸਪੀਕਰ ਨੇ ਉਹ ਕਰ ਲਈ ਆ, ਤੇ ਕਨਸੂਆਂ ਇਹ ਵੀ ਮਿਲ ਰਹੀਆਂ ਵੀ ਆਉਣ ਵਾਲੇ ਦਿਨਾਂ 'ਚ ਜੇ ਕੈਬਨਿਟ ਦਾ ਵਿਸਤਾਰ ਹੁੰਦਾ ਤੇ ਉਹਨਾਂ 'ਚੋਂ ਸ਼ਾਇਦ ਇੱਕ ਅੱਧੇ ਬੰਦੇ ਨੂੰ ਮਿਨਿਸਟਰੀ ਵੀ ਮਿਲ ਜਾਏ। ਹੋ ਸਕਦਾ ਰਾਮ ਵਿਲਾਸ ਪਾਸਵਾਨ ਦੀ
ਵਜ੍ਹਾ ਵਾਂਗ ਹੀ ਉਹਨਾਂ ਦੇ ਭਰਾ ਵੀ ਅੱਗੇ ਹੁਣ ਫਿਰ ਮਿਨਿਸਟਰ ਬਣ ਜਾਣ, ਤੇ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਇਹ ਰਾਜਨੀਤੀ ਦੇ ਮੌਸਮ ਵਿਗਿਆਨੀ ਆ ਜੀ, ਬਿਲਕੁਲ ਕਿ ਉਹ ਰਾਜਨੀਤੀ ਦਾ ਮੌਸਮ ਸਮਝਦੇ ਆ, ਇਸੇ ਕਰਕੇ ਹਰ ਸਰਕਾਰ 'ਚ ਉਹ ਮੰਤਰੀ ਬਣਦੇ ਰਹੇ। ਹਾਂਜੀ ਸ਼ਰਮਾ ਜੀ, ਬਿਲਕੁਲ ਇਹ ਮੌਸਮ ਵਿਗਿਆਨੀ ਵਾਲਾ ਜਿਹੜਾ ਤੁਸੀਂ ਸ਼ਬਦ ਵਰਤਿਆ, ਇਹ ਬਿਲਕੁਲ ਰਾਮ ਵਿਲਾਸ ਪਾਸਵਾਨ ਦੀ ਜਿਹੜੀ ਸ਼ਖਸੀਅਤ ਆ ਉਹਦੇ ਉੱਤੇ ਢੁਕਦਾ ਹੈ ਜੀ। ਵਾਕਈ ਇਦਾਂ ਰਹੀ ਆ, ਉਹ ਹਰ ਸਰਕਾਰ ਦੇ ਵਿੱਚ ਮੰਤਰੀ ਰਹਿਣਾ ਔਰ ਸਭ ਦੇ ਹਰਮਨ ਪਿਆਰੇ ਰਹਿਣਾ ਤੇ ਆਪਣੇ ਸਮਾਜ ਦੀ ਨੁਮਾਇੰਦਗੀ ਵੀ ਕਰਨੀ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਇਹ ਗੁਣ ਮੰਨ ਲਈਏ, ਚਾਹੇ ਉਸ ਬੰਦੇ ਦੀ ਕੋਈ ਕਲਾ ਮੰਨ ਲਈਏ, ਇਹ ਸਾਨੂੰ ਮੰਨਣੀ ਪਊਗੀ ਜੀ। ਹੁਣ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਨਿਤਿਸ਼ ਕੁਮਾਰ ਦੀ ਕੈਬਨਿਟ ਦੇ ਉਹ ਜਿਹੜੇ ਕੈਬਨਿਟ ਦੇ ਵਿੱਚ ਜਿਹੜੀ ਆ ਉਹਦੇ ਵਿੱਚ ਮੋਦੀ ਕਹਿ ਦਈਏ ਸਰਕਾਰ ਤਾਂ ਇਸ ਵੇਲੇ ਬੀਜੇਪੀ 'ਚ ਚਲਾ ਲਈ ਬਿਹਾਰ ਦੀ, ਨਿਤਿਸ਼ ਕੁਮਾਰ ਤਾਂ ਇਸ ਵੇਲੇ ਇੱਕ ਚਿਹਰਾ ਮੂਹਰਾ ਹੀ ਆ, ਫਸਿਆ ਉਹ ਵੀ ਬੈਠਾ ਆ ਜੀ। ਜੇ ਤਾਂ ਇਹ ਰਾਜਨੀਤੀ 'ਚ ਦੂਜੇ ਪਾਸੇ ਨੂੰ ਗਈ, ਲਾਲੂ ਵਾਲੀ ਸਾਈਡ ਨੂੰ, ਤੇ ਇਹ ਵੀ ਹੋ ਰਿਹਾ ਇਸ਼ਾਰੇ ਵੀ ਹੋ ਸਕਦਾ ਆ ਵੀ ਕਿਤੇ ਨਾ ਕਿਤੇ ਦੁਬਾਰਾ ਜਿਹੜਾ ਆ ਉਹ ਲਾਲੂ ਦੇ ਮੁੰਡੇ ਨਾਲ ਵੀ ਗੱਠਜੋੜ ਹੋ ਸਕਦਾ। ਨਹੀਂ ਹੋਇਆ ਤੇ ਜਿਨ੍ਹਾਂ ਦੇ ਇਸ਼ਾਰੇ ਤੇ ਇਸ ਵੇਲੇ ਪਾਰਟੀ ਤੋੜੀ ਗਈ ਆ, ਜਿਨ੍ਹਾਂ ਦਾ ਚਿਰਾਗ ਪਾਸਵਾਨ ਬਹੁਤ ਚਹੇਤਾ ਸੀਗਾ, ਤੋੜੀ ਤਾਂ ਉਹਨੀ ਆ ਨਾ, ਤੇ ਉਹ ਜਿਹੜੇ ਚਾਚਾ ਜੀ ਉੱਧਰ ਗਏ ਆ ਪਸ਼ੂਪਤੀ ਜੀ, ਤੇ ਉਹ ਫਿਰ ਦੁਬਾਰਾ ਬੀਜੇਪੀ ਦੀ ਸਰਕਾਰ ਜਿਹੜੀ ਇਸ ਵੇਲੇ ਨਿਤਿਸ਼ ਨਾਲ ਸਾਂਝੀ ਬਣਦੀ ਆ, ਕਿਉਂਕਿ ਪ੍ਰੋ ਨਿਤਿਸ਼ ਆ ਚਾਚਾ ਜੀ ਜਿਹੜੇ ਆ ਜੀ, ਉਹ ਪ੍ਰੋ ਨਿਤਿਸ਼ ਆ। ਬਿਲਕੁਲ ਚਿਰਾਗ ਪਾਸਵਾਨ ਪ੍ਰੋ ਬੀਜੇਪੀ ਸੀਗਾ, ਜੀ। ਤੇ ਹੋ ਸਕਦਾ ਉਸ ਨਿਤਿਸ਼ ਦੀ ਕੈਬਨਿਟ ਦੇ ਵਿੱਚ ਉਹ ਹਿੱਸਾ ਵੀ ਲੈ ਸਕਦੇ ਆ ਜੀ। ਮੈਨੂੰ ਯਾਦ ਹੈ ਇੱਕ ਵਾਰ ਦੀ ਘਟਨਾ, ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਇਸੇ ਅਯੁੱਧਿਆ ਦੇ ਮਸਲੇ ਦੇ ਉੱਤੇ ਗੱਲ ਚੱਲ ਰਹੀ ਸੀ ਤੇ ਰਾਮ ਵਿਲਾਸ ਪਾਸਵਾਨ ਨੇ ਉੱਠ ਕੇ ਕਹਿ ਦਿੱਤਾ ਕਿ ਤੁਸੀਂ ਕਿਸ ਰਾਮ ਦੀ ਗੱਲ ਕਰਦੇ ਆ, ਰਾਮ ਤਾਂ ਮੈਂ ਵੀ ਹਾਂ। ਤੇ ਲਾਲੂ ਪ੍ਰਸਾਦ ਯਾਦਵ ਉਸੇ ਸਦਨ ਦਾ ਹਿੱਸਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੂੰ ਤੇ ਬਿਲਾਸੀ ਰਾਮ ਆ। ਸੋ ਲੋਕ ਸਭਾ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਦੀਆਂ ਆਪਸ ਦੇ ਵਿੱਚ ਪਹਿਲਾਂ ਵੀ ਚੱਲਦੀਆਂ ਰਹੀਆਂ। ਇਸੇ ਪ੍ਰੋਗਰਾਮ ਵਿੱਚ ਕਰਦੇ ਹਾਂ ਕੁਝ ਹੋਰ ਵਿਚਾਰਾਂ ਤੇ ਚਰਚਾ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ ਬਿਲਗਾ ਸਾਹਿਬ ਨਾਲ ਫਿਰ ਗੱਲ ਕਰਦੇ ਹਾਂ। ਬਿਲਗਾ ਸਾਹਿਬ, ਸਾਨੂੰ ਦੱਸੋ ਕਿ ਕੁਝ ਮੁੱਦੇ ਐਸੇ ਨੇ ਜੋ ਕਿਸੇ ਖਾਸ ਵਰਗ ਨਾਲ ਜੁੜੇ ਹੋਏ ਨੇ ਜੀ, ਜਿਵੇਂ ਟੀਚਰਾਂ ਦੀ ਕੋਈ ਪ੍ਰੋਬਲਮ ਹੈ, ਵੋਕੇਸ਼ਨਲ ਅਧਿਆਪਕ ਮੁੱਖ ਮੰਤਰੀ ਤੋਂ ਕਿਸੇ ਹੋਰ ਚੀਜ਼ ਦੀ ਮੰਗ ਕਰ ਰਹੇ ਨੇ, ਕਿਸਾਨ ਕੁਝ ਹੋਰ ਮੰਗ ਕਰ ਰਹੇ ਨੇ, ਤੇਲ ਦੀਆਂ ਕੀਮਤਾਂ, ਜੇ ਆਪਾਂ ਉਹਨੂੰ ਦੂਜੇ ਤਰੀਕੇ ਨਾਲ ਕਹਾਂ, ਤੇਲ ਦੀਆਂ ਕੀਮਤਾਂ ਨਾ ਕਹਿ ਕੇ ਜੇ ਮੈਂ ਗੱਲ ਕਰਾਂ ਕਿ ਮਹਿੰਗਾਈ ਭਾਰਤ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇੱਕ ਬਹੁਤ ਵੱਡਾ ਮੁੱਦਾ ਬਣੀ ਹੋਈ ਹੈ ਜੀ, ਤੇ ਅੱਜ ਕੱਲ੍ਹ ਇਹ ਫਿਰ ਛਾਈ ਹੋਈ ਆ। ਹਾਲਾਂਕਿ ਉਹਦੇ ਪਿੱਛੇ ਤੁਹਾਡਾ ਦੂਸਰਾ ਤਰਕ ਬਿਲਕੁਲ ਜਾਇਜ਼ ਹੈ ਕਿ ਵੋਟਾਂ ਕਰਕੇ ਹੀ ਛਾਈ ਹੋਈ ਹੈ, ਪਰ ਫਿਰ ਵੀ ਮਹਿੰਗਾਈ ਬਾਰੇ ਤੁਹਾਡਾ ਜਿਹੜਾ ਅੰਕਲਨ ਹੈ ਉਹ ਕੀ ਕਹਿ ਰਿਹਾ? ਤੇਲ ਦੀਆਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ? 100 ਰੁਪਏ ਲੀਟਰ ਹੋ ਗਿਆ। ਇੱਕ ਸਮਾਂ ਸੀ ਜਦੋਂ ਮੋਦੀ ਸਾਹਿਬ ਕਹਿੰਦੇ ਸੀ ਕਿ ਜਿਹੜਾ ਡਾਲਰ ਆ ਉਹ ਤਾਂ ਮਨਮੋਹਨ ਸਿੰਘ ਦੀ ਉਮਰ ਵਾਂਗ ਡਿੱਗਦਾ ਜਾ ਰਿਹਾ ਜੀ, ਤੇ ਤੇਲ ਦੀਆਂ ਕੀਮਤਾਂ ਬਾਰੇ ਵੀ ਉਹਨਾਂ ਨੇ ਬੜੇ ਲੰਬੇ ਚੌੜੇ ਬਿਆਨ ਕੀਤੇ ਸੀ। ਇੱਕ ਬਾਬਾ ਰਾਮਦੇਵ ਜੀ ਨੇ ਕਿਹਾ ਸੀ ਕਿ ਜਦੋਂ ਮੋਦੀ ਦੀ ਸਰਕਾਰ ਆਊਗੀ ਜੀ, ਤੇ ਜਿਹੜਾ ਡੀਜ਼ਲ ਜਾਂ ਪੈਟਰੋਲ ਆ ਤੁਹਾਨੂੰ ਜਾਂ ਪੈਟਰੋਲੀਅਮ ਪਦਾਰਥਾਂ ਜਿਹੜੀਆਂ ਆ ਉਹ 30-40 ਰੁਪਏ ਲੀਟਰ ਵੀ ਮਿਲਣਗੀਆਂ, ਜਾਂ ਸ਼ਾਇਦ ਉਸ ਤੋਂ ਵੀ ਘੱਟ ਉਹਨਾਂ ਨੇ ਜਿਹੜੀ ਘੋਸ਼ਣਾ ਉਹ ਕੀਤੀ ਸੀ ਜੀ। ਪਰ ਹੁਣ ਅਸੀਂ ਰੋਜ਼ ਦੇਖਦੇ ਹਾਂ ਕਿ ਅੱਜ ਫਿਰ ਵੱਧ ਗਿਆ, ਕੱਲ ਫਿਰ ਵੱਧ ਗਿਆ, ਅੱਜ ਫਿਰ ਵੱਧ ਗਿਆ, ਕੱਲ ਫਿਰ ਵੱਧ ਗਿਆ, 20 ਦਿਨਾਂ 'ਚ 15 ਵਾਰ ਵੱਧ ਗਿਆ, 20 ਦਿਨਾਂ 'ਚ 16 ਵਾਰ ਵੱਧ ਗਿਆ। ਕੀ ਹੋ ਰਿਹਾ ਜੀ? ਸ਼ਰਮਾ ਜੀ, ਤੁਹਾਨੂੰ ਸਮਾਂ ਯਾਦ ਹੋਣਾ ਆ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਜੀ, ਤੇ ਪਿਆਜ਼ ਇਦਾਂ ਡੀਜ਼ਲ ਵਾਂਗੂ ਉਸ ਵੇਲੇ 100-125 ਨੂੰ ਗਿਆ ਸੀਗਾ। ਬਿਲਕੁਲ ਜੀ, ਯਾਦ ਹੋਣਾ। ਤੇ ਤੇ ਉਦੋਂ ਕਿਹਾ ਜਾਂਦਾ ਸੀਗਾ ਵੀ ਜਿਹੜਾ ਵਾਜਪਾਈ ਦੀ ਸਰਕਾਰ ਡਿੱਗੀ ਆ, ਗੰਢੇ ਲੈ ਬੈਠੇ, ਉਹ ਗੰਢਿਆਂ ਦੇ ਜਿਹੜੇ ਅਥਰੂ ਸੀ ਕੌੜੇ ਪਾਣੀ ਨੇ ਸਿੱਟੀ ਆ ਜੀ। ਪਰ ਅਸੀਂ ਇਹ ਮੰਨਦੇ ਹਾਂ ਇਸ ਗੱਲ ਨੂੰ ਵੀ ਉਸ ਵੇਲੇ ਜਿਹੜਾ ਬੀਜੇਪੀ ਦਾ ਬਤੌਰ ਵਿਰੋਧੀ ਪਾਰਟੀ ਇੱਕ ਕੰਮ ਸੀਗਾ ਜੀ, ਉਹ ਕਾਮਯਾਬ ਸੀ। ਬਿਲਕੁਲ। ਕਾਂਗਰਸ ਦਾ ਵੀ ਜਦੋਂ ਵਿਰੋਧ ਰਹੀ ਆ ਕਾਮਯਾਬ ਰਿਹਾ, ਪਰ ਹੁਣ ਹਾਲਾਤ ਇਦਾਂ ਦੇ ਬਣ ਗਏ ਆ ਵੀ ਵਿਰੋਧੀ ਧਿਰ ਜਿਹੜੀ ਇਸ ਵੇਲੇ ਭਾਰਤ ਵਿੱਚ ਬਹੁਤ ਜ਼ਿਆਦਾ ਕਮਜ਼ੋਰ ਆ ਜੀ। ਇਸੇ ਕਰਕੇ ਜਿਹੜੇ ਮੁੱਦੇ ਆ ਉਹਨਾਂ ਨੂੰ ਉਠਾਉਣ ਲਈ ਦੂਜੀਆਂ ਪਾਰਟੀਆਂ ਇਸ ਵੇਲੇ ਸਮਰੱਥ ਹੈ ਹੀ ਨਹੀਂ, ਛੱਡੀਆਂ ਹੀ ਨਹੀਂ ਬੀਜੇਪੀ ਨੇ ਜੀ। ਆਪਾਂ ਜਦੋਂ ਗੱਲ ਕਰਦੇ ਮਹਿੰਗਾਈ ਦੀ ਤਾਂ ਆਪਾਂ 100 ਕੋਈ ਕਮੀ ਕੱਢਣੀ ਹੋਵੇ ਨਾ, ਡਾਕਟਰ ਮਨਮੋਹਨ ਸਿੰਘ ਜੀ ਵਿੱਚ ਕੱਢੀ ਜਾ ਸਕਦੀ ਹੈ। ਪੋਲੀਟੀਕਲ ਆ, ਹਰ ਇੱਕ ਨੇ ਕਮੀਆਂ ਦੇਖਣੀਆਂ ਹੁੰਦੀਆਂ, ਮੀਡੀਆ ਦਾ ਵੀ ਕੰਮ ਕਮੀਆਂ ਕੱਢਣੀਆਂ। ਜਦੋਂ ਉਹ ਬਤੌਰ ਪ੍ਰਧਾਨ ਮੰਤਰੀ ਸੀਗੇ ਤੇ ਉਸ ਪ੍ਰਧਾਨ ਮੰਤਰੀ ਦੇ ਹੁੰਦਿਆਂ ਉਹਨਾਂ ਦੀਆਂ ਕਮੀਆਂ ਸਾਰੀ ਮੀਡੀਆ ਪ੍ਰੈਸ ਵੀ ਕੱਢਦੀ ਸੀ, ਵਿਰੋਧੀ ਪਾਰਟੀਆਂ ਵੀ ਕੱਢਦੀ ਸੀ ਜੀ। ਪਰ ਇੱਕ ਗੱਲ ਸ਼ਰਮਾ ਜੀ ਮੰਨਣੀ ਪਊਗੀ, ਸਾਰੀ ਦੁਨੀਆ ਦਾ ਵਪਾਰ ਉਸ ਵੇਲੇ ਡੁੱਬ ਰਿਹਾ ਸੀਗਾ, ਸਾਰੀ ਦੁਨੀਆ ਦੇ ਵਿੱਚ ਉਸ ਵੇਲੇ ਮੰਦੀ ਚੱਲ ਰਹੀ ਸੀ। ਇੱਕ ਭਾਰਤੀ ਆਰਥਿਕਤਾ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਨੇ ਟੌਪ ਤੇ ਸਿਰੇ ਤੇ ਲਿਜਾ ਕੇ ਛੱਡੀ ਸੀ, ਜਿਹੜੀ ਉਸ ਵੇਲੇ ਟਿਕੀ ਹੋਈ ਆਰਥਿਕਤਾ ਦੁਨੀਆ ਨੂੰ ਦੱਸ ਰਹੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਜਿਹੜਾ ਆ ਉਹ ਦੁਨੀਆ ਦਾ ਲੀਡਰ ਬਣਨ ਨੂੰ ਅੱਗੇ ਵਧ ਰਿਹਾ ਹੈ ਜੀ। ਪਰ ਸਾਲ ਕਿੰਨੇ ਲੰਘੇ? 7 ਸਾਲ ਹੋਏ ਹਜੇ। ਅੱਜ ਵੀ ਜੇ ਸਰਕਾਰ ਤੇ ਇਸ ਗੱਲ ਦਾ ਕੋਈ ਅਕਲਮੰਦੀ ਕਰਨੀ ਹੋਵੇ, ਇਹ ਗੱਲ ਮੰਨ ਲੈਣ, 100 ਕਾਂਗਰਸ ਨੂੰ ਮਾੜਾ ਕਹਿਣ, ਕਾਂਗਰਸ ਦਾ ਇਸ ਵੇਲੇ ਤਕਰੀਬਨ ਕਹਿ ਸਕਦੇ ਕਿ ਬਹੁਤ ਵੱਡੇ ਪੱਧਰ ਤੇ ਭਾਰਤ ਦੇ ਨਕਸ਼ੇ ਦੇ ਵਿੱਚ ਉਹਨਾਂ ਨੇ ਆਪਣਾ ਪੋਲੀਟੀਕਲ ਜਿਹੜਾ ਨਕਸ਼ਾ ਆ ਉਹ ਭਗਵਾਂ ਕਰ ਲਿਆ ਆ, ਉਹਨਾਂ ਦਾ ਝੰਡਾ ਜਿਹੜਾ ਇਸ ਵੇਲੇ ਬੜਾ ਥੱਲੇ ਕੀਤਾ ਹੋਇਆ। ਪਰ ਕਿਤੇ ਨਾ ਕਿਤੇ ਜਾ ਕੇ ਅੱਜ ਵੀ ਡਾਕਟਰ ਮਨਮੋਹਨ ਸਿੰਘ ਦੇ ਗੋਡੇ ਫੜ ਕੇ ਉਹਦਾ ਮਿੰਨਤਾਲਾ ਕਰਕੇ ਆਰਥਿਕਤਾ ਨੂੰ, ਭਾਰਤ ਦੀ ਨੂੰ ਜੇ ਬਚਾਉਣਾ ਆ ਤੇ ਉਹਦਾ ਜਾ ਕੇ ਸਾਥ ਲੈ ਲੈਣ, ਕਿਉਂਕਿ ਇਹਨਾਂ ਤੋਂ ਜੋ ਲੱਗ ਰਿਹਾ 7 ਸਾਲਾਂ ਜਿੱਥੇ ਲਿਆਣ ਕੇ ਭਾਰਤ ਖੜਾ ਹੋ ਗਿਆ, ਸਾਰੀ ਸਰਕਾਰੀ ਪ੍ਰੋਪਰਟੀ ਘਾਟੇ 'ਚ ਜਾਂਦੀਆਂ ਜਿਹੜੀਆਂ ਸੰਸਥਾਵਾਂ ਸੀ ਉਹ ਤਾਂ ਵੇਚਣੀਆਂ ਹੀ ਸੀਗੀਆਂ,
ਜਿਹੜੀਆਂ ਮੁਨਾਫੇ 'ਚ ਜਾਂਦੀਆਂ ਸੰਸਥਾਵਾਂ ਆ ਉਹ ਵੀ 7 ਸਾਲਾਂ ਸਰਕਾਰ ਨੇ ਜਿਹੜੀਆਂ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਦਿੱਤੀਆਂ ਜੀ। ਤੇ ਮਹਿੰਗਾਈ ਫੇਰ ਨਹੀਂ ਰੁਕ ਰਹੀ। ਪਿਛਲੇ 24 ਦਿਨ ਦੇ ਵਿੱਚ 4 ਤੋਂ 5 ਰੁਪਏ ਡੀਜ਼ਲ ਵੱਖ-ਵੱਖ ਸਟੇਟਾਂ ਦੇ ਹਿਸਾਬ ਨਾਲ ਪੈਟਰੋਲ ਡੀਜ਼ਲ ਦੋਨੇ ਹੀ ਵੱਧ ਗਏ ਆ। ਤੁਸੀਂ ਹੈਦਰਾਬਾਦ ਅੱਜ ਦੇਖੋ, ਹੈਦਰਾਬਾਦ ਮਹਾਰਾਸ਼ਟਰ ਤੋਂ ਬਾਅਦ ਹੈਦਰਾਬਾਦ ਜਿਹੜਾ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਆ, ਤੇਲੰਗਾਨਾ ਵਿੱਚ, ਰਾਜਸਥਾਨ ਵਿੱਚ ਪਹਿਲੇ 100 ਤੋਂ ਟੱਪਿਆ ਹੋਇਆ, ਕਿਉਂਕਿ ਕੁਝ ਸਟੇਟ ਦਾ ਹਿੱਸਾ ਟੈਕਸ ਦਾ ਆ, ਕਿਤੇ ਕਿਤੇ ਘੱਟ ਆ, ਕਿਤੇ ਵੱਧ ਆ। ਤੇ ਇਸ ਕਰਕੇ ਭਾਰਤ ਦੇ 8-10 ਸੂਬਿਆਂ ਦੇ ਵਿੱਚ ਇਸ ਵੇਲੇ ਜਿਹੜਾ ਪੈਟਰੋਲ ਡੀਜ਼ਲ ਆ, ਉਹ ਪੈਟਰੋਲ ਤਾਂ 100 ਤੋਂ ਪਾਰ ਕਰ ਚੁੱਕਾ, ਜੇ ਡੀਜ਼ਲ ਕਿਤੇ ਰੁਪਈਆ 1.5 ਰੁਪਈਆ ਕਿਤੇ ਘੱਟ ਵੀ ਆ। ਮੇਰਾ ਖਿਆਲ ਹੈ ਸਾਡੀ ਉਮਰ ਦੇ ਹਿਸਾਬ ਦੇ ਨਾਲ ਵੀ ਦੇਖੀਏ ਤਾਂ ਇਤਿਹਾਸ ਦਾ ਇਹ ਪਹਿਲਾ ਏਡਾ ਵੱਡਾ ਜਿਹੜਾ ਮਹਿੰਗਾਈ ਜਿਹੜੀ ਪੈਟਰੋਲ ਡੀਜ਼ਲ ਦੀ ਹੋਈ ਆ, ਪੈਟਰੋਲ ਡੀਜ਼ਲ ਦੇ ਰੇਟ ਵਧੇ ਆ, ਤੇ ਉਹ ਅਸੀਂ ਕਦੀ ਦੇਖੇ ਨਹੀਂ ਸੀਗੇ। ਔਰ ਮੰਨੋ ਤੁਸੀਂ, ਔਰ ਜਿਹੜੇ ਇਹਨਾਂ ਦੇ ਭਗਤ ਕਹਿ ਲਈਏ ਪਾਉਂਦੇ ਤਾਂ ਉਹ ਵੀ ਉਸ ਪੈਟਰੋਲ ਪੰਪਾਂ ਤੋਂ 100 ਦਾ ਹੀ ਆ, ਕੁਸਕਦਾ ਹੀ ਕੋਈ ਨਹੀਂ। ਵਿਰੋਧੀ ਪਾਰਟੀਆਂ ਉੱਦਾਂ ਨਹੀਂ ਕੁਸਕਦੀਆਂ। ਤੇ ਜਿੱਦਣ ਲਈ ਇਹ ਪੈਟਰੋਲ ਜਾਂ ਡੀਜ਼ਲ 60-55 ਰੁਪਏ ਮਿਲਦਾ ਸੀਗਾ, ਤੇ ਉਦੋਂ ਬੀਜੇਪੀ ਵਾਲੇ ਕੱਪੜੇ ਲਾਹ ਕੇ ਗਲੀਆਂ ਮਹੱਲਿਆਂ ਦੇ ਵਿੱਚ ਪ੍ਰਦਰਸ਼ਨ ਕਰਦੇ ਹੁੰਦੇ ਸੀ ਵੀ ਮਨਮੋਹਨ ਸਿੰਘ ਨੂੰ ਸਰਕਾਰ ਨਹੀਂ ਚਲਾਉਂਦੀ ਆਉਂਦੀ। ਤੇ ਮਨਮੋਹਨ ਸਿੰਘ ਕਰਕੇ ਜਿਹੜਾ ਆ ਉਹ ਡਾਲਰ ਦਾ ਰੇਟ ਵੱਧਦਾ ਜਾ ਰਿਹਾ, ਰੁਪਈਏ ਦਾ ਘਟਦਾ ਜਾ ਰਿਹਾ। ਅੱਜ ਰੁਪਈਆ ਵੀ ਡੁੱਬਿਆ ਫਿਰਦਾ ਆ, ਪੈਟਰੋਲ ਵੀ 100 ਰੁਪਏ ਤੋਂ ਉੱਪਰ ਹੋਇਆ ਫਿਰਦਾ ਆ, ਕੋਈ ਬੋਲਦਾ ਹੀ ਨਹੀਂ, ਕੋਈ ਗੱਲ ਹੀ ਨਹੀਂ ਕਰਦਾ। ਪੈਟਰੋਲ ਤਾਂ ਪੈਟਰੋਲ, ਡੀਜ਼ਲ ਵੀ 100 ਰੁਪਏ। ਡੀਜ਼ਲ ਦੇ ਨਾਲ ਖਾਣ ਵਾਲਾ ਤੇਲ ਜੀ, ਸਰੋਂ ਦਾ ਤੇਲ ਜਾਂ ਫਰਨੇਸ ਤੇਲ, ਜਿਹੜੇ ਬਾਕੀ ਤੇਲ ਹੈਗੇ ਖਾਣ ਵਾਲੇ, ਤੇ 140 ਰੁਪਏ ਤੋਂ ਲੈ ਕੇ 100 ਰੁਪਏ ਤੋਂ ਲੈ ਕੇ ਇਸ ਵੇਲੇ 200 ਦੇ ਨੇੜੇ ਸਰੋਂ ਦਾ ਤੇਲ ਪਹੁੰਚ ਗਿਆ। ਮਤਲਬ ਜਿਹੜਾ ਸਾਰੀ ਮਹਿੰਗਾਈ ਵੱਧ ਰਹੀ ਆ, ਬਾਕੀ ਵੀ ਵਧੀਆਂ ਮਹਿੰਗਾਈਆਂ, ਕਿਉਂਕਿ ਜਦੋਂ ਡੀਜ਼ਲ ਪੈਟਰੋਲ ਵਧਣਾ ਅਲਟੀਮੇਟ ਮਹਿੰਗਾਈ ਸਾਰੇ ਵਧਣੀ ਆ। ਬਿਲਕੁਲ। ਪਰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਸਰਕਾਰ 7 ਸਾਲਾਂ ਵਿੱਚ ਪੂਰੀ ਨਾਕਾਮ ਰਹੀ ਆ। ਅੱਜ ਨਹੀਂ ਤਾਂ ਕੱਲ੍ਹ ਕਿਤੇ ਨਾ ਕਿਤੇ ਆਰਥਿਕ ਮਾਹਰ ਤੋਂ ਇਹਨਾਂ ਨੂੰ ਸਲਾਹ ਲੈ ਲੈਣੀ ਚਾਹੀਦੀ ਆ। ਹੁਣ ਤੱਕ ਤਾਂ ਜੇ ਅਸੀਂ ਕਹਿ ਦਈਏ ਵੀ ਖਜ਼ਾਨਾ ਮੰਤਰੀ ਜਿਹੜੀ ਅਸੀਂ ਨਿਰਮਲਾ ਸੀਤਾਰਮਨ ਜੀ ਆ, ਜੇ ਆਪਣੇ ਲੋਕਾਂ ਦੇ ਪੱਖ ਤੋਂ ਦੇਖੀਏ, ਕਿਉਂਕਿ ਅਸੀਂ ਸਵੇਰੇ ਉੱਠਦੇ ਚੀਲਾਂ ਦੀ ਡੱਬੀ ਵੀ ਬਾਲਦੇ, ਅਸੀਂ ਤਾਂ ਟੈਕਸ ਦਿੱਤਾ। ਬਿਲਕੁਲ। ਅਸੀਂ ਜੇ ਦੁੱਧ ਦਾ ਪੈਕਟ ਲਿਆਉਂਦੇ ਅਸੀਂ ਉੱਤੇ ਵੀ ਟੈਕਸ ਦਿੱਤਾ ਜੀ। ਅਸੀਂ ਤਾਂ ਟੈਕਸ ਦੇ ਰਹੇ ਹਾਂ। ਜੇ ਸਾਡੇ ਦਿੱਤੇ ਹੋਏ ਟੈਕਸ ਨੂੰ ਸਹੀ ਯੂਟੀਲਾਈਜ਼ ਨਹੀਂ ਕੀਤਾ ਜਾ ਰਿਹਾ, ਦੇਸ਼ ਦੀ ਆਰਥਿਕਤਾ ਡਿੱਗ ਰਹੀ ਆ, ਦੇਸ਼ ਦੀ ਆਰਥਿਕਤਾ ਇਸ ਵੇਲੇ ਘਾਟੇ 'ਚ ਜਾ ਰਹੀ ਆ, ਤੇ ਜ਼ਿੰਮੇਵਾਰ ਤਾਂ ਸਰਕਾਰ ਆ ਨਾ। ਅਸੀਂ ਤਾਂ ਚੁਣ ਕੇ ਇਹਨਾਂ ਨੂੰ ਨੁਮਾਇੰਦੇ ਬਣਾ ਕੇ ਲਾਤਾ। ਹੁਣ ਇਹਨਾਂ ਨੇ ਦੇਖਣਾ ਇਸ ਗੱਲ ਤੇ ਵੀ ਮਹਿੰਗਾਈ ਨੂੰ ਕਿੱਦਾਂ ਕੰਟਰੋਲ ਕਰਨਾ। ਪਰ ਪੂਰੇ ਭਾਰਤ ਵਿੱਚ ਇਸ ਵੇਲੇ ਹਾਹਾਕਾਰ ਮਚੀ ਹੋਈ ਆ, ਡੀਜ਼ਲ ਪੈਟਰੋਲ ਦੇ ਰੇਟਾਂ ਨੂੰ ਲੈ ਕੇ ਤਾਂ ਦੂਜੀਆਂ ਮਹਿੰਗਾਈ ਦੇ ਖਾਣ ਪੀਣ ਵਾਲੀਆਂ ਵਸਤਾਂ ਨੂੰ ਲੈ ਕੇ ਸਰਕਾਰ ਨੂੰ ਅੱਜ ਨਹੀਂ ਤਾਂ ਕੱਲ੍ਹ ਇਸ ਗੱਲ ਤੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਆ, ਤੇ ਮਹਿੰਗਾਈ ਦੀ ਜਿਹੜੀ ਮਾਰ ਪੈ ਰਹੀ ਆ ਲੋਕਾਂ ਨੂੰ ਬਚਾਉਣਾ ਚਾਹੀਦਾ ਉੱਤੋਂ। ਦਰਸ਼ਕੋ, ਮੈਂ ਅੱਜ ਦੀ ਅਖਬਾਰ ਦੇ ਵਿੱਚ ਇੱਕ ਕਿਤੇ ਪੜ੍ਹ ਰਿਹਾ ਸੀਗਾ, ਧਰਮਿੰਦਰ ਪ੍ਰਧਾਨ ਦਾ ਬਿਆਨ ਮੈਨੂੰ ਯਾਦ ਆਇਆ ਕਿ ਜਦੋਂ ਸਰਦੀਆਂ ਚੜ੍ਹ ਰਹੀਆਂ ਸੀਗੀਆਂ, ਸਿਆਲ ਜਦੋਂ ਸ਼ੁਰੂ ਹੋ ਰਿਹਾ ਸੀ, ਉਹਨਾਂ ਨੂੰ ਕਿਸੇ ਨੇ ਕੀਮਤਾਂ ਵਧਦੀਆਂ ਬਾਰੇ ਪੁੱਛਿਆ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਸਰਦੀਆਂ ਦੇ ਵਿੱਚ ਜਿਹੜੀ ਖਪਤ ਹੈ ਉਹ ਵੱਧ ਜਾਂਦੀ ਹੈ, ਇਸ ਕਰਕੇ ਰੇਟ ਜਿਹੜੇ ਆ ਵੱਧ ਰਹੇ ਨੇ। ਜਦੋਂ ਸਰਦੀ ਖਤਮ ਹੋ ਜਾਏਗੀ ਉਦੋਂ ਇਹ ਰੇਟ ਜਿਹੜੇ ਆ ਥੋੜ੍ਹੇ ਬਹੁਤ ਘਟ ਜਾਣਗੇ। ਹੁਣ ਇਹ ਤਾਂ ਤੁਸੀਂ ਪੁੱਛ ਸਕਦੇ ਆ ਧਰਮਿੰਦਰ ਪ੍ਰਧਾਨ ਜੀ ਨੂੰ, ਜਾਂ ਅਸੀਂ ਆਪਣੇ ਮਾਰਫਤ ਪੁੱਛ ਰਹੇ ਹਾਂ ਕਿ ਪ੍ਰਧਾਨ ਜੀ ਇਹ ਤਾਂ ਦੱਸ ਦਿਓ ਕਿ ਭਾਰਤ ਵਿੱਚ ਹੁਣ ਸਰਦੀਆਂ ਚੱਲ ਰਹੀਆਂ ਨੇ ਜਾਂ ਗਰਮੀਆਂ, ਮਹਿੰਗਾਈ ਕਦੋਂ ਰੁਕੇਗੀ, ਕਦੋਂ ਆਮ ਲੋਕਾਂ ਦਾ ਜਿਹੜਾ ਜੀਵਨ ਸਤਰ ਆ ਥੋੜ੍ਹਾ ਜਿਹਾ ਸੌਖਾ ਹੋਵੇਗਾ। ਬਿਲਗਾ ਸਾਹਿਬ, ਜੇ ਅਗਲੀ ਗੱਲ ਕਰੀਏ ਤੇ ਮਹਿੰਗਾਈ ਨੇ ਤਾਂ ਤੰਗ ਕੀਤਾ ਹੋਇਆ, ਤੇ ਤੰਗ ਕਰੋਨਾ ਨੇ ਵੀ ਕੀਤਾ ਹੋਇਆ। ਦੂਸਰੀ ਲਹਿਰ ਦੇ ਕੀ ਹਾਲ ਚਾਲ ਚੱਲ ਰਹੇ ਨੇ? ਦੂਸਰੀ ਲਹਿਰ ਦੇ ਸ਼ਰਮਾ ਜੀ ਗੱਲ ਇਹਦੇ ਵੀ ਅੰਕੜੇ ਤਾਂ ਆਪਾਂ ਰੋਜ਼ ਪੇਸ਼ ਕਰਦੇ ਹੀ ਹਾਂ ਜੀ। ਮਸਲਾ ਇਹ ਹੈਗਾ ਆ ਵੀ ਜਿਹੜਾ ਮੌਤ ਦਰ ਆ ਉਹ ਹਜੇ ਵੀ ਨਹੀਂ ਘਟ ਰਿਹਾ ਜੀ। ਠੀਕ ਹੈ, ਚਾਹੇ ਕਿ ਜਿਹੜੇ ਨਵੇਂ ਕੇਸ ਆ ਰਹੇ ਆ ਉਹ ਕਾਫੀ ਹੱਦ ਤੱਕ ਘਟਣੇ ਸ਼ੁਰੂ ਹੋ ਗਏ, 60,000 ਦੀ ਗਿਣਤੀ 60-70 ਦੇ ਨੇੜੇ ਤੇੜੇ ਰਹਿ ਗਈ ਆ। ਮਸਲਾ ਇਹ ਹੈਗਾ ਵੀ ਨਵੇਂ ਕੇਸ ਘਟ ਰਹੇ, ਪਰ ਮੌਤ ਦਰ ਹਜੇ ਵੀ ਨਹੀਂ ਘਟ ਰਿਹਾ। ਜਿਹੜਾ ਡਬਲ ਮਿਊਟੈਂਟ ਜਿਹੜਾ ਆਪਣਾ ਚੱਲਦਾ ਜਾਂ ਇਹਨੂੰ ਕੁਛ ਇਹਨੂੰ ਭਾਰਤ ਮਿਊਟੈਂਟ ਵੀ ਕਿਹਾ ਗਿਆ ਸੀਗਾ, ਵੇਰੀਐਂਟ ਕਹਿੰਦੇ ਆ। ਜਦੋਂ ਇਹਦਾ ਆਪਾਂ ਪੂਰਾ ਕਹਿ ਸਕਦੇ ਪੀਕ ਜਿਹੜਾ ਇਹਦਾ ਖਤਰਨਾਕ ਲਹਿਰ ਦੇਖੀ ਆ ਕਿ ਕਿੱਦਾਂ ਗਾਜ਼ੀਆਬਾਦ ਦੇ ਜਿਹੜੇ ਸ਼ਮਸ਼ਾਨ ਘਾਟਾਂ 'ਚ ਲਾਈਨਾਂ ਲੱਗੀਆਂ ਦੇਖੀਆਂ ਸੀ, ਦਿੱਲੀ ਦੇ ਵਿੱਚ ਸ਼ਮਸ਼ਾਨ ਘਾਟਾਂ 'ਚ ਲਾਈਨਾਂ ਲੱਗੀਆਂ, ਜਿਹੜੀ ਆਪਾਂ ਦਰਿਆਵਾਂ 'ਚ ਰੁਲਦੀਆਂ ਲਾਸ਼ਾਂ ਦੇਖੀਆਂ, ਉਹ ਤਾਂ ਸਾਰੀ ਦੁਨੀਆ ਨੂੰ ਦਹਿਲਾ ਕੇ ਰੱਖ ਦਿੱਤਾ ਵੀ ਇੱਦਾਂ ਵੀ ਕਿਤੇ ਮ੍ਰਿਤਕ ਸਰੀਰ ਨਾਲ ਹੋ ਸਕਦਾ ਹੈ। ਸਰਕਾਰ ਇਸ ਗੱਲ ਦੇ ਵਿੱਚ ਪੂਰੀ ਨਾਕਾਮ ਰਹੀ ਆ। ਸ਼ੁਰੂਆਤੀ ਦੌਰ ਪ੍ਰਬੰਧ ਵਿੱਚ ਵੀ, ਬਿਮਾਰੀ ਦਾ ਦੂਜਾ ਮਿਊਟੈਂਟ ਆਉਣ ਤੋਂ ਬਾਅਦ ਵੀ ਸਰਕਾਰ ਨਾਕਾਮ, ਆਕਸੀਜਨ ਵਿੱਚ ਵੀ ਸਰਕਾਰ ਨਾਕਾਮ, ਤੇ ਜਿਹੜੇ ਲੋਕ ਸਾਨੂੰ ਛੱਡ ਕੇ ਚਲੇ ਗਏ ਉਹਨਾਂ ਦੀਆਂ ਲਾਸ਼ਾਂ ਸਾਂਭਣ ਵਿੱਚ ਵੀ ਸਰਕਾਰ ਕਿਸੇ ਪੱਖੋਂ ਵੀ ਪੂਰੀ ਨਹੀਂ ਉਤਰ ਸਕੀ ਜੀ। ਤੇ ਦੂਸਰੀ ਹੁਣ ਜੇ ਆਪਾਂ ਗੱਲ ਕਰਦੇ ਹਾਂ ਕਿ ਹੁਣ ਇਸ ਵੇਲੇ ਤੇ ਜਿਵੇਂ ਦੇਖਦੇ ਹਾਂ ਕਿ ਇਹ ਜਿਹੜਾ ਦੂਸਰੀ ਲਹਿਰ ਸੀ ਨਾ, ਦੂਸਰੀ ਲਹਿਰ ਦੇ ਵਿੱਚੋਂ ਤਾਂ ਨਿਕਲ ਕੇ ਹੌਲੀ ਹੌਲੀ ਭਾਰਤ ਆ ਰਿਹਾ ਜੀ। ਪਰ ਜਿਹੜੀ ਤੀਸਰੀ ਲਹਿਰ ਆ ਰਹੀ ਆ, ਜਿਹਨੂੰ ਆਪਾਂ ਕਹਿ ਸਕਦੇ ਡੈਲਟਾ ਤੇ ਡੈਲਟਾ ਪਲੱਸ ਵੇਰੀਐਂਟ ਆ ਰਿਹਾ ਆ, ਉਹ ਬਹੁਤ ਜ਼ਿਆਦਾ ਖਤਰਨਾਕ ਆ। ਬਰਤਾਨੀਆ ਵਿੱਚ ਇਸ ਵੇਲੇ ਛਛੋਪੰਚ ਪਈ ਹੋਈ ਸਰਕਾਰ ਵੀ ਲੋਕਡਾਊਨ ਜਿਹੜਾ ਉਹ ਖਤਮ ਕੀਤਾ ਜਾਵੇ ਕਿ ਨਾ ਕੀਤਾ ਜਾਵੇ। ਫਲਾਈਟਾਂ ਦੀ ਜਿਹੜੀ ਪਾਬੰਦੀ ਆ ਹੋਰ ਵਧਾਈ ਜਾ ਰਹੀ ਆ। ਇਸ ਵੇਲੇ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਬਹੁਤ, ਆਸਟ੍ਰੇਲੀਆ ਨੇ ਵੀ ਵਧਾਤੀ ਹੈ, ਰੂਸ ਨੇ ਵੀ ਵਧਾਈ ਆ, ਤੇ ਚੀਨ ਤੋਂ ਵੀ ਖਬਰ ਹੈ ਕਿ ਡੈਲਟਾ ਜਿਹੜਾ ਫੈਲ ਰਿਹਾ ਉੱਥੇ ਵੀ। ਬਿਲਕੁਲ, ਇਹ ਜਿੱਦਾਂ ਰੂਪ ਬਦਲ ਕੇ ਆ ਰਿਹਾ ਆ ਜੀ। ਪਹਿਲਾ ਰੂਪ ਸੀਗਾ
ਕੋਵਿਡ-19 ਜਿਹਨੂੰ ਆਪਾਂ ਕਹਿੰਦੇ ਸੀ, ਉਸ ਤੋਂ ਬਾਅਦ ਡਬਲ ਮਿਊਟੈਂਟ ਭਾਰਤ ਮਿਊਟੈਂਟ ਦਾ ਨਾਂ ਵੀ ਦੇ ਦਿੱਤਾ। ਹੁਣ ਜੇ ਡੈਲਟਾ ਪਲੱਸ ਆ ਰਿਹਾ ਆ, ਇਸ ਮਿਊਟੈਂਟ ਨੇ ਜਿਹੜਾ ਆ ਦੁਨੀਆ ਨੂੰ ਫਿਰ ਦੁਬਾਰਾ ਚਿੰਤਤ ਕਰ ਦਿੱਤਾ ਹੈ ਜੀ ਵੀ ਜਿਹੜੇ ਇੰਜੈਕਸ਼ਨ ਆ ਉਹ ਤਾਂ ਹਜੇ ਜਿਹੜੀ ਪਹਿਲੀ ਲਹਿਰ ਵਾਲੇ ਆ, ਹਜੇ ਤਾਂ ਉਹੀ ਕਹਿ ਸਕਦੇ ਪੂਰੀ ਦੁਨੀਆ ਦੇ ਹਿੱਸੇ 'ਚ ਨਹੀਂ ਆਏ। ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਹਜੇ ਵੱਡੀ ਗਿਣਤੀ ਰਹਿੰਦੀ ਆ ਇੰਜੈਕਸ਼ਨ ਲੱਗਣ ਵਾਲੀ। ਪਰ ਹੁਣ ਇੱਕ ਹੋਰ ਵੀ ਜਿਹੜੀ ਆ ਰਹੀ ਹੈ ਵੀ ਨਵਾਂ ਇੰਜੈਕਸ਼ਨ ਜਿਹੜਾ ਆ ਰਿਹਾ ਆ ਨੋਵਾਵੈਕਸ, ਜਿਹਦੇ ਵਿੱਚ USA ਤੇ ਪਲੱਸ ਸਾਡਾ ਭਾਰਤ ਸੀਰਮ ਜਿਹੜੀ ਇੰਡੀਅਨ ਸੀਰਮ ਕੰਪਨੀ ਆ ਉਹ ਵੀ ਹਿੱਸੇਦਾਰ ਆ ਜੀ। ਭਾਵੇਂ ਕਿ ਸਾਰੇ ਪ੍ਰਬੰਧ ਹੋ ਰਹੇ ਆ, ਕੰਪਨੀਆਂ ਕਰ ਰਹੀਆਂ, ਵੱਡੀਆਂ ਸਰਕਾਰਾਂ ਕਰ ਰਹੀਆਂ, ਪਰ ਹਜੇ ਤੱਕ ਜਿਹੜੀ ਇਹ ਕੋਵਿਡ ਨਾਂ ਦੀ ਬਿਮਾਰੀ ਤੋਂ ਨਾ ਸਾਡਾ ਭਾਰਤ ਦਾ ਤੇ ਨਾ ਪੂਰੀ ਦੁਨੀਆ ਦਾ ਹਜੇ ਕਿਤੇ ਨਾ ਕਿਤੇ ਜਿਹੜਾ ਪਿੱਛਾ ਛੁੱਟਦਾ ਇਹਨਾਂ ਤੋਂ ਨਜ਼ਰ ਨਹੀਂ ਆ ਰਿਹਾ ਜੀ। ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਸੀ ਬਿਲਗਾ ਸਾਹਿਬ, ਤੇ ਖਬਰ ਇਹ ਸੀ ਕਿ ਡੈਥ ਰੇਟ ਜਿਹੜਾ ਆ, ਉਹ ਡੈਥ ਦੀ ਜਿਹੜੀ ਪ੍ਰਤੀਸ਼ਤਤਾ ਆ ਸਾਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਪੰਜਾਬ ਦੀ ਹੈ ਜੀ। ਤੇ ਜਿਹੜੇ ਟੀਕੇ ਆ ਉਹ ਹਾਲੇ ਤੱਕ ਜੇ ਅਸੀਂ ਦੋਨਾਂ ਟੀਕਿਆਂ ਦੀ ਗੱਲ ਕਰੀਏ ਤਾਂ ਸਾਡੀ 3% ਆਬਾਦੀ ਨੂੰ ਵੀ ਟੀਕੇ ਹਾਲੇ ਲੱਗੇ ਨਹੀਂ ਜੀ। ਬਿਲਗਾ ਸਾਹਿਬ, ਕਰੋਨਾ ਦੇ ਨਾਲ ਪ੍ਰੋਗਰਾਮ ਦਾ ਸਮਾਂ ਮੁੱਕ ਰਿਹਾ ਸੀ, ਪਰ ਬਿਲਕੁਲ ਚੱਲਦੇ ਇੱਕ ਤਾਜ਼ੀ ਖਬਰ ਆਈ ਆ ਚੰਡੀਗੜ੍ਹ ਤੋਂ ਕਿ ਕੈਪਟਨ ਸਾਹਿਬ ਦਾ ਘਰ ਘੇਰਨ ਜਾਂਦੇ, ਕੱਲ ਤੇ ਤੁਸੀਂ ਦੱਸੀ ਸੀ ਕਿ ਆਮ ਆਦਮੀ ਦੇ ਬੰਦੇ ਫੜੇ ਨੇ, ਤੇ ਅੱਜ ਬਸਪਾ ਦੇ ਲੀਡਰ ਦੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਤਾਜ਼ੀ ਸਾਂਝ ਪਈ ਆ, ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਸਾਹਿਬ ਜਿਹੜੇ ਜਾ ਰਹੇ ਸੀ ਤੇ ਉਹਨਾਂ ਤੇ ਪਾਣੀ ਦੀਆਂ ਵਿਚਾਰਾਂ ਵੀ ਪਈਆਂ ਤੇ ਗ੍ਰਿਫਤਾਰ ਵੀ ਹੋ ਗਿਆ। ਤੁਸੀਂ ਐਵੇਂ ਕਹੀ ਜਾਂਦੇ ਆ ਵੋਟਾਂ ਨਹੀਂ ਹੈਗੀਆਂ, ਇਹਨਾਂ ਨੂੰ ਲੋਕ ਮੁੱਦਿਆਂ ਦੀ ਯਾਦ ਆ ਗਈ ਆ। ਸ਼ਰਮਾ ਜੀ, ਗੱਲ ਇਦਾਂ ਵੀ ਉਹ ਤਾਂ ਪਹਿਲਾਂ ਤਾਂ ਸਭ ਨੂੰ ਵੱਡੀ ਇੱਕ ਹਾਜ਼ਰੀ ਲਵਾਉਣੀ ਸੀਗੀ ਵੀ 1996 ਦਾ ਗੱਠਜੋੜ ਟੁੱਟਿਆ ਤੇ ਹੁਣ ਜਿਹੜਾ ਉਹ ਗੱਠਜੋੜ ਹੋ ਗਿਆ, ਤੇ ਉਹ ਜੇ ਚੰਡੀਗੜ੍ਹ ਜਾ ਕੇ ਕੋਈ ਧਰਨਾ ਮੁਜ਼ਾਹਰਾ ਕਰਨਗੇ ਤਾਂ ਫੇਰ ਹੀ ਲੋਕਾਂ ਦੇ ਵਿੱਚ ਕੋਈ ਨਾਂ ਆਊਗਾ, ਮੀਡੀਆ 'ਚ ਆਊਗਾ। ਕੱਲ੍ਹ ਨੂੰ ਜਿੱਦਾਂ ਅੱਜ ਝਾੜੂ ਵਾਲਿਆਂ ਦੀਆਂ ਆਪ ਪਾਰਟੀ ਵਾਲਿਆਂ ਦੀਆਂ ਖਬਰਾਂ ਲੱਗੀਆਂ ਹੋਈਆਂ ਫੋਟੋਆਂ, ਕੱਲ੍ਹ ਨੂੰ ਹੁਣ ਮਜੀਠੀਆ ਦੀਆਂ ਤੇ ਸੁਖਬੀਰ ਦੀਆਂ ਲੱਗਣਗੀਆਂ। ਮੁੱਦੇ ਪੰਜਾਬ ਦੇ ਲੈ ਕੇ ਉੱਥੇ ਗਏ ਆ ਕਿ ਮੁੱਦੇ ਇਸ ਵੇਲੇ ਇਹ ਦਿਖਾਲਣ ਗਏ ਆ ਵੀ BSP ਦੇ ਜਿਹੜਾ ਅਕਾਲੀ ਦਲ ਦਾ ਗੱਠਜੋੜ ਹੋਇਆ ਵੀ ਉਹ ਗੱਠਜੋੜ ਬਰਕਰਾਰ ਰੱਖਣਾ ਆ, ਕਿਉਂਕਿ ਥੱਲੇ ਵਾਲੇ ਪੱਧਰ ਤੇ ਇਸ ਵੇਲੇ ਕਾਫੀ ਹਜੇ ਇਹਨਾਂ ਦੇ ਵੀ ਖਲਾਰਾ ਪਿਆ ਹੋਇਆ, ਭਾਵੇਂ ਕਿ ਇਹਨਾਂ ਦੀ ਲੀਡਰਸ਼ਿਪ ਸਟਰੋਂਗ ਆ, ਇਹਨੀ ਸਾਂਭ ਲੈਣੇ ਆ। ਪਰ ਮੀਡੀਆ ਦੇ ਵਿੱਚ ਜਾ ਕੇ ਇਸ ਵੇਲੇ ਜਿਹੜੀ ਡਰਾਮਾਬਾਜ਼ੀ ਜਿਹੜੀ ਝਾੜੂ ਪਾਰਟੀ ਵਾਲੇ, ਆਮ ਆਦਮੀ ਪਾਰਟੀ ਵਾਲੇ ਕਰ ਰਹੇ ਆ, ਉਹੀ ਡਰਾਮਾ ਇਹ ਕਰ ਰਹੇ ਆ। ਹਜੇ ਮੁੱਦਿਆਂ ਦੀ ਗੱਲ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰੀ ਜਾਊਗੀ ਵੀ 4.5 ਸਾਲ ਇਹ ਮੁੱਦੇ ਕਿੱਥੇ ਭੁੱਲ ਕੇ ਬੈਠੇ ਰਹੇ। ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਦਾ ਹਿੱਤ ਲੈ ਕੇ ਇਹ ਪਾਰਟੀਆਂ ਧਰਨੇ ਮੁਜ਼ਾਹਰੇ ਕਰ ਰਹੀਆਂ। ਮੈਨੂੰ ਲੱਗ ਰਿਹਾ ਕਿ 2022 ਦੀ ਜਿਹੜੀ ਆਮਦ ਹੋ ਰਹੀ ਆ, 2022 ਦੀ ਇਲੈਕਸ਼ਨ ਦਾ ਜਿਹੜਾ ਇਸ ਵੇਲੇ ਢੰਡੋਰਾ ਪਿੱਟਣਾ ਇਹਨਾਂ ਨੇ ਸ਼ੁਰੂ ਕਰਤਾ। ਆਮ ਜਨਤਾ ਦਾ ਵੀ ਇਹੀ ਕਹਿਣਾ ਆ ਕਿ ਰਾਜਸੀ ਧਿਰਾਂ ਸਿਰਫ ਉਦੋਂ ਜਾਗਦੀਆਂ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਤੇ ਸਾਡੇ ਐਕਸਪਰਟ ਗੁਰਨਾਮ ਸਿੰਘ ਬਿਲਗਾ ਜੀ ਦਾ ਵੀ ਇਹੀ ਕਹਿਣਾ ਆ ਕਿ ਇਹਨਾਂ ਨੂੰ ਲੋਕ ਮੁੱਦਿਆਂ ਦੀ ਯਾਦ ਉਦੋਂ ਹੀ ਆਉਂਦੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ। ਤੇ ਗੱਲ ਇਹ ਵੀ ਆ ਕਿ ਜਦੋਂ ਵੋਟਾਂ ਆਉਂਦੀਆਂ ਨੇ ਫਿਰ ਕਈ ਵਾਰ ਅਸਲ ਮੁੱਦੇ ਗਵਾਚ ਜਾਂਦੇ ਨੇ ਤੇ ਹੋਰ ਮੁੱਦੇ ਹਾਵੀ ਹੋ ਜਾਂਦੇ ਨੇ, ਜਿਹਦੇ ਵਿੱਚ ਨਿੱਜੀ ਤੌਰ ਤੇ ਦੂਸ਼ਣਬਾਜ਼ੀ ਵੀ ਵੱਧ ਹੁੰਦੀ ਆ। ਸਾਡੀ ਅਪੀਲ ਆ ਸਭ ਦਰਸ਼ਕਾਂ ਨੂੰ ਕਿ ਜਦੋਂ ਇਹ ਲੀਡਰ ਤੁਹਾਡੇ ਕੋਲ ਵੋਟਾਂ ਲੈਣ ਆਉਣ ਤੇ ਇਹਨਾਂ ਕੋਲ ਅਸਲ ਮੁੱਦਿਆਂ ਦੀ ਹੀ ਗੱਲ ਕਰੀਏ। ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਅਗਲੀ ਵਾਰ ਫਿਰ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਵਾਂਗੇ, ਲੈ ਕੇ ਕੁਝ ਨਵੇਂ ਮੁੱਦੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।